ਹਾਜ਼ਰ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਹਰ ਰੋਜ਼ ਪਿਛਲੇ 24 ਘੰਟਿਆਂ ਜੋ ਕੁਝ ਵੀ ਘਟਿਆ ਵਾਪਰਿਆ ਹੁੰਦਾ ਆਪ ਜੀ ਦੇ ਨਾਲ ਸਾਂਝਾ ਕਰਨ ਦੇ ਲਈ ਇਸ ਪ੍ਰੋਗਰਾਮ 'ਚ ਹਾਜ਼ਰੀ ਲਵਾਉਂਦੇ ਹਾਂ। ਤੇ ਪਿਛਲੇ 2 ਦਿਨਾਂ ਤੋਂ ਜੋ ਕੁਝ ਵੀ ਵਾਪਰ ਰਿਹਾ ਮੇਰੇ ਖਿਆਲ ਨਾਲ ਜਿੱਥੇ ਵੀ ਕਿਤੇ ਪੰਜਾਬੀ ਵਸਦੇ ਆ ਜੋ ਕੁਝ ਵੀ ਉਹਨਾਂ ਤੱਕ ਪਹੁੰਚਿਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਗੱਲ ਵੱਲ ਬਹੁਤਾ ਕੋਈ ਧਿਆਨ ਗਿਆ ਹੋਵੇ, ਕਿਉਂਕਿ ਇੱਕ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋ ਜਾਣਾ ਤੇ ਉਸ ਤੋਂ ਬਾਅਦ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਅੱਖਾਂ ਨਮ ਹੋਣਾ ਇਹ ਬੜਾ ਸੁਭਾਵਿਕ ਸੀਗਾ। ਕੀ ਕੁਛ ਘਟਿਆ ਵਾਪਰਿਆ ਇੱਕ ਅੰਤਿਮ ਸੰਸਕਾਰ ਦੇ ਮੌਕੇ 'ਤੇ ਆਪਾਂ ਉਹਦੀ ਗੱਲ ਵੀ ਕਰ ਲਵਾਂਗੇ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੁਣ ਕਿੱਥੋਂ ਤੱਕ ਅਪੜਿਆ ਪਹੁੰਚਿਆ, ਦਿੱਲੀ ਕੀ ਕੁਛ ਹੋਇਆ ਉਹਦੀ ਗੱਲ ਵੀ ਕਰਨੀ ਬਣਦੀ ਹੈ। ਬਾਕੀ ਕੁਝ ਹੋਰ ਖਬਰਾਂ ਨੇ ਨਾਲ ਆਪਣੇ ਪਰਮੀਰ ਬਾਠ ਹੋਣੀ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਚਲੋ ਤੁਹਾਨੂੰ ਚੰਗਾ, ਮੈਂ ਤਾਂ ਪੁੱਛਿਆ ਵੀ ਕੱਲ੍ਹ ਆਨੇ ਢਿੱਲਾ ਜਾ। ਨਹੀਂ ਠੀਕ ਨੇ ਜੀ, ਹੁਣ ਢਿੱਲੀਆਂ ਮੱਠੀਆਂ ਮਾੜੀਆਂ ਮੋਟੀਆਂ ਮੌਸਮ ਦੇ ਹਿਸਾਬ ਨਾਲ ਚੱਲਦੀਆਂ ਰਹਿਣੀਆਂ। ਗੱਲ ਇਹ ਆ ਵਾਟ ਸਾਹਿਬ ਵੀ ਦੇਖੋ ਦਿਨ ਕੱਲ੍ਹ ਦਾ ਲੰਘ ਗਿਆ ਅਤੇ ਕੱਲ੍ਹ ਦਾ ਦਿਨ ਕਹਿੰਦੇ ਜਿੰਨਾ ਤਿੱਖਾ ਲੱਗਾ ਸੀ ਓਨਾ ਹੀ ਮੇਰੇ ਖਿਆਲ ਨਾਲ ਮੈਂ ਆਪਾਂ ਇਹ ਵੀ ਚੀਜ਼ ਨੋਟਿਸ ਕੀਤੀ, ਭਾਵੇਂ ਆਪਣੇ ਇੱਥੇ ਰਾਤ ਸੀਗੀ ਪਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਭਾਵੇਂ ਕਿਤੇ ਦਿਨ ਸੀ, ਭਾਵੇਂ ਸ਼ਾਮਾਂ ਸੀ, ਭਾਵੇਂ ਤੜਕਾ ਸੀ, ਭਾਵੇਂ ਹਨੇਰਾ ਸੀ, ਧਿਆਨ ਤਾਂ ਉੱਥੇ ਹੀ ਲੱਗਿਆ ਰਿਹਾ ਕਿ ਵੀ ਇੱਕ ਨੌਜਵਾਨ ਜਿਹੜਾ ਅਜੇ ਕੱਲ੍ਹ ਤੱਕ ਹੱਸਦਾ ਖੇਡਦਾ ਸੀ ਤੇ ਐਂ ਲੂਥ ਬਣਿਆ ਪਿਆ ਸੀ, ਉਹਨੂੰ ਉਠਾਉਂਦੇ ਵੀ ਸੀ ਪਰ ਉੱਠਦਾ ਨਹੀਂ ਸੀ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਅਸਲ 'ਚ ਨਾ ਸਾਰੀ ਦੁਨੀਆ ਜਿਹੜੀ ਹੈ ਇੱਕ ਮੁੱਦੇ ਦੇ ਉੱਤੇ ਇੱਕ ਮਤ ਸੀ ਕਿ ਇਹ ਘਟਨਾ ਨਹੀਂ ਸੀ ਘਟਣੀ ਚਾਹੀਦੀ। ਬਾਕੀ ਗੱਲਾਂ ਸਾਰੀਆਂ ਫਿੱਕੀਆਂ ਸੀ, ਹੇਠਾਂ ਸੀ, ਵਿਚਾਰਧਾਰਾ ਮਿਲਦੀ ਨਹੀਂ ਮਿਲਦੀ ਉਹ ਵੱਖਰੀ ਗੱਲ ਸੀ। ਪਰ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਪਤਾ ਬੱਚੇ ਆ, ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਜੀ ਨੇ ਜਿਨ੍ਹਾਂ ਨੂੰ ਹਰ ਇੱਕ ਬੰਦਾ ਅੰਤਾਂ ਦਾ ਚਾਹੁੰਦਾ ਤੇ ਉਹਨਾਂ ਨੂੰ ਉੱਥੇ ਆਪਣਾਪਣ ਲੱਗਦਾ ਸੀ। ਜਿੰਨੀਆਂ ਬੀਬੀਆਂ ਨੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਬੱਚੇ ਆ, ਉਸ ਬੀਬੀ ਦਾ ਪੁੱਤ ਚਲੇ ਗਿਆ। ਜਿੰਨੇ ਆਦਮੀ ਨੇ, ਪੁਰਸ਼ ਨੇ, ਉਹਨਾਂ ਨੂੰ ਲੱਗਦਾ ਸੀ ਕਿ ਐਂ ਕਿੱਦਾਂ ਹੋ ਗਿਆ। ਜਦੋਂ ਹੁਣ ਉਹਦੀ ਪ੍ਰਸਿੱਧੀ ਜਾਂ ਉਹਦੀ ਹਿੰਮਤ ਦੇਖਣ ਦਾ ਸਮਾਂ ਸੀ ਤਾਂ ਉਸ ਵੇਲੇ ਹਿੰਮਤਾਂ ਹੀ ਤੋੜ ਗਿਆ। ਤੇ ਜਦੋਂ ਸਾਰਿਆਂ ਨੂੰ, ਕਿਉਂਕਿ ਆਪਾਂ ਵੈਸੇ ਹੀ ਪੰਜਾਬੀ ਜਿਹੜੇ ਆ ਪਰਿਵਾਰਾਂ ਦੇ ਵਿੱਚ ਬੱਝੇ ਹੋਂ, ਸਾਡੇ ਲਈ ਸਭ ਤੋਂ ਵੱਡੀ ਚੀਜ਼ ਪਰਿਵਾਰ ਹੀ ਹੁੰਦਾ, ਕਿਉਂਕਿ ਅਸੀਂ ਇੱਦਾਂ ਤਾਂ ਹੈ ਨਹੀਂ ਘਰ ਬਣਾਉਣਾ, ਘਰ ਦੇ ਵਿੱਚ ਪਰਿਵਾਰ ਨੇ ਰਹਿਣਾ, ਨਿੱਤ ਦਿਹਾੜੇ ਇੱਕ ਦੂਜੇ ਨੂੰ ਮਿਲਣਾ, ਇਕੱਠੇ ਬੈਠ ਕੇ ਰੋਟੀ ਖਾਣੀ, ਜਾਣੀ ਸਾਨੂੰ ਇੱਕ ਦੂਜੇ ਦਾ ਹੀ ਆਸਰਾ ਹੁੰਦਾ ਸੀ। ਕਮਰਿਆਂ ਦੇ ਵਿੱਚ ਬੰਦ ਹੋ ਕੇ ਰਹਿਣ ਵਾਲੇ ਤਾਂ ਹੈ ਨਹੀਂ। ਆਪਣਾ ਜੇ ਸੱਭਿਆਚਾਰ ਇੱਦਾਂ ਦਾ ਤਾਂ ਨਹੀਂ ਹੋਇਆ ਕਿ ਸਾਨੂੰ ਇੱਕ ਦੂਸਰੇ ਦਾ ਪਤਾ ਨਾ ਹੋਵੇ, ਸਾਨੂੰ ਇਹ ਪਤਾ ਹੀ ਨਾ ਹੋਵੇ ਕਿ ਦੂਸਰਾ ਕੀ ਕਰਦਾ ਕੀ ਨਹੀਂ ਕਰਦਾ। ਸਾਡੇ ਤਾਂ ਹਰ ਇੱਕ ਸਾਹ ਇੱਕ ਦੂਜੇ ਦੇ ਨਾਲ ਜੁੜਿਆ ਹੁੰਦਾ ਤੇ ਜਦੋਂ ਉਹਨਾਂ ਦੇ ਵਿੱਚੋਂ ਇੱਕ ਸਾਹ ਨਿਖੜਦਾ ਤਾਂ ਫਿਰ ਸਮੱਸਿਆ ਤਾਂ ਆਉਂਦੀ ਹੈ। ਤੇ ਉਹ ਵੀ ਐਡਾ ਵੱਡਾ ਸਟਾਰ ਬੰਦਾ ਹੋਵੇ ਤੇ ਉਹ ਇੱਕਦਮ ਇਸ ਤਰੀਕੇ ਗੋਲੀਬਾਰੀ ਦਾ ਸ਼ਿਕਾਰ ਹੋ ਜਾਵੇ, ਉਹਦੇ ਤੇ ਘਾਤ ਲਾ ਕੇ ਹਮਲਾ ਕੀਤਾ ਜਾਵੇ। ਤੇ ਦੂਸਰੀ ਗੱਲ ਹੈ ਕਿ ਸੋਸ਼ਲ ਮੀਡੀਆ ਨੇ ਉਸ ਦੇ ਪਰਿਵਾਰ ਦੀ ਇੱਕ ਮਿੰਟ ਦੀ ਵਰਲਾਪਾਂ ਦੀ ਕਹਾਣੀ ਜਦੋਂ ਸਾਡੇ ਸਾਰਿਆਂ ਤੱਕ ਪਹੁੰਚਾਈ ਤਾਂ ਫਿਰ ਆਪਣੇ ਆਪ ਦੇ ਵਿੱਚ ਉਸ ਸੋਗ ਦੀ ਲਹਿਰ ਦੇ ਵਿੱਚ ਸ਼ਾਮਿਲ ਹੋਣਾ ਜਿਹੜਾ ਉਹ ਸੁਭਾਵਿਕ ਹੀ ਸੀ। ਦੁਨੀਆ ਦੇ ਵਿੱਚ ਕਈ ਦੇਸ਼ਾਂ 'ਚ ਇਸ ਵੇਲੇ ਗਰਮੀ ਹੈ, ਕਈ ਦੇਸ਼ਾਂ ਦੇ ਵਿੱਚ ਪੂਰੀ ਠੰਡ ਹੈ, ਕਿਤੇ ਰਾਤ ਹੁੰਦੀ ਸੀ, ਕਿਤੇ ਦਿਨ ਹੁੰਦਾ ਸੀ, ਪਰ ਉਹ ਗਮਗੀਨੀ ਵਾਲਾ ਮਾਹੌਲ ਜਿਹੜਾ ਉਹਦੇ ਉੱਤੇ ਨਾ ਕੋਈ ਮੌਸਮ, ਨਾ ਕੋਈ ਸਮੇਂ ਦਾ ਹੇਰ ਫੇਰ, ਕੋਈ ਵੀ ਪ੍ਰਭਾਵ ਨਹੀਂ ਪਾ ਸਕਿਆ। ਗਮ ਸਾਰਿਆਂ ਨੇ ਉਹਨੇ ਮਨਾਇਆ। ਇਹ ਗੱਲ ਠੀਕ ਆ। ਵੈਸੇ ਗੱਲ ਇਹ ਆ ਵੀ ਉਹਦੇ ਵਿੱਚ ਮੇਰੇ ਖਿਆਲ ਨਾਲ ਸਾਰਿਆਂ ਨੇ ਉਹ ਤਸਵੀਰਾਂ ਦੇਖੀਆਂ, ਵੀਡੀਓਜ਼ ਦੇਖੀਆਂ, ਕਿਸੇ ਕੋਲ ਲੁਕੀ ਛਿਪੀ ਗੱਲ ਤਾਂ ਰਹੀ ਨਹੀਂ ਕਿਸੇ ਪਾਸੇ ਵੀ ਜੋ ਕੁਝ ਹੋਇਆ ਵਾਪਰਿਆ। ਪਰ ਜਿੱਡਾ ਉਹ ਕੱਟ ਸੀ ਇੱਕ ਬੰਦੇ ਦੇ ਤੁਰ ਜਾਣ ਮਗਰੋਂ, ਆਮ ਤੌਰ 'ਤੇ ਇਹ ਕਿਹਾ ਜਾਂਦਾ ਨਾ ਵੀ ਬੰਦਾ ਜਦੋਂ ਦੁਨੀਆ 'ਤੇ ਜਾਂਦਾ ਤੇ ਉਹਨੂੰ ਚਾਹੁਣ ਵਾਲੇ ਕਿੰਨੇ ਨੇ ਜਾਂ ਉਹਦੇ ਮਗਰ ਇਕੱਠ ਕਿੰਨਿਆਂ ਲੋਕਾਂ ਦਾ ਹੁੰਦਾ, ਉਹਦੇ ਤੋਂ ਪਤਾ ਲੱਗਦਾ ਵੀ ਉਹਦਾ ਕੱਦ-ਬੁੱਤ ਕੀ ਸੀ। ਹੁਣ ਜੇ ਆਪਾਂ ਇਸ ਕੇਸ ਦੇ ਵਿੱਚ ਵੇਖੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਉਦੋਂ ਜਿੱਦਾਂ ਆਪਣੇ ਆਮ ਕਹਿੰਦੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਕੋਈ ਹਜਾਲ ਹੋਵੇ। ਅਤੇ ਦੂਜੀ ਗੱਲ ਇਹ ਵੀ ਆ ਵੀ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਕਈ ਵਾਰ ਬੰਦਾ ਕਹਿੰਦਾ ਵੀ ਨਹੀਂ ਬਾਹਰ ਗਰਮੀ ਆ। ਆਪਾਂ ਆਮ ਕਈ ਵਾਰ ਦੇਖ ਲੈਂਦੇ ਵੀ ਜੇ ਕਿਤੇ ਕੋਈ ਦੂਰ ਨੇੜੇ ਵੀ ਇਹੋ ਜਿਹੀ ਪਰਿਵਾਰਾਂ 'ਚ ਘਟਨਾ ਵਾਪਰ ਜੇ ਨਾ ਅਤੇ ਮਾਈਆਂ ਬੀਬੀਆਂ ਜਾਂ ਇੱਧਰੋਂ ਉੱਧਰੋਂ ਪਰਿਵਾਰ 'ਚੋਂ ਕਿਸੇ ਵੇਲੇ ਵੀ ਸ਼ਾਮਾਂ ਪਿਆਂ ਨੂੰ ਚੱਲਾਂਗੇ ਵੀ ਅੱਜ ਨਾ ਗਰਮੀ ਬੜੀ ਜਾਂ ਤੜਕੇ ਉਹ ਆਇਓ ਵੀ ਉਦੋਂ ਆਪਣੇ ਕੋਲ ਨਾਲ ਨਾ ਜਾਇਆ ਜਾਵੇ। ਪਰ ਤੁਸੀਂ ਇਹ ਵੇਖੋ ਵੀ ਉਸ ਨੌਜਵਾਨ ਦੇ ਪਿੱਛੇ ਲੋਕ ਤੜਕੇ ਤੋਂ ਲੱਗੇ ਹਵੇਲੀ ਦੇ ਬਾਹਰ ਉਡੀਕਦੇ ਰਹੇ ਵੀ ਕਦੋਂ ਉਹਦੀ ਦੇਹ ਆਊਗੀ ਅਤੇ ਕਦੋਂ ਆਪਾਂ ਦਰਸ਼ਨ ਕਰਾਂਗੇ। ਉਸ ਤੋਂ ਬਾਅਦ ਵੀ ਕਿਉਂਕਿ ਖਾਸ ਲੋਕਾਂ ਨੂੰ ਅੰਦਰ ਜਾਣ ਦਿੱਤਾ ਗਿਆ, ਬਹੁਤਾ ਕਰਕੇ ਪ੍ਰਸ਼ੰਸਕ ਹਵੇਲੀਓਂ ਬਾਹਰ ਹੀ ਖਲੋਤੇ ਰਹੇ। ਧੁੱਪ ਚੜ੍ਹਦੀ ਗਈ, ਦੇਰੀ ਹੁੰਦੀ ਗਈ, ਪਰ ਉੱਥੋਂ ਕੋਈ ਬੰਦਾ ਘਟਿਆ ਥੋੜ੍ਹਾ, ਉਹ ਤਾਂ ਉੱਥੋਂ ਦੇ ਉੱਥੇ ਹੀ ਰਹੇ ਅਤੇ ਅਖੀਰ ਤੱਕ ਜਦ ਤੱਕ ਉਹਦੇ ਉਸੇ ਹੀ 6911 ਜਿਹੜੇ ਟਰੈਕਟਰ ਦਾ ਕਰਕੇ ਉਹ ਮਸ਼ਹੂਰ ਸੀ, ਉਸ ਟਰੈਕਟਰ 'ਤੇ ਉਹਨੂੰ ਅਖੀਰ ਉਹਦੇ ਆਪਣੇ ਖੇਤਾਂ 'ਚ ਲੈ ਕੇ ਗਏ, ਉੱਥੋਂ ਤੱਕ ਲੋਕ ਰਹੇ। ਦੇਖੋ ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਜਿਉਂਦਾ ਹੁੰਦਾ ਸਿੱਧੂ ਮੂਸੇਵਾਲਾ ਤਾਂ ਉਹਦੇ ਨਾਲ ਮੰਨਿਆ ਜਾ ਸਕਦਾ ਕਿਸੇ ਨੇ ਫੋਟੋ ਖਿਚਾਉਣੀ ਹੈ, ਕਿਸੇ ਨੇ ਕੋਈ ਵੀਡੀਓ ਬਣਾਉਣੀ ਹੈ, ਕਿਸੇ ਨੇ ਕੋਈ ਰੀਲ ਬਣਾ ਕੇ ਪਾਉਣੀ ਹੈ, ਕਿਸੇ ਨੇ ਉਹ ਤੋਂ ਕੰਮ ਲੈਣਾ, ਕੁਛ ਵੀ ਹੋ ਸਕਦਾ ਸੀ। ਪਰ ਹੁਣ ਜਦੋਂ ਉਹ ਡਿੱਗਿਆ ਪਿਆ, ਜਦੋਂ ਉਹਨੇ ਉੱਠਣਾ ਹੀ ਨਹੀਂ,
ਉਦੋਂ ਤਾਂ ਕੋਈ ਬੰਦਾ ਉਹ ਤੋਂ ਕੰਮ ਨਹੀਂ ਸੀ ਲੈ ਸਕਦਾ, ਉਦੋਂ ਤਾਂ ਕੋਈ ਇਦਾਂ ਦੀ ਗੱਲ ਨਹੀਂ ਸੀ ਹੋ ਸਕਦੀ ਕਿ ਆਪਾਂ ਕਹੀਏ ਕਿ ਭਾਈ ਉਸ ਬੰਦੇ ਦੇ ਨਾਲ ਕਿਸੇ ਨੂੰ ਜਿਹੜਾ ਉਹ ਕੋਈ ਪਦਾਰਥਵਾਦੀ ਮੋਹ ਹੋਊਗਾ। ਉਦੋਂ ਉਹਨੂੰ ਚਾਹੁਣ ਵਾਲੇ ਬੰਦੇ ਸੀ ਤੇ ਚਾਹੁਣ ਵਾਲਿਆਂ ਦੇ ਵਿੱਚ ਹਰ ਤਰ੍ਹਾਂ ਦੇ ਸੀ, ਬਜ਼ੁਰਗ ਵੀ ਸੀ, ਬੱਚੇ ਵੀ ਸੀ। ਇੱਕ ਬੱਚਾ ਰੋਈ ਜਾਂਦਾ ਸੀ ਆਪਣੇ ਪਿਓ ਦੇ ਮੋਢਿਆਂ ਦੇ ਉੱਤੇ ਚੜਿਆ। ਤੇ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚੋਂ ਕਿੰਨੇ ਸੱਜਣ ਨੇ ਜਿਹੜੇ ਆਪਾਂ ਨੂੰ ਕਹਿੰਦੇ ਸੀ ਉਹਨਾਂ ਦੇ ਨਿਆਣੇ ਰੋਟੀ ਨਹੀਂ ਖਾਧੀ। ਨਹੀਂ ਤਾਂ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਥੇ ਦੇ ਨਿਆਣੇ ਤਾਂ ਜੀ ਘਰਦਿਆਂ ਨੂੰ ਨਹੀਂ ਬੁਲਾਉਂਦੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਕੋਈ ਨਹੀਂ ਹੁੰਦਾ। ਪਰ ਜਿੱਥੇ ਅਟੈਚਮੈਂਟ ਹੈ, ਜਿੱਥੇ ਬੌਂਡਿੰਗ ਹੈਗੀ ਆ, ਉੱਥੇ ਹੈਗੀ ਹੈ। ਤੇ ਉਹ ਸਾਰੀ ਦੁਨੀਆ ਦੇ ਵਿੱਚੋਂ ਕੰਮ ਫੈਲਿਆ। ਪਰ ਜਿਹੜੀ ਗੱਲ ਬਹੁਤ ਧਿਆਨ ਦੇ ਨਾਲ ਦੇਖਣ ਵਾਲੀ ਹੈ, ਠੀਕ ਹੈ ਕੋਈ ਬੰਦਾ ਡੋਲੇ ਦੇ ਉੱਤੇ ਹੱਥ ਮਾਰਦਾ ਹੋਊਗਾ, ਕੋਈ ਕਿਸੇ ਤਰੀਕੇ ਕਹਿੰਦਾ ਹੋਊਗਾ, ਕੋਈ ਮੁੱਛ ਨੂੰ ਵੱਟ ਦੇ ਕੇ ਕਹਿੰਦਾ ਹੋਊਗਾ ਦੇਖਿਆ ਕਰਤਾ ਕੰਮ। ਸਾਨੂੰ ਨਹੀਂ ਪਤਾ ਕਿ ਅੰਦਰਲੀਆਂ ਗੱਲਾਂ ਕੀ ਨੇ। ਕੋਈ ਕਹਿੰਦਾ ਹੋਊਗਾ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਕੋਈ ਕਹਿੰਦਾ ਹੋਊਗਾ ਕਿ ਆਹ ਵੱਡਾ ਧਮਾਕਾ ਅਸੀਂ ਕੀਤਾ, ਸਾਡਾ ਗੈਂਗ ਵੱਡਾ ਹੋ ਜੂ। ਵਿੱਚੋਂ ਕਿਹੜੀ ਨਫ਼ਰਤ ਹੈ, ਕਿਹੜੀ ਗੱਲ ਹੈ, ਉਹ ਤਾਂ ਅਦਾਲਤਾਂ ਨੇ, ਜਾਂਚ ਏਜੰਸੀਆਂ ਨੇ ਤੈਅ ਕਰਨੀਆਂ, ਕੱਢ ਕੇ ਬਾਹਰ ਲਿਆਉਣੀਆਂ। ਪਰ ਸੰਧਾਲੀਆ ਸਾਹਿਬ, ਮੈਂ ਸੋਚਦਾ ਸੀ ਕਿ ਜਦੋਂ ਉੱਥੇ ਉਹਦੇ ਡਿੱਗੇ ਪੈ ਦੀ, ਉਹਦੇ ਸੰਸਕਾਰ ਤੋਂ ਪਹਿਲਾਂ ਉਹਦੀ ਮਾਤਾ ਉਹਦਾ ਜੂੜਾ ਕਰਦੀ ਹੈ, ਜੂੜਾ ਕਰਦੀ ਹੈ, ਵਾਲ ਗੁੰਦਣੇ ਹੀ ਹੁੰਦੇ ਆ ਜੂੜਾ ਕਰਨ ਤੋਂ ਪਹਿਲਾਂ। ਤੇ ਉਹ ਸਾਰਾ ਦ੍ਰਿਸ਼ ਤੇ ਕਰਦਿਆਂ ਜੋ ਕੁਛ ਉਹਦੀ ਮਾਤਾ ਬੋਲਦੀ ਹੈ, ਜਦੋਂ ਉਹਦਾ ਬਾਪੂ ਉਹਦੇ ਪੱਗ ਬੰਨ੍ਹਦਾ, ਉਸ ਵੇਲੇ ਉਹਦੇ ਮਨ ਦੇ ਵਿੱਚ ਕੀ ਭਾਵ ਸੀ? ਜਾਣੀ ਕਿ ਉਹ ਮੁੰਡਾ ਜਿਹਦੇ ਖੜੇ ਹੋਣ ਦੇ ਨਾਲ ਸਾਰੀ ਦੁਨੀਆ ਹੀ ਤੁਰੀ ਫਿਰਦੀ ਸੀ ਉਹਨਾਂ ਦੇ ਆਲੇ ਦੁਆਲੇ, ਉਹ ਅੱਜ ਡਿੱਗਿਆ ਪਿਆ। ਤੇ ਪਤਾ ਹੈ ਕਿ 1-2 ਘੰਟੇ ਬਾਅਦ ਇਹ ਸਵਾਦ ਹੀ ਢੇਰੀ 'ਚ ਬਦਲ ਜਾਣਾ। ਉਦੋਂ ਬੀਬੀ ਦੇ ਹੱਥ ਕਿੱਦਾਂ ਚੱਲਦੇ ਹੋਣਗੇ, ਪਿਓ ਪੱਗ ਦੇ ਬਲ ਕਿੱਦਾਂ ਮਾਰਦਾ ਹੋਊਗਾ ਉਸ ਵੇਲੇ। ਜਾਣੀ ਜੇ ਅਜੇ ਵੀ ਉਹ ਗੈਂਗਸਟਰ ਬੰਦੇ, ਉਹ ਕਾਤਲ ਬੰਦੇ, ਉਹ ਹਮਲਾ ਕਰਨ ਵਾਲੇ ਬੰਦੇ, ਉਹਨਾਂ ਨੇ ਬਦਲਾ ਲਿਆ, ਉਹਨਾਂ ਨੇ ਭਾਜੀ ਮੋੜੀ, ਭਾਜੀ ਚਾੜੀ, ਜਿਹੜੇ ਮਰਜੀ ਸ਼ਬਦ ਵਰਤ ਲੈਣ, ਪਰ ਜੇ ਉਹਨਾਂ ਨੂੰ ਐਂ ਲੱਗਦਾ ਕਿ ਭਾਈ ਉਹ ਬੜੇ ਅਣਖੀ ਨੇ, ਬੜੇ ਉਹ ਨੇ, ਤਾਂ ਜੇ ਉਸ ਬਜ਼ੁਰਗ ਜੋੜੇ ਵੱਲ ਦੇਖ ਲੈਣ, ਉਹ ਮੈਨੂੰ ਲੱਗਦਾ ਕਿ ਇਹ ਭਾਵਨਾ ਤਾਂ ਹੁਣ ਖੰਭ ਲਾ ਕੇ ਉੜ ਜਾਣੀ ਚਾਹੀਦੀ ਹੈ। ਅੱਗੋਂ ਕਿਸੇ ਨਾਲ ਇਹ ਨਾ ਹੋਵੇ, ਸਾਨੂੰ ਸੋਚਣਾ ਵਿਚਾਰਨਾ ਪਊਗਾ। ਇਹ ਤੇ ਗੱਲ ਹੈਗੀ ਆ। ਦੇਖੋ ਆਮ ਤੌਰ ਤੇ ਇਦਾਂ ਹੁੰਦਾ ਨਹੀਂ ਜੋ ਉੱਥੇ ਕੁਛ ਆਪਾਂ ਦੇਖਿਆ। ਹੁਣ ਤੁਸੀਂ ਇਹ ਦੇਖੋ ਵੀ ਹਾਂ, ਜਵਾਕ ਜਦੋਂ ਛੋਟਾ ਜਿਹਾ ਹੁੰਦਾ ਨਾ, ਨਿੱਕੇ ਨਿੱਕੇ ਉਹਦੇ ਵਾਲ ਹੁੰਦੇ ਜੀ। ਤੇ ਆਪਣੇ ਪਰਿਵਾਰਾਂ 'ਚ ਕਿਤੇ ਪਹਿਲੀ ਵਾਰਾਂ ਜਵਾਕ ਦਾ ਉਹ ਮਾਈਆਂ ਬੀਬੀਆਂ ਉਹ ਇੱਕ ਜੂੜੀ ਜੀ ਹੁੰਦੀ ਨਿੱਕੀ ਜੀ, ਉਦੋਂ ਵੀ ਫੋਟੋ ਖਿੱਚਣ ਗਿਆ ਵੀ ਆਹ ਵੇਲਾ ਹੁਣ ਇਹਦੀ ਜੂੜੀ ਹੋਣ ਲੱਗ ਪਈ, ਬਾਕੀ ਵਾਲ ਖਿਲ ਰਹੇ ਹੁੰਦੇ ਆ, ਬਾਕੀ ਵਾਲ ਖਿਲ ਰਹੇ ਹੁੰਦੇ ਆ। ਹੁਣ ਉਹ ਚਾਹ ਤੁਸੀਂ ਦੇਖੋ ਵੀ ਕਿਉਂਕਿ ਉਹਦੇ ਵਾਲ ਵੱਡੇ ਸੀ ਤੇ ਮਾਤਾ ਕਹਿੰਦੀ ਵੀ ਪਹਿਲਾਂ ਵੀ ਆਉਂਦਾ ਹੁੰਦਾ ਵੀ ਮਾਤਾ ਤੂੰ ਮੇਰੇ ਵਾਲ ਵਾਹ ਦੇ, ਹੈ ਨਾ। ਹੁਣ ਤੁਸੀਂ ਇਹ ਦੇਖੋ ਵੀ ਉਹ ਮਾਂ ਤੇ ਕੀ ਬੀਤਦੀ ਹੋਊਗੀ ਜਦੋਂ ਉਹਨੂੰ ਲੱਗਿਆ ਕਿ ਵੀ ਪਹਿਲੀ ਵਾਰ ਤਾਂ ਉਹਨੇ ਉਹਦਾ ਸਿਰ ਵਾਹਿਆ। ਆਮ ਤੌਰ ਤੇ ਮਾਵਾਂ ਨੂੰ ਹੁੰਦਾ ਵੀ ਪਹਿਲੀ ਵਾਰ ਵਾਹਿਆ, ਮੁੜ ਕੇ ਪੁੱਤਾਂ ਦਾ ਆਪੇ ਕੰਮ ਚੱਲੀ ਜਾਂਦਾ ਰਹਿੰਦਾ, ਪਰ ਆਖਰੀ ਵਾਰ ਉਹਦਾ ਜੂੜਾ ਗੁੰਦੀ ਪਈ ਹੈ। ਤੇ ਜੇ ਆਪਾਂ ਪਿਓ ਦੀ ਗੱਲ ਕਰੀਏ ਤੇ ਮੋਸਟਲੀ ਤੇ ਇਹੋ ਹੀ ਹੁੰਦਾ ਕਿ ਵੀ ਪਿਓ ਕਿਉਂਕਿ ਵਡੇਰੀ ਉਮਰ ਦਾ ਪਿਓ ਗੁਜ਼ਰ ਜਾਂਦਾ, ਉਦੋਂ ਬਾਅਦ ਇਹ ਕਿਹਾ ਜਾਂਦਾ ਵੀ ਹਾਂਜੀ ਹੁਣ ਪਿਓ ਦੀ ਪੱਗ ਜਿਹੜੀ ਹੈ ਜੀ ਉਹ ਪੁੱਤ ਦੇ ਸਿਰ ਤੇ ਬੰਨ੍ਹ ਦਿਓ ਜਦੋਂ ਅੰਤਿਮ ਰਸਮਾਂ ਹੁੰਦੀਆਂ। ਇਹ ਕਿੰਨਾ ਔਖਾ ਸੀਗਾ ਵੀ ਇੱਕ ਪਿਓ ਖੁਦ ਆਪਣੇ ਪੁੱਤ ਦੇ ਪੱਗ ਬੰਨ੍ਹ ਰਿਹਾ, ਉਹ ਵੀ ਉਦੋਂ ਜਦੋਂ ਉਹਨੇ ਹੁਣ ਸਿਵਿਆਂ ਨੂੰ ਲੈ ਕੇ ਜਾਣਾ ਜੀ। ਪਰ ਇੱਕ ਗੱਲ ਹੈਗੀ ਆ ਵੀ ਤੁਸੀਂ ਦੇਖੋ ਕਿ ਵੀ ਉਹਨਾਂ ਨੇ ਉਹਦੇ ਵਾਲ ਵੀ ਗੁੰਦੇ, ਉਹਦੇ ਪੱਗ ਵੀ ਬੰਨੀ, ਉਹਦੇ ਸਿਹਰਾ ਵੀ ਲਾਇਆ ਜਿਹੜਾ ਕਿ ਵੈਸੇ ਹੀ ਲਾਉਣਾ ਸੀਗਾ, ਤੇ ਜਾਂਦੀ ਵਾਰ ਦੀਆਂ ਮੁੱਛਾਂ ਵੀ ਕੁੰਡੀਆਂ ਕੀਤੀਆਂ। ਉਹਨੇ ਹੈ ਵੀ ਜੇ ਮੇਰਾ ਪੁੱਤ ਵੈਸੇ ਹੀ ਘਰੋਂ ਜਾਂਦਾ ਸੀ ਤੇ ਮੁੱਛ ਉਹਦੀ ਕੁੰਡੀ ਹੁੰਦੀ ਸੀ ਤੇ ਅੱਜ ਕਿੰਨੀ ਹੋਵੇ। ਨਹੀਂ ਇਹ ਭਾਵਨਾਵਾਂ ਨੇ। ਬਾਕੀ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਜਿੱਦਾਂ ਉਹ ਪੱਟ ਤੇ ਥਾਪੀ ਮਾਰਦਾ ਹੁੰਦਾ ਸੀ, ਜਿੱਦਾਂ ਐਂ ਕਰਕੇ ਬਾਂਹ ਖੜੀ ਕਰਦਾ ਹੁੰਦਾ ਸੀ, ਉਹ ਬਾਪੂ ਤਾਂ ਵੀ ਮਰੀ ਜਾਂਦਾ ਤੇ ਉਹ ਵੀ ਕਰੀ ਜਾਂਦਾ। ਤੇ ਜਦੋਂ ਪੱਗ ਲਾ ਕੇ ਲੋਕਾਂ ਦਾ ਧੰਨਵਾਦ ਕੀਤਾ ਜਾਂ ਦੂਸਰੇ ਸ਼ਬਦਾਂ 'ਚ ਲਾ ਲਓ ਕਿ ਇਨਸਾਫ ਮੰਗਿਆ, ਫਿਰ ਸਿੱਧੂ ਮੂਸੇ ਵਾਲੇ ਸ਼ੁਭਦੀਪ ਦੀ ਮਾਤਾ ਨੂੰ ਵੀ ਨਾਲ ਉਹਨੇ ਖੜੇ ਕੀਤਾ ਕਿ ਭਾਈ ਠੀਕ ਹੈ, ਹੌਸਲਾ ਤਾਂ ਡਿੱਗ ਪਿਆ ਪਰ ਆ ਦੇਖਤੇ ਪੁੱਤ ਦੇ ਮਗਰ ਆਏ ਆ। ਉਹ ਆਪਣੇ ਆਪ 'ਚ ਵੱਡੀਆਂ ਚੀਜ਼ਾਂ ਸੀ। ਬਿਲਕੁਲ ਜੀ। ਉਹਦੇ ਵੀ ਕਈ ਮਾਇਨੇ ਲੋਕ ਕੱਢ ਰਹੇ ਆ। ਕੁਝ ਲੋਕ ਕਹਿੰਦੇ ਆ ਵੀ ਉਹ ਵਾਕਈ ਧੰਨਵਾਦ ਕੀਤਾ ਜੀ, ਕੁਝ ਲੋਕ ਇਹਨੂੰ ਇਦਾਂ ਵੀ ਗਿਣਦੇ ਆ ਵੀ ਸ਼ਾਇਦ ਉਹ ਆਪਣੀ ਪੱਗ ਅੱਗੇ ਰੱਖ ਕੇ ਕਹਿੰਦੇ ਵੀ ਮੈਨੂੰ ਮੇਰੇ ਪੁੱਤ ਦਾ ਇਨਸਾਫ ਚਾਹੀਦਾ। ਕੁਝ ਵੀ ਭਾਵਨਾਵਾਂ ਹੋ ਸਕਦੀਆਂ। ਦੇਖੋ ਕਾਰਨ ਇਹ ਆ ਵੀ ਉਹ ਜੋ ਉੱਥੇ ਘਟਿਆ ਵਾਪਰਿਆ ਉਹਦੇ ਜਿੰਨੇ ਕੋ ਮਰਜ਼ੀ ਮਾਇਨੇ ਕੱਢੀ ਜਾਵੇ, ਪਰ ਇਹ ਗੱਲ ਤੇ ਪੱਕੀ ਆ ਵੀ ਉਹ ਹੁਣ ਪੁੱਤ ਵਾਪਸ ਨਹੀਂ ਆਉਣਾ ਜੀ। ਮੈਂ ਕੁਦਰਤੀ ਸੋਚਦਾ ਸੀ ਵੀ ਦੇਖੋ ਅੱਜ ਤੋਂ ਬਾਅਦ ਉਹ ਦਿਨ ਲੰਘ ਗਿਆ ਹੋਊਗਾ, ਦਿਨ ਪੈਂਦੇ ਰਹਿਣੇ, ਹੌਲੀ ਹੌਲੀ ਕੰਮ ਖਤਮ ਹੋ ਜਾਣਾ, ਉਹ ਪੈਲੀਆਂ ਉਹ ਰਹਿਣੀਆਂ, ਉਹ 69-11 ਉਹ ਰਹਿਣਾ। ਤੇ ਜਦੋਂ ਕੱਲ ਨੂੰ ਉਹ ਖੁਦ ਬਾਪੂ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਫਿਰ ਉਹ ਟਰੈਕਟਰ ਲੈ ਕੇ ਉਸੇ ਰਾਹ ਉਸੇ ਪੈਲੀ 'ਚ ਜਾਊਗਾ ਤੇ ਉਹਨੂੰ ਤੇ 19 ਵਾਰੀ ਚੇਤਾ ਆਉਣਾ ਵੀ ਐਸ ਰਾਹ ਤੇ ਇਦਾਂ ਹੀ ਅਸੀਂ ਆਪਣੇ ਪੁੱਤ ਨੂੰ ਲੈ ਕੇ ਗਏ ਸੀ। ਤੇ ਹੋ ਸਕਦਾ ਵੀ ਕੱਲ ਤੱਕ ਉਹ ਆਮ ਲੋਕਾਂ ਨੂੰ ਤਾਂ ਭੁੱਲ ਜਵੇ, ਪਰ ਉਹਨਾਂ ਨੂੰ ਉਸ ਮਿੱਟੀ 'ਚੋਂ ਉਸੇ ਤਰ੍ਹਾਂ ਹੀ ਲੱਭਦਾ ਰਹਿਣਾ। ਨਹੀਂ, ਇਹ ਗੱਲ ਸੰਧਾਲੀਆ ਸਾਹਿਬ ਮੈਂ ਤਾਂ ਕਹਿੰਦਾ ਕਿ ਜਿੱਦਾਂ ਉਹ ਹਵੇਲੀ ਬਣੀ ਸੀ, ਕਿਉਂਕਿ ਸ਼ਾਇਦ ਉਹ ਪੰਜਾਬ ਦਾ ਪਹਿਲੇ ਘਰ ਹੋਣਾ ਜਿਹੜਾ ਲੋਕਾਂ ਨੇ ਨੀਂਹ ਪੱਟਦੀ ਹੁਣ ਤੋਂ ਲੈ ਕੇ ਲੈਂਟਰ ਪੈਂਦੇ ਤੱਕ ਦੇਖਿਆ। ਸੋਸ਼ਲ ਮੀਡੀਆ ਤੇ ਸਾਰੀਆਂ ਵੀਡੀਓ ਚੱਲਦੀਆਂ ਸੀ
ਫੋਟੋ ਲੋਕ ਖਿਚਾਉਣ ਜਾਂਦੇ ਸੀ ਉਦੋਂ ਜੇ ਘਰ ਬਣਦਾ ਹੀ ਸੀ। ਉਹ ਤਾਂ ਜਦੋਂ ਪਰਿਵਾਰ ਉੱਠਿਆ ਪਊਗਾ ਛੱਤ ਦੀਦੀ ਹੈ, ਰਸੋਈ ਦੀਦੀ ਹੈ, ਵਿਹੜਾ ਦੀਦਾ ਆ, ਕੋਈ ਦਰਖਤ ਦੀਦਾ ਹੈ, ਜਾਣੀ ਹਰ ਇੱਕ ਥਾਂ ਤੋਂ ਉਹਨਾਂ ਨੂੰ ਤਾਂ ਉਹੀ ਮੁੰਡਾ ਹੀ ਨਜ਼ਰ ਆਉਣਾ। ਹੁਣ ਮੈਂ ਕਹਿੰਦਾ ਕਿ ਇਹ ਗੱਲ ਵੀ ਸੋਚਣ ਵਿਚਾਰਨ ਵਾਲੀ ਹੈ ਕਿ ਠੀਕ ਹੈ ਕਿਸੇ ਬੰਦੇ ਦੀ ਲਾਗ ਡਾਟ ਹੋਊ, ਕਿਸੇ ਬੰਦੇ ਦੀ ਕੋਈ ਕਹਿੰਦਾ ਹੋ ਕਿ ਉਹਨੇ ਭਾਈ ਆ ਗਲਤੀ ਕਰ ਲਈ ਹੈ ਜੀ, ਉਹਨੇ ਆਹ ਕਰਤੀ ਹੈ, ਪਰ ਹੁੰਦਾ ਕੌਣ ਹੈ? ਕੋਈ ਬੰਦਾ ਆਪੇ ਹੀ ਸਜ਼ਾ ਨਿਰਧਾਰਤ ਕਰਨ ਵਾਲਾ ਭਾਈ ਕਿ ਭਾਈ ਮੈਂ 6 ਗੋਲੀਆਂ ਮਾਰਨੀਆਂ, ਮੈਂ 8 ਗੋਲੀਆਂ ਮਾਰਨੀਆਂ, ਮੈਂ ਐਂ ਕਰ ਦੇਣਾ, ਮੈਂ 25 ਗੋਲੀਆਂ ਮਾਰਨੀਆਂ। ਸੰਧਾਲੀਆ ਸਾਹਿਬ ਕਿਸੇ ਵੀ ਤਰੀਕੇ ਇਸ ਕਤਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੜੀਆਂ ਸਿਆਸੀ ਪਾਰਟੀਆਂ ਦੇ ਲੀਡਰ ਆਏ ਉੱਥੇ, ਗੁਰਪ੍ਰੀਤ ਸਿੰਘ ਬਣਾ ਵਾਲੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਵੀ ਸ਼ਾਮੀ ਜਿਹੇ ਆਏ, ਵੜਿੰਗ ਸਾਹਿਬ ਆਏ, ਮਲੂਕਾ ਸਾਹਿਬ ਆਏ, ਸਾਰੇ ਬੰਦੇ ਆਏ। ਬਣਾ ਵਾਲੀ ਹੋਰੀ ਆਮ ਆਦਮੀ ਪਾਰਟੀ ਦੇ ਨੇ, ਮਲੂਕਾ ਸਾਹਿਬ ਅਕਾਲੀ ਦਲ ਦੇ ਨੇ, ਵੜਿੰਗ ਸਾਹਿਬ ਕਾਂਗਰਸ ਦੇ ਨੇ, ਕਾਂਗਰਸ ਦੇ ਹੋਰ ਵੀ ਬੜੇ ਲੀਡਰ ਆਏ, ਸਿਮਰਨਜੀਤ ਸਿੰਘ ਮਾਨ ਸਾਹਿਬ ਆਏ। ਉਹ ਤਾਂ ਦੂਜੀ ਵਾਰੀ ਆਏ ਨਾ, ਇੱਕ ਵਾਰੀ ਪਹਿਲਾਂ ਵੀ ਆਏ ਤੇ 2 ਵਾਰੀ ਉਹਨਾਂ ਨੇ ਉੱਥੇ ਚੱਕਰ, ਹੋਰ ਵੀ ਕਈ ਲੀਡਰ, ਨਾ ਸਾਰਿਆਂ ਦੇ ਜੇ ਨਾ ਲੈ ਸਕੀਏ ਤਾਂ ਵੱਖਰੀ ਗੱਲ ਹੈ। ਹੁਣ ਤੁਸੀਂ ਦੇਖੋ ਕਿ ਇਹਨਾਂ ਦੇ ਵਿੱਚੋਂ ਬਹੁਤੇ ਬੰਦੇ ਕੋਈ 10 ਸਾਲ MLA, ਕੋਈ 15 ਸਾਲ MLA, ਕੋਈ ਹੁਣੇ ਹੀ MLA, ਜ਼ਿੰਮੇਵਾਰੀ ਤਾਂ ਸਾਰਿਆਂ ਦੀ ਹੈ। ਹੁਣ ਜਿਹੜਾ ਬੰਦਾ ਮਾਨਸੇ ਦੇ ਉਸ ਮੂਸੇ ਪਿੰਡ ਦੇ ਵਿੱਚ ਮੰਨ ਲਓ ਕਿ ਦਿਹਾੜੀ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਕੁਛ ਕਰਦਾ ਹੈ, ਕੋਈ ਬੀਬੀ ਘਰੇ ਹੀ ਕੰਮ ਕਰਦੀ ਹੈ, ਜਿਹੜੀ ਉਹਨਾਂ ਨੇ ਤਾਂ ਗੈਂਗਸਟਰ ਨਹੀਂ ਪੈਦਾ ਕੀਤੇ, ਉਹਨਾਂ ਨੇ ਤਾਂ ਕੁਛ ਵੀ ਨਹੀਂ ਪੈਦਾ ਕੀਤਾ। ਉਹ ਤਾਂ ਜਿੰਨਾ ਕੁ ਕਮਾਉਂਦੇ ਆ ਰੋਟੀ ਖਾ ਲੈਂਦੇ ਆ। ਉਹਨਾਂ ਦੀ ਤਾਂ ਆਪਦੀ ਡਿਊਟੀ ਹੈ ਕਿ ਭਾਈ ਉਹ ਅਮਨ ਕਾਨੂੰਨ ਦੀ ਪਾਲਣਾ ਕਰਨ, ਜੋ ਕਾਨੂੰਨੀ ਸਥਿਤੀ ਹੈ। ਤੇ ਇਹ ਲੀਡਰਸ਼ਿਪ ਦੀ ਡਿਊਟੀ ਹੈ, ਚਾਹੇ ਮੌਜੂਦਾ ਆਮ ਆਦਮੀ ਪਾਰਟੀ ਵਾਲੇ, ਚਾਹੇ ਪਿਛਲੀ ਵਾਰੀ ਵਾਲੇ, ਕਿ ਭਾਈ ਇਹ ਕਿਉਂ ਕਲਚਰ ਪੈਦਾ ਹੋ ਗਿਆ। ਕਿਸੇ ਬੰਦੇ ਦੀ ਇਦਾਂ ਕਿੱਦਾਂ ਹਿੰਮਤ ਹੋ ਜਾਏ ਕਿ ਭਾਈ ਉਹ ਕਿਸੇ ਬੰਦੇ ਦੀ ਰੇਕੀ ਕਰਾ ਕੇ ਆ ਗੋਲੀਆਂ ਮਾਰ ਕੇ ਉਹਨੂੰ ਭੁੰਨ ਜਾਏ ਤੇ ਫਿਰ ਮੁੜ ਕੇ ਬਜ਼ੁਰਗ ਮਾਂ-ਬਾਪ ਇਸ ਤਰੀਕੇ ਦੇ ਨਾਲ ਦਸਤਾਰ ਬੰਨਣ, ਉਹਨਾਂ ਦਾ ਜੂੜਾ ਕਰਨ, ਉਹਨਾਂ ਦੀਆਂ ਮੁੱਛਾਂ ਸੈੱਟ ਕਰਨ ਕਿ ਭਾਈ ਚੱਲ ਹੁਣ ਤੈਨੂੰ ਅਗਨ ਭੇਂਟ ਕਰ ਦਿੰਨੇ ਆ। ਯਾਨੀ ਇਹਦੇ ਲਈ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੈਅ ਕਰਨੀ ਪਊਗੀ। ਮੈਨੂੰ ਤਾਂ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਸਿੱਧੂ ਮੂਸੇਵਾਲੇ ਹੋਰਾਂ ਦੇ ਕਰੋੜਾਂ ਪ੍ਰਸ਼ੰਸਕ ਨੇ, ਅੱਜ ਉਹ ਇਕੱਲੇ ਰਹਿ ਜਾਣ, ਉਹਦੇ ਮਾਂ-ਬਾਪ। ਹੋ ਸਕਦਾ ਸ਼ਰਧਾਂਜਲੀ ਸਮਾਰੋਹ ਤੱਕ ਆਉਣ ਜਾਣ ਲੱਗਾ ਰਹੇ ਅਫਸੋਸ ਵਾਲਿਆਂ ਦਾ, ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਇਕੱਲੇ ਰਹਿ ਜਾਣ, ਕਿਉਂਕਿ ਸਾਡੀ ਪੰਜਾਬੀਆਂ ਦੀ ਆਦਤ ਹੈ ਅਸੀਂ 5, 7, 8 ਦਿਨ ਬਹੁਤ ਚੇਤੇ ਕਰਦੇ ਹਾਂ, ਸਾਰੇ ਜਣੇ ਇਕੱਠੇ ਹੀ ਚੇਤੇ ਕਰਦੇ ਹਾਂ, ਫਿਰ ਇਕੱਠੇ ਭੁੱਲ ਜਾਂਦੇ ਹਾਂ, ਫਿਰ ਪਰਿਵਾਰ ਮੁੜ ਕੇ ਇਕੱਲਾ ਹੀ ਰਹਿ ਜਾਂਦਾ। ਹੁਣ ਜਿਸ ਗੋਲੀਬਾਰੀ ਦਾ ਸ਼ਿਕਾਰ ਉਹ ਹੋਇਆ, ਜਿਸ ਤਰ੍ਹਾਂ ਦੇ ਕਲਚਰ ਦਾ ਉਹ ਸ਼ਿਕਾਰ ਹੋ ਗਿਆ ਕਿ ਭਾਈ ਗੋਲੀਆਂ ਮਾਰ ਦਿਓ, ਤਬਾਹ ਕਰ ਦਿਓ, ਫਰੌਤੀ ਦੇ ਦਿਓ, ਮੈਨੂੰ ਲੱਗਦਾ ਕਿ ਜੇ ਉਹਦੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ ਦੇ ਫੈਨ ਜਿਹੜੇ ਨੇ, ਜਿਹੜੇ ਧਾਹਾਂ ਮਾਰਦੇ ਆ, ਜਿਹੜੇ ਦੁਨੀਆ ਭਰ ਤੋਂ ਇਹ ਕਹਿੰਦੇ ਆ ਕਿ ਭਾਈ ਆ ਕੀ ਵਾਪਰ ਗਿਆ, ਜੇ ਤਾਂ ਉਹ ਸਿੱਧੂ ਮੂਸੇਵਾਲਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਆ, ਮੈਂ ਕਹਿੰਦਾ ਕਿ ਬਾਕੀ ਸਾਰੀਆਂ ਕਮੀਆਂ ਬੇਸ਼ੀਆਂ ਕਮਜ਼ੋਰੀਆਂ ਛੱਡ ਦਈਏ, ਤਾਂ ਭਾਈ ਤੁਸੀਂ ਅਹਿਦ ਕਰੋ ਥੋੜਾ ਜਿਹਾ ਚੰਗੇ ਤਰੀਕੇ ਨਾਲ, ਕਿਉਂਕਿ ਉਹ ਪੰਜਾਬ ਦੇ ਟਿੱਬਿਆਂ ਦੀ ਗੱਲ ਕਰਦਾ ਸੀ, ਪੰਜਾਬ ਦੇ ਖੇਤਾਂ ਦੀ ਗੱਲ ਕਰਦਾ ਸੀ, ਟਰੈਕਟਰ ਦੀ ਗੱਲ ਕਰਦਾ ਸੀ, ਖੇਤੀ ਦੀ ਗੱਲ ਕਰਦਾ ਸੀ ਕਿ ਭਾਈ ਸਾਡੀ ਖੇਤੀ ਗਰਕ ਚੱਲੀ ਆ, ਸਾਡੇ ਖੇਤਾਂ ਦੇ ਵਿੱਚ ਬੂਟੇ ਚਾਹੀਦੇ ਆ। ਸਿੱਧੂ ਮੂਸੇਵਾਲੇ ਦੇ ਨਾਂ ਤੇ ਇੱਕ ਬੂਟਾ ਲਾਓ, ਪਹਿਲੀ ਗੱਲ ਉਹਨੂੰ ਪਾਲੋ, ਸਾਲ 'ਚ ਇੱਕ ਅੱਧੀ ਵਾਰੀ ਉਹਦੇ ਟੱਬਰ ਨੂੰ ਮਿਲਣਾ, ਉਹ 2 ਵਾਰੀ ਆ ਜਾਓ, ਜੇ ਨੇੜੇ ਰਹਿੰਦੇ ਹੋ ਤਾਂ 2 ਮਹੀਨੇ ਆ ਜਾਓ, ਕਿਉਂਕਿ ਜੇ ਤੁਸੀਂ ਸਾਰੇ ਸਾਲ 'ਚ ਵੀ ਇੱਕ ਗੇੜਾ ਮਾਰੋ ਤਾਂ ਰੋਜ਼ ਕੋਈ ਨਾ ਕੋਈ ਉਹਨਾਂ ਦੇ ਘਰੇ ਆਓ, ਉਹਨਾਂ ਦਾ ਮਨ ਉਧਰੇ ਪਊਗਾ। ਦੂਸਰੀ ਗੱਲ ਸੰਧਾਲੀਆ ਸਾਹਿਬ, ਆ ਜਿਹੜਾ ਗੈਂਗ ਕਲਚਰ ਜਿਹਾ ਸ਼ੁਰੂ ਹੋ ਗਿਆ, ਕਿੰਨੇ ਲੋਕ ਹੋਣਗੇ ਇਹਦੇ ਵਿੱਚ ਇਨਵੋਲਵ? 500, 400, 300 ਕਿ 1000? ਪੰਜਾਬੀ ਤਾਂ ਪੰਜਾਬ 'ਚ 3.25 ਕਰੋੜ ਵਸਦਾ। ਜੇ ਮੰਨ ਲਓ ਲੱਖ ਬੰਦਾ ਵੀ ਇਸ ਕੰਮ ਦੇ ਵਿੱਚ ਇਨਵੋਲਵ ਆ, 1 ਲੱਖ ਬੰਦਾ ਵੀ, ਤਾਂ ਵੀ 274 ਲੱਖ ਬੰਦਾ ਖਿਲਾਫ ਆ, ਤੇ ਅਸੀਂ 274 ਲੱਖ ਬੰਦਾ ਉਸ 1 ਲੱਖ ਬੰਦੇ ਨੂੰ ਨਹੀਂ ਨੱਪ ਸਕਦੇ। ਤੇ ਜੇ ਅਸੀਂ ਅਜੇ ਵੀ ਨਾ ਨੱਪ ਸਕੇ, ਕਿਉਂਕਿ ਹੁਣ ਚੈਨਲਾਈਜ਼ ਕਰਨ ਦੀ ਲੋੜ ਹੈ ਸਿੱਧੂ ਮੂਸੇਵਾਲੇ ਨੂੰ, ਨਹੀਂ ਤਾਂ ਗੁਆਚ ਜਾਣਾ ਉਹਨੇ, ਬੜੇ ਗੁਆਚੇ ਅੱਗੇ ਬੰਦੇ। ਆਪਾਂ ਇੱਕਦਮ ਰੋਸੇ ਚਾਹੁੰਦੇ ਆ, ਮੁੜ ਕੇ ਕੋਈ ਬੰਦਾ ਪੱਠੇ ਵੱਢਣ ਲੱਗ ਪੈਂਦਾ, ਕੋਈ ਬੰਦਾ ਫੈਕਟਰੀ ਵਾਲ ਨੂੰ ਲੱਗ ਪੈਂਦਾ, ਕਿਸੇ ਨੇ ਆਪਣੇ ਨਿੱਕੇ ਨਿਆਣੇ ਦਾ ਦੇਖਣਾ, ਉਹ ਬੰਦੇ ਰੋਜ਼ ਰੋਣਗੇ, ਸਾਨੂੰ ਚੇਤਾ ਭੁੱਲ ਜੂਗਾ। ਪਰ ਜੇ ਤਾਂ ਆਪਾਂ ਚਾਹੁੰਦੇ ਆ, ਕਿਉਂਕਿ ਉਹ ਖੇਤਾਂ ਦੀ ਗੱਲ ਕਰਦਾ ਸੀ, ਟਰੈਕਟਰ ਦੀ ਗੱਲ ਕਰਦਾ ਸੀ, ਖੇਤੀ ਦੀ ਗੱਲ ਕਰਦਾ ਸੀ, ਲਿਆ ਦਿਓ ਨੇਰੀਆਂ ਕਿ ਦੁਨੀਆ ਸਾਰੀ ਉਮਰ ਸਿੱਧੂ ਮੂਸੇਵਾਲੇ ਨੂੰ ਚੇਤੇ ਰੱਖੇ ਕਿ ਭਾਈ ਸਿੱਧੂ ਮੂਸੇਵਾਲੇ ਦਾ ਇੱਕ ਕਾਲ ਹੋਇਆ ਸੀ 4 ਸਾਲ ਦਾ, 18 ਤੋਂ 22 ਤੱਕ, ਬਹੁਤ ਸਾਰੇ ਲੋਕ ਉਹਦੇ ਚਾਹਣ ਵਾਲੇ ਸੀ, ਐਨ ਚੜ੍ਹਦੀ ਉਮਰੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਦੁਨੀਆ ਤੋਂ ਚਲਾ ਗਿਆ ਉਹ। ਪਰ ਉਹਦੇ ਤੋਂ ਬਾਅਦ ਉਹਦੇ ਪ੍ਰਸ਼ੰਸਕ ਇੰਨੇ ਪੱਕੇ ਨਿਕਲੇ, ਉਹਨਾਂ ਨੇ ਖੇਤਾਂ ਦਾ ਸਾਥ ਨਹੀਂ ਛੱਡਿਆ, ਬੰਨਿਆਂ ਦੇ ਉੱਤੇ ਬੂਟੇ ਲਾ ਕੇ ਪੰਜਾਬ ਹਰਿਆ ਭਰਿਆ ਕਰਤਾ। ਤੇ ਦੂਸਰਾ ਐਸੇ ਮੁਸਤੈਦ ਹੋਏ, ਕਿਉਂਕਿ ਚਲਾ ਦਿਓ ਹੈਸ਼ਟੈਗ ਭਾਈ ਕਿ ਭਾਈ ਆਪਾਂ ਨਹੀਂ ਪੰਜਾਬ 'ਚ ਕੋਈ ਗੋਲੀ ਚੱਲਣ ਦੇਣੀ,
ਹੋਰ ਕਿਸੇ ਪਿਓ ਨੂੰ ਆਪਾਂ ਇਦਾਂ ਦੀ ਦੁਖਦਾਇਕ ਹਾਲਤ ਦੇ ਵਿੱਚ ਨਹੀਂ ਰਹਿਣ ਦੇਣਾ ਕਿ ਉਹਨੂੰ ਆਪਦੇ ਜਵਾਨ ਪੁੱਤ ਦੇ ਸਿਰ ਦੇ ਉੱਤੇ ਪੱਗ ਆਪ ਬੰਨਣੀ ਪਵੇ ਕਿ ਭਾਈ ਚੱਲ ਤੈਨੂੰ ਸ਼ਮਸ਼ਾਨ ਘਾਟ ਛੱਡ ਕੇ ਆਉਨੇ ਆ। ਜੇ ਤਾਂ ਇਦਾਂ ਚੈਨਲਾਈਜ਼ ਥੋੜਾ ਜਿਹਾ ਕਰ ਲੈਣ, ਕਿਉਂਕਿ ਕਰ ਸਕਦੇ ਆ, ਤਾਕਤ ਬੜੀ ਇਹਨਾਂ ਦੇ ਕੋਲੇ ਸੋਸ਼ਲ ਮੀਡੀਆ ਦੀ, ਜੇ ਕਰ ਲੈਣ ਤਾਂ ਵਧੀਆ। ਨਹੀਂ ਤਾਂ ਨਫ਼ਰਤ ਭਰੇ ਬੋਲ, ਕੁਝ ਸੋਗ ਵਾਲੇ ਬੋਲ ਕਿਤੇ 4 ਦਿਨਾਂ ਦੇ ਵਿੱਚ ਸਿਵੇ ਦੇ ਨਾਲ ਹੀ ਠੰਡੇ ਨਾ ਹੋ ਜਾਣ। ਇਹ ਹੋ ਸਕਦਾ, ਬਿਲਕੁਲ ਹੋ ਸਕਦਾ, ਕਿਉਂਕਿ ਦੇਖੋ ਕਾਰਨ ਇਹ ਆ ਵੀ ਅਜੇ ਬੰਦਾ ਗਿਆ, ਮੇਰਾ ਖਿਆਲ ਵੀ ਅਜੇ ਕੱਲ ਉਹਦਾ ਸੰਸਕਾਰ ਹੋਇਆ, ਅਜੇ ਉਹਦੇ ਫੁੱਲ ਵੀ ਚੁਗੇ ਜਾਣੇ ਆ, ਤੇ ਉਦੋਂ ਪਹਿਲਾਂ ਹੀ ਜੇ ਡੌਲਿਆਂ ਤੇ ਉਹਦੇ ਟੈਟੂ ਬਣ ਸਕਦੇ ਆ, ਉਹਦੀ ਉਹ ਤਰੀਕ ਨਾਲ ਦੀ ਨਾਲ ਖੁਣਵਾਈ ਜਾ ਸਕਦੀ ਵੀ ਕਿਸ ਤਰੀਕ ਨੂੰ ਸਾਡਾ ਉਹ ਜਿਹੜਾ ਗਾਇਕ ਸੀਗਾ ਦੁਨੀਆ ਤੋਂ ਚਲੇ ਗਿਆ। ਹੋਰ ਤੇ ਹੋਰ ਮੋਹਾਲੀ ਕੋਲੇ ਇੱਕ ਮੁੰਡਾ ਅਜੇ ਵੀ ਕਹਿੰਦੇ ਹਸਪਤਾਲ 'ਚ ਮੁੱਦੇ ਮੂੰਹ ਪਿਆ, 17 ਕੁ ਸਾਲਾਂ ਦਾ, ਦਵਾਈ ਖਾ ਲਈ। ਮਾਂ ਪਿਓ ਲਾਗੇ ਖਲੋਤੇ ਆ ਤੇ ਉਹ ਪੁੱਛਦੇ ਵੀ ਗੱਲ ਕਿ ਉਹ ਕਹਿੰਦੇ ਜੀ ਸਾਨੂੰ ਤੇ ਪਤਾ ਨਹੀਂਗਾ, ਇਹ ਗੀਤ ਲਿਖਦਾ ਜਿਹਾ ਹੁੰਦਾ ਸੀ, ਨਾਲੇ ਸੁਣਦਾ ਹੁੰਦਾ ਸੀ, ਮੂਸੇ ਵਾਲੇ ਦਾ ਫੈਨ ਸੀਗਾ, ਤੇ ਪਤਾ ਨਹੀਂ ਖਾਨੀ ਉਹਦੀ ਗੱਲ ਸੁਣ ਲਈ ਤੇ ਉਦੋਂ ਬਾਅਦ ਦਿਲ ਤੇ ਲਾ ਗਿਆ ਤੇ ਇਹਨੇ ਕੀ ਸੋਚਿਆ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਕਿਸ ਲੈਵਲ ਤੱਕ ਦੱਸ ਰਿਹਾ ਵੀ ਉਹ ਕਿੰਨਾ ਸ਼ਿੱਦਤ ਨਾਲ ਚਾਹੁੰਦਾ ਹੋਊਗਾ ਵੀ ਉਹਨੂੰ ਇੰਨਾ ਧੱਕਾ ਲੱਗਾ ਵੀ ਉਹ ਚਲ ਗਿਆ ਤੇ ਮੈਂ ਜੀ ਕੇ ਕੀ ਕਰਨਾ। ਇਹਦਾ ਮਤਲਬ ਇਮੋਸ਼ਨਲੀ ਤਾਂ ਬਹੁਤ ਹਰੇਕ ਦੇ ਉੱਪਰ ਉਹਦਾ ਅਸਰ ਆ। ਹਾਂ, ਗੱਲ ਤੁਹਾਡੀ ਸਹੀ ਹੈ ਵੀ ਉਹਨੂੰ ਹੁਣ ਪੋਜ਼ਿਟਿਵ ਪੱਖ ਤੋਂ ਚੈਨਲਾਈਜ਼ ਕਰਨਾ ਕਿ ਜਾਂ ਨੈਗੇਟਿਵ ਪੱਖ ਤੋਂ ਕਰਨਾ, ਉਹਨੇ ਫਿਰ ਹੁਣ ਅਗਲਾ ਫਿਊਚਰ ਤੈਅ ਕਰਨਾ ਵੀ ਹੋਊਗਾ ਕੀ। ਇਹ ਸੰਧਾਲੀਆ ਸਾਹਿਬ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਪਿਛਲੇ ਸਮੇਂ 'ਚ ਦੇਖਿਆ ਜਿੱਦਣ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਨਾ, ਸੈਂਕੜੇ ਲੋਕ, ਹਜ਼ਾਰਾਂ ਲੋਕ ਸੀਗੇ ਟੂਰਨਾਮੈਂਟ ਦੇਖਦੇ, ਮੁੰਡਾ ਮਾਰ ਦਿੱਤਾ। ਮੈਨੂੰ ਅਜੇ ਤੱਕ ਚੇਤੇ ਆ ਜਿੱਦਣ ਸ਼ਮਸ਼ਾਨ ਘਾਟ ਦੇ ਵਿੱਚ ਉਹਨੂੰ ਅੰਤਿਮ ਵਿਦਾਇਗੀ ਦਿੱਤੀ ਸੀ, ਉਹਦੇ ਛੋਟੇ ਛੋਟੇ ਬੱਚੇ ਸੀ 2, ਉਹ ਲਾਗੇ ਖੇਡਦੇ ਨਿਆਣੇ ਨੂੰ ਅੱਜ ਨਹੀਂ ਪਤਾ, ਭੜਕ ਲੱਗੂਗਾ ਕਿ ਭਾਈ ਉਦੋਂ ਸਾਡਾ ਪਿਓ ਚਲੇ ਗਿਆ, ਹੁਣ ਤਾਂ ਵੀਡੀਓ ਦੇਖਣੀ ਉਹਨਾਂ ਨੇ। ਉਹ ਬੜੇ ਛੋਟੇ ਛੋਟੇ ਬੱਚੇ ਸੀ, ਕਿਸੇ ਨੇ ਇੱਦਾਂ ਉਂਗਲੀ ਫੜੀ ਜਾਂ ਉਹ ਮੂਵਮੈਂਟਸ ਜਿਹੜੇ ਸੀ ਉਦੋਂ ਲੱਗਦਾ ਸੀ ਕਿ ਇਹ ਉਹ ਲਮਹੇ ਨੇ, ਉਹ ਪਲ ਨੇ ਕਿ ਇਹਦੇ ਤੋਂ ਬਾਅਦ ਅਸੀਂ ਪੰਜਾਬੀਆਂ ਨੇ ਉੱਠ ਖੜਨਾ ਕਿ ਭਾਈ ਇੱਦਾਂ ਕਿੱਦਾਂ ਹੋ ਸਕਦਾ, ਕਿਸੇ ਦੀ ਕਿੱਦਾਂ ਹਿੰਮਤ ਪੈ ਜਾਵੇ ਕਿ ਭਾਈ ਤੁਸੀਂ ਬੰਦਾ ਮਾਰ ਜਾਓ। ਤੁਹਾਡੀ ਲਾਗਡਾਟਾ 20 ਕੋਸ਼ਾ ਕਬੱਡੀ ਦੀ ਆ, ਕਿਸੇ ਹੋਰ ਚੀਜ਼ ਦੀ ਆ, ਤੁਸੀਂ ਬਹਿ ਕੇ ਗੱਲ ਕਰੋ, ਤੁਸੀਂ ਅਦਾਲਤਾਂ ਦਾ ਸਹਾਰਾ ਲਓ। ਤੁਹਾਨੂੰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਕਿਹਨੇ ਅਧਿਕਾਰ ਦੇ ਦਿੱਤਾ ਕਿ ਤੁਸੀਂ ਬੰਦਾ ਮਾਰ ਜਾਓ? ਦਿਨ 5-7 ਨਿਕਲੇ, ਧਰਨਾ ਵੀ ਲੱਗਾ, ਬਹੁਤ ਕੁਛ ਹੋਇਆ, ਉਹਦੇ ਤੋਂ ਬਾਅਦ ਸਾਰੇ ਅਸੀਂ ਕੰਮੀ ਧੰਦੀ ਲੱਗ ਗਏ। ਕਿੰਨਾ ਕੁ ਚੇਤਾ ਰਿਹਾ ਕਿਤੇ? ਖਦਸ਼ਾ ਸਿਰਫ ਇਸੇ ਗੱਲ ਦਾ ਹੈ ਕਿ ਅੱਜ ਤੁਸੀਂ ਇੱਕ ਰਾਹ ਦੇ ਉੱਤੇ ਹੋ ਕਿ ਸਿੱਧੂ ਮੂਸੇ ਵਾਲੇ ਨਾਲ ਧੱਕਾ ਹੋਇਆ, ਉਹਦਾ ਕਤਲ ਹੋਇਆ, ਉਹਦੇ ਮਾਂ-ਬਾਪ ਉਸ ਘਟਨਾ ਦੇ ਕਰਕੇ ਅੱਜ ਲੱਖਾਂ ਤੋਂ ਕੱਖਾਂ ਦੇ ਹੋ ਗਏ, ਅਰਬਾਂ ਰੁਪਈਏ ਹੁਣ ਉਹਨਾਂ ਦੇ ਕੋਲੇ, ਹਵੇਲੀਆਂ ਦੀਆਂ 10 ਹੁਣ, ਜਦ ਮੁੰਡੇ ਨੇ ਆਣ ਕੇ ਬਾਹਰ ਹੀ ਨਹੀਂ ਖੜਕਾਉਣਾ ਘਰ ਦਾ, ਉਹ ਖਾਣ ਨੂੰ ਆਉਣੀਆਂ। ਇਸ ਕਰਕੇ ਸੰਧਾਲੀਆ ਸਾਹਿਬ ਜੀ ਅੱਜ ਚੈਨਲਾਈਜ਼ ਹੋ ਗਏ, ਸਿੱਧੂ ਮੂਸੇ ਵਾਲਾ ਜਿਉਂਦਾ ਰਹੂਗਾ ਸਾਰੀ ਉਮਰ, ਉਹਦੇ ਮਾਂ-ਬਾਪ ਨੂੰ ਲੱਗੂਗਾ ਕਿ ਨਹੀਂ ਭਾਈ ਸਾਡਾ ਪੁੱਤ ਜਦੋਂ ਚੜ੍ਹਾਈ ਸੀ ਉਦੋਂ ਹੀ ਚੜ੍ਹਾਈ ਨਹੀਂ ਸੀ। ਅੱਜ ਵੀ ਉਹਦੇ ਚਾਹੁਣ ਵਾਲੇ ਜਿਹੜੇ ਆ ਸਾਡੇ ਕੋਲੇ ਆਉਂਦੇ ਆ, ਸਾਨੂੰ ਇਕੱਲਾਪਣ ਥੋੜਾ ਜਿਹਾ ਘੱਟ ਮਹਿਸੂਸ ਹੁੰਦਾ, ਨਹੀਂ ਤਾਂ ਤੁਸੀਂ ਦੇਖਿਓ ਬਾਹਰ ਖੜਕਾਉਣ ਵਾਲਾ ਨਹੀਂ ਹੁੰਦਾ ਕੋਈ। ਦੇਖੋ ਇਹ ਜੋ ਘਟਨਾ ਵਾਪਰੀ ਹੈ ਇਹਦੇ ਤੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਹੁਣ ਅਗਲੀਆਂ ਚੱਲਦੀਆਂ ਪਈਆਂ। ਇੱਕ ਤੇ ਖਾਸ ਕਰਕੇ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਕਈ ਚਰਚਾਵਾਂ ਨੇ, ਕੋਈ ਕਹਿੰਦਾ ਜੀ 20 ਗੋਲੀਆਂ ਸੀ, ਕੋਈ ਕਹਿੰਦਾ 24 ਸੀ, ਕੋਈ ਕਹਿੰਦਾ 25 ਸੀ। ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਵੀ ਸ਼ਾਇਦ ਬਾਕੀ ਜ਼ਖਮ ਹੋ ਸਕਦੇ ਆ ਵੱਧ, ਪਰ ਉਹਦੇ 'ਚ ਸ਼ਾਇਦ ਗੋਲੀਆਂ ਜਿਹੜੀਆਂ ਵੱਜੀਆਂ ਉਹ 7 ਸੀਗੀਆਂ, ਜਿਸ 'ਚੋਂ 6 ਆਰ-ਪਾਰ ਹੀ ਹੋ ਗਈਆਂ। ਇੱਕ ਸ਼ਾਇਦ ਬਾਅਦ 'ਚ ਡਾਕਟਰਾਂ ਨੇ ਕੱਢੀ ਹੈ, ਉਹ ਵੀ ਉਹਨਾਂ ਦੇ ਫੇਫੜੇ ਨੂੰ ਤੇ ਲੀਵਰ ਨੂੰ ਬਿਲਕੁਲ ਹੀ ਡੈਮੇਜ ਕਰਤਾ ਸੀ। ਇਸ ਤੋਂ ਇਲਾਵਾ ਬਲੱਡ ਲਾਸ ਕਾਫੀ ਹੋ ਗਿਆ ਕਿਉਂਕਿ ਟਾਈਮ ਬੜਾ ਲੱਗ ਗਿਆ ਸੀ, ਇਸ ਕਰਕੇ ਉਹਨਾਂ ਦੀ ਮੌਤ ਹੋਈ। ਕਾਰਨ ਕੋਈ ਵੀ ਰਿਹਾ ਹੋਵੇ, ਕਰ ਲਿਆ ਵੀ ਉਹ ਬੰਦਾ ਦੁਨੀਆ ਤੇ ਹੈ ਨਹੀਂ। ਫਿਰ ਚੱਕਰ ਹੀ ਚੱਲਦਾ ਵੀ ਹਾਂਜੀ ਹੁਣ ਇਨਸਾਫ ਕਿੱਦਾਂ? ਇਨਸਾਫ ਦੇ ਲਈ ਇੱਕ ਗ੍ਰਿਫਤਾਰੀ ਕਹਿੰਦੇ ਆ ਵੀ ਦਿੱਲੀ 'ਚ ਹੋਈ ਹੈ ਲਾਰੈਂਸ ਬਿਸ਼ਨੋਈ ਦੀ, ਉਹ ਸਪੈਸ਼ਲ ਸੈੱਲ ਕਿਉਂਕਿ ਦਿੱਲੀ ਪੁਲਿਸ ਦਾ, ਉਹਨਾਂ ਨੇ ਉਹਨੂੰ ਰਿਮਾਂਡ ਤੇ ਲਿਆ। ਹਾਲਾਂਕਿ ਉਹਨੇ ਪਹਿਲਾਂ ਆਪਣੇ ਵੱਲੋਂ ਕੋਸ਼ਿਸ਼ ਵੀ ਕੀਤੀ ਸੀ ਵੀ ਹਾਂਜੀ ਜੇ ਰਿਮਾਂਡ ਤੇ ਲਿਆ ਜਾਣਾ, ਪੁੱਛਗਿੱਛ ਹੋਵੇ ਤੇ ਉਹ ਐਨਕਾਊਂਟਰ ਵਾਲੇ ਪਾਸੇ ਨਾ ਚਲੀ ਜਾਵੇ, ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੁੱਛਗਿੱਛ ਹੋ ਜਾਵੇ। ਉੱਤੇ ਤਾਂ ਉਹਨਾਂ ਨੇ ਕਹਿਤਾ ਵੀ ਹਾਂਜੀ ਆਪਣੇ ਤਾਂ ਉੱਤੇ ਰਿਮਾਂਡ ਮਿਲ ਗਿਆ, ਸ਼ਾਇਦ ਹੁਣ ਪੰਜਾਬ ਪੁਲਿਸ ਵੀ ਰਿਮਾਂਡ ਮੰਗੂਗੀ। ਫਿਰ ਰਹਿ ਗਈ ਗੱਲ ਵੀ ਉਹ ਕਾਰਾਂ ਜਿਹਨੇ ਬੰਦੇ ਨੇ ਪ੍ਰੋਵਾਈਡ ਕਰਾਈਆਂ ਸੀ, ਉਹ ਬੰਦਾ ਕੋਈ ਮਨਪ੍ਰੀਤ ਮੰਨਾ ਕਰਕੇ ਕਹਿੰਦੇ ਆ, ਉਹਨੂੰ ਗ੍ਰਿਫਤਾਰ ਕਰ ਲਿਆ। ਦੇਖੋ ਸੰਧਾਲੀਆ ਸਾਹਿਬ ਗੱਲ ਕੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਮਾਰਿਆ, ਚਾੜਿਆ ਗੱਡੀ ਸ਼ਬਦ ਵਰਤ ਲੈਂਦੇ ਉਹ ਬੰਦਾ, ਜਾਣੀ ਕਿ ਆ ਸਾਰੀ ਘਟਨਾਕ੍ਰਮ ਕਿ ਗੋਲੀਆਂ ਚਲਾ ਕੇ ਅਸੀਂ ਬੰਦਾ ਲੋਥ ਬਣਾਤਾ ਤੇ ਉਹਦੀ ਜ਼ਿੰਮੇਵਾਰੀ ਲੈ ਲਈ ਸੀ। ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਪਹਿਲਾਂ ਉਹ NIA ਅਦਾਲਤ ਦੇ ਵਿੱਚ ਗਿਆ ਕਿ ਮੈਨੂੰ ਜਿਹਨਾਂ ਨੇ ਮਾਰ ਦੇਣਾ, ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦੇਣਾ, ਮੈਨੂੰ ਇੱਥੋਂ ਨਾ ਲਿਜਾਇਓ। ਉਹ ਕਹਿੰਦੇ ਜੀ ਸਾਡੇ ਅਧਿਕਾਰ ਖੇਤਰ ਦਾ ਵਿਸ਼ਾ ਨਹੀਂ, ਸੂਬਾ ਸਰਕਾਰ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ। ਫਿਰ ਦਿੱਲੀ ਹਾਈਕੋਰਟ ਚਲਾ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਨੇ ਹੁਣ ਮੈਨੂੰ ਲਿਜਾਣਾ ਹੈ, ਮੇਰੇ ਤੋਂ ਪੁੱਛਗਿੱਛ ਕਰਨੀ ਹੈ। ਦਿੱਲੀ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਤੀ ਸੀ, ਉਹਨਾਂ ਨੇ ਪਾ ਦੀ ਪਟੀਸ਼ਨ ਪਾਈ, ਇੰਨੀ ਦੇਰ ਨੂੰ ਰਿਮਾਂਡ ਮਿਲ ਗਿਆ, ਹੁਣ ਦਿੱਲੀ ਪੁਲਿਸ ਲੈ ਗਈ ਹੈ। ਇਹ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਪੁਲਿਸ ਨੂੰ ਉੱਥੋਂ ਲਿਜਾਣ ਦੀ ਕੋਸ਼ਿਸ਼ ਕਰੂਗੀ ਕਿ ਟ੍ਰਾਂਜ਼ਿਟ ਰਿਮਾਂਡ ਜਿਹੜਾ ਸਾਨੂੰ ਮਿਲ ਜਾਏ ਕਿ ਸਾਡੇ ਸੂਬੇ ਦੇ ਵਿੱਚ ਵੀ ਅਸੀਂ ਇਹਦੇ ਤੋਂ ਪੁੱਛਗਿੱਛ ਕਰਨੀ। ਹੋ ਸਕਦਾ ਉੱਥੇ ਜਾ ਕੇ ਪੁੱਛਗਿੱਛ ਕਰੇ ਹੁਣ, ਕਿਉਂਕਿ ਉਹ ਤਾਂ ਅੰਦਰ ਹੀ ਆ, ਉਹਦੇ ਤੋਂ ਕਿਹੜਾ ਲਿਆ ਕੇ ਮੌਕਾ ਦਿਖਾ ਲੈਣਾ
ਪਰ ਇੰਨੀ ਗੱਲ ਜ਼ਰੂਰ ਹੈ, ਜੇ ਲਾਰੈਂਸ ਬਿਸ਼ਨੋਈ ਜਾਂ ਉਹਦੇ ਗਰੁੱਪ ਦਾ 9 ਦੇ ਪਾਉਣ ਜੋਗਾ ਵੀ ਹੱਥ ਹੈਗਾ, ਸੰਧਾਲੀਆ ਸਾਹਿਬ, ਫਿਰ ਇਕੱਲਾ ਇੰਨਾ ਹੀ ਪਤਾ ਲਾਉਣ ਦੀ ਲੋੜ ਨਹੀਂ ਕਿ ਇਹ ਸਾਜ਼ਿਸ਼ ਕਿੰਨੇ ਘੜੀ, ਕਿਹਨੇ ਪੈਸੇ ਦਿੱਤੇ, ਕਿਸ ਰਾਹੀਂ ਦਿੱਤੇ, ਕਿਹੜੇ ਫੋਨ ਤੋਂ ਲਾਰੈਂਸ ਬਿਸ਼ਨੋਈ ਗੱਲਾਂ ਕਰਦਾ ਸੀ, ਕਿਹਦੇ ਨਾਲ ਕਰਦਾ ਸੀ, ਹੁਕਮ ਕਿਹਨੂੰ ਦਿੱਤਾ। ਮੈਂ ਕਹਿੰਦਾ ਕਿ ਇੱਕ ਵਾਰੀ ਜਿੱਦਾਂ ਆਪਾਂ ਬੋਰੀ ਨਹੀਂ ਉਧੇੜੀ ਦੀ ਕਿ ਦੂਜੇ ਪਾਸੇ ਉਧੇੜੇ ਤਾਂ ਕੱਲਾ ਕੱਲਾ ਇਦਾਂ ਕਰਨਾ ਪੈਂਦਾ, ਐਂ ਫੜ ਕੇ ਇੱਕੋ ਵਾਰੀ ਧਾਗਾ ਨਿਕਲ ਜਾਂਦਾ, ਮਸ਼ੀਨੀ ਸਿਲਾਈ ਹੁੰਦੀ ਹੈ ਨਾ, ਉਹ ਬੋਰੀ ਉਧੇੜਨੀ ਚਾਹੀਦੀ ਹੈ। ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ 'ਚ ਕਿੰਨੇ ਕਤਲ ਹੋਏ ਆ, ਹਰਿਆਣੇ 'ਚ ਕਿੰਨੇ ਕਤਲ ਹੋਏ ਆ। ਇੱਕ ਗੱਲ ਸੰਧਾਲੀਆ ਸਾਹਿਬ, ਕੋਈ ਮੰਨੇ ਨਾ ਮੰਨੇ, ਕੋਈ ਵੀ ਨਿਆਣਾ ਆਪ ਗੈਂਗਸਟਰ ਨਹੀਂ ਬਣਦਾ। ਕਈ ਵਾਰੀ ਉਹ ਕਹਿੰਦੇ ਹੁੰਦੇ ਸਾਡੇ ਨਾਲ ਧੱਕਾ ਹੋਇਆ ਜੀ, ਅਸੀਂ ਫਿਰ ਤਾਂ ਕਰਕੇ ਬਣ ਗਏ, ਇੱਕ ਪੱਖ ਹੋ ਸਕਦਾ। ਕਈ ਵਾਰੀ ਇਹ ਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਜਿਨ੍ਹਾਂ ਲੋਕਾਂ ਨੇ ਨੋਟ ਲੈਣੇ ਹੁੰਦੇ ਆ, ਉਹ ਕਹਿੰਦੇ ਜੀ ਕੋਈ ਗੱਲ ਨਹੀਂ ਕਾਕਾ, ਚੱਕ ਦੇ ਫੱਟੇ, ਗੱਲ ਕਿਹੜੀ ਹੈ। ਜੇ 'ਚ ਹੌਸਲਾ ਵੱਧ ਹੋਵੇ ਉਹਨੂੰ ਵੀ ਉਂਗਲ ਲਾਉਂਦੇ ਆ। ਜਿਹਦੇ ਕੋਲ ਇਦਾਂ ਦੀ ਗੱਲ ਹੋਵੇ ਕਿ ਭਾਈ ਉਹਦੇ ਵਿੱਚ ਜ਼ੋਰ ਬੜਾ ਹੈ, ਜਿੱਧਰ ਮਰਜ਼ੀ ਧੁੱਸ ਦੇ ਕੇ ਵੜ ਜਾਂਦਾ ਹੈ, ਉਹਨੂੰ ਵੀ ਕਹਿੰਦੇ ਕੋਈ ਗੱਲ ਨਹੀਂ, ਬੈਠੇ ਆ ਤੇਰੇ ਪਿੱਛੇ, ਕੋਈ ਗੱਲ ਨਹੀਂ, 4 ਚਪੇੜਾਂ ਜਿਹਦੇ ਮਰਜ਼ੀ ਮਾਰ ਦੇ। ਤੇ ਮੁੜ ਕੇ ਫਿਰ ਵਾਧਾ ਅਗਲੇ ਨੂੰ ਇੰਨਾ ਹੀ ਅੱਗੇ ਵਧਾ ਦੇਣਾ ਸ਼ਹਿ ਦੇ ਕੇ ਕਿ ਮੁੜ ਕੇ ਪਿਛਾਂਹ ਮੁੜਨ ਜੋਗੇ ਨਾ ਰਹੇ। ਜਾਣੀ ਕਿ ਇਸ ਗੱਲ ਦਾ ਪਤਾ ਲਾਉਣਾ ਖਾਸ ਤੌਰ ਦੇ ਉੱਤੇ ਪੰਜਾਬ ਦੀ ਧਰਤੀ ਤੇ ਬਹੁਤ ਜ਼ਰੂਰੀ ਹੈ ਕਿ ਇੱਕ ਮਾਂ ਨੇ ਆਪਦੇ ਪੁੱਤ ਨੂੰ ਜਨਮ ਦਿੱਤਾ, ਧੀ ਨੂੰ ਜਨਮ ਦਿੱਤਾ, ਉਹਨੂੰ ਗੜੀਰਨਾ ਲੈ ਕੇ ਦਿੱਤਾ, ਉਹਨੂੰ ਖਿਡੌਣੇ ਲੈ ਕੇ ਦਿੱਤੇ, ਉਹਨੂੰ ਪਹਿਲੀ ਜਮਾਤ 'ਚ ਪਾਇਆ, ਉਹਨੂੰ 6ਵੀਂ 'ਚ ਪਾਇਆ, ਉਹਨੂੰ 11ਵੀਂ 'ਚ ਪਾਇਆ। 11ਵੀਂ ਤੱਕ ਕੋਈ ਗੈਂਗਸਟਰ ਨਹੀਂ ਹੁੰਦਾ। ਉਹਦੇ ਤੋਂ ਬਾਅਦ ਕਿਹਦੀ ਸੂਬਤ 'ਚ ਪੈ ਗਿਆ ਵੀ ਉਹ ਜਿੰਨੇ ਵੀ ਗੈਂਗਸਟਰ ਨੇ ਆਮ ਘਰਾਂ ਦੇ ਵਿੱਚੋਂ ਨੇ, ਮੈਨੂੰ ਨਹੀਂ ਲੱਗਦਾ ਕੋਈ ਅਮੀਰ ਘਰ ਦੇ ਵਿੱਚੋਂ ਆ। ਉੱਥੋਂ ਅੱਗੇ ਉਹ ਕਿਹਦੇ ਨਾਲ ਤੁਰਨ ਫਿਰਨ ਲੱਗ ਪਿਆ, ਕਿਹੜਾ ਕਹਿਣਾ ਪਿਆ, ਆਇਓ ਬਈ ਰੈਲੀ 'ਚ ਆਉਣਾ, ਆਇਓ ਬਈ ਰੋਡ ਸ਼ੋਅ 'ਚ ਜਾਣਾ, ਆਇਓ ਬਈ ਕਬਜ਼ਾ ਲੈਣਾ, ਖਿਡੌਣੇ ਬਣਾਉਣੇ ਆ ਤੁਹਾਨੂੰ, ਗੱਲ ਕਿਹੜੀ ਆ, ਬੈਠੋ ਕਾਰ 'ਚ ਘੁੰਮੋ ਜਿੱਥੇ ਜਾਣਾ, ਕੋਈ ਗੱਲ ਨਹੀਂ, ਥਾਣੇਦਾਰ ਦੇ ਬਰੋਬਰ ਕੁਰਸੀ ਤੁਹਾਡੀ ਬੈਠੂ। ਸੰਧਾਲੀਆ ਸਾਹਿਬ, ਨਾ ਆਪਾਂ ਬਦਲਦੇ ਦੇਖਦੇ ਹਾਂ, ਹੁਣ ਆਹ ਗਰੁੱਪ ਆ ਗਿਆ, ਹੁਣ ਆਹ ਗਰੁੱਪ ਆ ਗਿਆ, ਆਹ ਆ ਗਿਆ, ਉੱਪਰੋਂ ਤਾਰਾਂ ਜਿਹੜੀਆਂ ਕੱਸਣ ਵਾਲੇ, ਢਿੱਲੀਆਂ ਕਰਨ ਵਾਲੇ ਚਾਹੁੰਦੀ ਆ, ਜੇ ਉਹਨਾਂ ਤੱਕ ਕਿਤੇ ਪਹੁੰਚ ਹੋ ਜਵੇ, ਪੰਜਾਬ ਦੇ ਵਿੱਚ ਆ ਗੈਂਗਵਾਰ ਜੀ ਦਾ ਫਸਤਾ ਜਿਹੜਾ ਵੱਢਿਆ ਜਾ ਸਕਦਾ, ਨਹੀਂ ਤਾਂ ਕੰਮ ਉਦਾਂ ਹੀ ਚੱਲਣਾ। ਤਾਂ ਫਿਰ ਮੂਸੇ ਵਾਲੇ ਢੈਂਦੇ ਰਹਿਣਗੇ ਉਨੀ ਦੇਰ ਲਈ। ਇਹ ਬਿਲਕੁਲ ਢੈਂਦੇ ਰਹਿਣਗੇ। ਹੁਣ ਨਾ ਇੱਕ ਇਹ ਬੜੀ ਚਰਚਾ ਚੱਲ ਪਈ ਆ ਕਿ ਜੀ ਸਿਕਿਉਰਿਟੀ ਇਹਨੂੰ ਵੀ ਚਾਹੀਦੀ, ਉਹਨੂੰ ਵੀ ਚਾਹੀਦੀ, ਖਾਸ ਕਰਕੇ ਪੋਲੀਟੀਕਲ ਪਾਰਟੀਆਂ ਵਾਲੇ ਲੀਡਰ ਸਾਹਿਬਾਨ ਜਿਹੜੇ ਆ ਉਹ ਵੀ ਇਹ ਕਹਿਣ ਲੱਗ ਪਏ ਜੀ ਹਾਂ ਜੀ ਆਹ ਸਿਕਿਉਰਿਟੀ ਚਾਹੀਦੀ ਜੀ, ਫਲਾਣੇ ਨੂੰ ਵੀ ਚਾਹੀਦੀ ਜੀ, ਇਹਦੀ ਸਿਕਿਉਰਿਟੀ ਘਟਾਤੀ। ਮਨਦੀਪ ਮੰਨਾ ਹੋ ਰਹੀ ਅੰਮ੍ਰਿਤਸਰ ਵਾਲੇ, ਉਹ ਕਹਿੰਦੇ ਵੀ ਆਹ ਜਿਹੜਾ ਕੰਮ ਚੱਲਣ ਲੱਗ ਪਿਆ ਵੀ ਹਾਂਜੀ ਕਿਸੇ ਦਾ ਤੇ ਪੁੱਤ ਤੁਰ ਗਿਆ ਤੇ ਆਪਾਂ ਉਹਦੇ ਤੇ ਆਪਣੀ ਸਿਕਿਉਰਿਟੀ ਭਾਲਦੇ ਫਿਰੀਏ, ਇਹਦੇ ਨਾਲ ਇਹ ਨਹੀਂ ਕੀਤਾ ਜਾਣਾ ਚਾਹੀਦਾ ਵੀ ਪੰਜਾਬ ਹੀ ਸੁਰੱਖਿਅਤ ਹੋਵੇ, ਵੀ ਕਿਸੇ ਨੂੰ ਸਿਕਿਉਰਿਟੀ ਦੀ ਲੋੜ ਹੀ ਨਾ ਹੋਵੇ। ਗੱਲ 'ਚ ਲੌਜਿਕ ਤਾਂ ਹੈਗਾ ਵੀ ਜੇ ਆਪਾਂ ਨੂੰ ਇੱਕ ਬਹਾਨਾ ਲੱਭਦਾ ਵੀ ਹਾਂ ਅੱਛਾ ਯਾਰ ਆਪਣੇ ਉੱਥੋਂ ਨੇ ਬੰਦੇ ਲੈ ਲਏ ਸੀ, ਜਾਂ ਆਪਣੇ ਕੋਲੇ ਬੰਦੇ ਘੱਟ ਆ, ਜਾਂ ਆਪਣੇ ਕੋਲੇ ਬੰਦੇ ਹੈ ਨਹੀਂ, ਤੇ ਇਸ ਬਹਾਨੇ ਨਾਲ ਆਪਾਂ ਵੀ ਚਿੱਠੀ ਲਾ ਦਈਏ ਵੀ ਹੋ ਮੈਨੂੰ ਤਾਂ ਇਹ ਬੜਾ ਖਤਰਾ। ਉਹ ਕਹਿੰਦੇ ਵੀ ਜੇ ਤੁਹਾਡੀ ਪਹੁੰਚ ਆ, ਜੇ ਤੁਸੀਂ ਉੱਪਰ ਤੱਕ ਪਹੁੰਚ ਰੱਖਦੇ ਹੋ, ਅੱਜ ਨਹੀਂ ਕੱਲ੍ਹ ਨੂੰ ਕੁਰਸੀ ਤੁਹਾਡੇ ਕੋਲੇ ਆਉਣੀ, ਜਾਂ ਅੱਜ ਵੀ ਤੁਹਾਡੇ ਕੋਲੇ ਕੁਰਸੀ ਹੈਗੀ ਜਾਂ ਪਹੁੰਚ ਹੈਗੀ ਆ, ਤੇ ਉਸ ਪਹੁੰਚ ਦਾ ਇਸਤੇਮਾਲ ਇਹ ਕਰੀਏ ਵੀ ਜਿਹੜੇ ਪੂਰੇ ਪੰਜਾਬ 'ਚ ਲੋਕ ਵਸਦੇ ਉਹ ਸਾਰੇ ਸੁਰੱਖਿਅਤ ਰਹਿਣ, ਬਜਾਏ ਕਿ ਆਪਾਂ ਆਪਣੇ ਲਈ ਬੰਦੇ ਰੱਖੀਏ। ਇਹ ਜ਼ਰੂਰੀ ਹੈ। ਸੰਧਾਲੀਆ ਸਾਹਿਬ, ਲਗਾਤਾਰ ਇਦਾਂ ਦੀਆਂ ਘਟਨਾਵਾਂ ਹੁਣ ਘਟੀਆਂ। ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾਂ ਸਾਬਕਾ ਉਪ ਮੁੱਖ ਮੰਤਰੀ OP ਸੋਨੀ ਸਾਹਿਬ ਨੇ ਪਟੀਸ਼ਨ ਲਾਈ ਅਦਾਲਤ 'ਚ ਕਿ ਭਾਈ ਮੈਨੂੰ ਸੁਰੱਖਿਆ ਚਾਹੀਦੀ ਹੈ, ਖਤਰਾ ਹੋ ਸਕਦਾ। ਵੀਰ ਸਿੰਘ ਲਪੋਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਨੇ ਪਟੀਸ਼ਨ ਲਾਈ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ DGP ਸਾਹਿਬ ਨੂੰ ਬੇਨਤੀ ਕੀਤੀ ਕਿ ਭਾਈ ਜੇ ਮੇਰੇ ਜਾਂ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੈ, ਸੁਰੱਖਿਆ ਚਾਹੀਦੀ ਹੈ। ਹੋਰ ਵੀ ਬੜੇ ਬੰਦਿਆਂ ਨੇ ਇਹ ਗੱਲਾਂ ਆਖੀਆਂ, ਕਿਸੇ ਨੇ ਅਦਾਲਤ ਨੂੰ, ਕਿਸੇ ਨੇ ਸਰਕਾਰ ਨੂੰ, ਕਿਸੇ ਨੇ ਪੁਲਿਸ ਦੇ ਮੁਖੀ ਨੂੰ, ਕਿ ਭਾਈ ਸਾਡਾ ਔਖਾ ਹੋ ਜਾਣਾ, ਸਾਨੂੰ ਸੁਰੱਖਿਆ ਚਾਹੀਦੀ ਹੈ, ਅਸੀਂ ਖਤਰੇ ਦੇ ਵਿੱਚ ਹਾਂ। ਤੇ ਹਵਾਲਾ ਆ ਦਿੱਤਾ ਗਿਆ ਕਿ ਆਹ ਘਟਨਾ ਤੁਹਾਡੇ ਸਾਹਮਣੇ ਘਟੀ ਹੈ। ਜੇ ਆਪਾਂ ਕਹੀਏ ਕਿ ਪੰਜਾਬ ਦਾ ਮਾਹੌਲ ਠੀਕ ਹੈ ਤਾਂ ਠੀਕ ਨਹੀਂ, ਇਹ ਉਹਨਾਂ ਦਾ ਕਹਿਣਾ ਹੈ। ਤੇ OP ਸੋਨੀ ਸਾਹਿਬ ਦੀ ਪਟੀਸ਼ਨ ਦੇ ਉੱਤੇ ਤਾਂ ਅਦਾਲਤ ਨੇ ਪੁੱਛਿਆ ਵੀ ਸਰਕਾਰ ਨੂੰ ਕਿ ਤੁਹਾਡੇ ਤੋਂ RTI ਦੇ ਰਾਹੀਂ ਕਿਸੇ ਨੇ ਜਾਣਕਾਰੀ ਮੰਗੀ ਸੀ ਕਿ ਜਿਸ ਤਰੀਕੇ ਤੁਸੀਂ ਇਕੱਲੇ ਬੰਦੇ ਦਾ ਨਾਂ ਲਿਖ ਕੇ ਮੋਹਰਿਓ ਗਨਮੈਨ ਕਿੰਨੇ ਵਾਪਸ ਲਏ ਤੇ ਜਿਪਸੀਆਂ ਕਿੰਨੀਆਂ ਵਾਪਸ ਲਈਆਂ, ਕਿ ਉਹ ਜਨਤਕ ਕਿਉਂ ਹੋਇਆ? ਉਹ ਤਾਂ ਸਿਕਿਉਰਿਟੀ ਦਾ ਮਸਲਾ ਸੀ। ਤੁਸੀਂ ਕਿਹੜੇ ਆਧਾਰ ਦੇ ਉੱਤੇ ਸਿਕਿਉਰਿਟੀ ਵਾਪਸ ਲਈ? ਰਿਪੋਰਟ ਦਿਓ, ਆਣ ਕੇ ਦੱਸੋ ਮੌਜੂਦਾ ਹਾਲਾਤ ਕੀ ਨੇ, ਪਿਛਲੇ ਹਾਲਾਤਾਂ ਦੇ ਉੱਤੇ ਸਾਨੂੰ ਰਿਪੋਰਟ ਦਿਓ। ਹੁਣ ਸਰਕਾਰ ਆਪਣੇ ਸਰਕਾਰੀ ਵਕੀਲਾਂ ਦੇ ਰਾਹੀਂ ਅਦਾਲਤ ਦੇ ਵਿੱਚ ਕੀ ਕਹਿੰਦੀ ਆ, ਕੀ ਨਹੀਂ ਕਹਿੰਦੀ, ਇਹ ਤਾਂ ਬਾਅਦ ਵਿੱਚ ਪਤਾ ਲੱਗੂ। ਪਰ ਸੰਧਾਲੀਆ ਸਾਹਿਬ, ਕਿੰਨੇ ਕੁ ਬੰਦਿਆਂ ਨੂੰ ਸੁਰੱਖਿਆ ਦਿੱਤੀ ਜਾ ਸਕਦੀ ਹੈ? ਇਹ ਗੱਲ ਮੰਨੇ ਹੋਰਾਂ ਦੀ ਠੀਕ ਹੈ ਕਿ ਪੰਜਾਬ ਸੁਰੱਖਿਅਤ ਕਰਨਾ ਪਊ। ਪੰਜਾਬ 'ਚ 150 ਪਿੰਡ ਸ਼ਹਿਰ ਨੇ ਵੱਡੇ ਤੇ ਛੋਟੇ ਕਸਬੇ, ਉਹ 150 ਦੇ ਕਰੀਬ ਜਿਹੜੇ ਪਿੰਡ ਸ਼ਹਿਰ ਦੇ ਵਿੱਚ ਕਾਰੋਬਾਰੀ, ਕਿਸੇ 'ਚ 10 ਛੋਟੇ ਸ਼ਹਿਰ 'ਚ, ਕਿਸੇ 'ਚ 20, ਕਿਸੇ 'ਚ 25 ਵੱਡੇ ਕਾਰੋਬਾਰੀ ਹੁੰਦੇ ਆ। ਵੱਡੇ ਸ਼ਹਿਰਾਂ 'ਚ ਸੈਂਕੜੇ ਬੰਦੇ ਹੁੰਦੇ ਆ। ਹਰ ਇੱਕ ਦੇ ਨਾਲ ਸੁਰੱਖਿਆ ਕਰਮੀ ਲਾ ਦਿਆਂਗੇ, ਪੈਸੇ ਤਾਂ ਉਹ ਕਮਾਉਂਦੇ ਆ, ਕਾਰੋਬਾਰ ਉਹ ਕਰਦੇ ਆ, ਉਹਨਾਂ ਦੇ ਨਿੱਕੇ ਨਿਆਣੇ ਪੜ੍ਹਨ ਜਾਂਦੇ ਆ, ਸਾਰਾ ਕੁਝ ਹੁੰਦਾ ਹੈ।
ਤੇ ਜਦੋਂ ਉਹਨਾਂ ਨੂੰ ਧਮਕੀਆਂ ਆਉਂਦੀਆਂ ਤੇ ਉਹਨਾਂ ਦੇ ਕੋਲੇ ਫਿਰ ਚਾਰਾ ਕੋਈ ਨਹੀਂ ਹੁੰਦਾ ਚੁੱਪ ਕਰਕੇ ਅਗਲੇ ਦੇ ਮੂਹਰੇ ਨੋਟ ਢੇਰੀ ਕਰਨ ਤੋਂ ਬਿਨਾਂ। ਤੇ ਜੇ ਉਹ ਸਾਰੀ ਚੀਜ਼ ਨੂੰ ਸੁਰੱਖਿਅਤ ਨਾ ਕੀਤਾ ਗਿਆ, ਆਪਾਂ ਨੂੰ ਲੱਖ ਕਹੀਏ। ਹੁਣ ਦੇਖੋ ਤੁਸੀਂ ਵੱਡੇ ਵੱਡੇ ਕਾਰੋਬਾਰੀ ਨੇ, ਸੰਧਾਲੀਆ ਸਾਹਿਬ ਆਮ ਹੀ ਹੁੰਦਾ ਕਿ ਉਹਨਾਂ ਨੇ ਆਪਣੇ ਨਿਆਣੇ ਫਿਰ ਬਾਹਰ ਭੇਜ ਦਿੱਤੇ ਆ, ਉਹਨਾਂ ਦੇ ਤਾਂ ਕਾਰੋਬਾਰ ਉੱਥੇ ਸੈੱਟ ਨੇ। ਬੜੀ ਵਾਰੀ ਵਿਦੇਸ਼ਾਂ ਦੇ ਵਿੱਚ ਬੈਠੇ ਬੰਦੇ ਵੀ ਕਹਿੰਦੇ ਹੁੰਦੇ ਆ ਯਾਰ ਜਿਨ੍ਹਾਂ ਦਾ ਉੱਥੇ ਕੰਮ ਠੀਕ ਆ ਨਾ ਉਹਨੂੰ ਨਹੀਂ ਆਉਣਾ ਚਾਹੀਦਾ। ਹੁਣ ਕੋਈ ਕਹਿ ਕੇ ਦਿਖਾਲੇ ਇਸ ਘਟਨਾ ਤੋਂ ਬਾਅਦ, ਸਿੱਧੂ ਮੂਸੇਵਾਲੇ ਦਾ ਕੰਮ ਤਾਂ ਠੀਕ ਸੀ, ਉਹਦੇ ਕੋਲ 4 ਰੁਪਈਏ ਵੀ ਸੀ, ਉਹਦੇ ਕੋਲ ਸਾਧਨਾਂ ਦੀ ਕੋਈ ਥੁੜ ਨਹੀਂ ਸੀ, ਉਹਦਾ ਤਾਂ ਇੱਕ ਸ਼ੋਅ ਲੱਖਾਂ ਲੱਖਾਂ ਡਾਲਰਾਂ ਦੇ ਵਿੱਚ ਸੇਲ ਹੁੰਦਾ ਸੀ, ਉਹਨੂੰ ਤਾਂ ਕੋਈ ਲੋੜ ਨਹੀਂ ਸੀ। ਪਰ ਜਿੰਨੀ ਦੇਰ ਕੰਨਾਂ ਦੇ ਵਿੱਚ ਠਾਠੂ ਦਾ ਖੜਾਕ ਪੈਂਦਾ ਰਹਿਣਾ ਉਨੀ ਦੇਰ ਤਾਂ ਫਿਰ ਠੀਕ ਹੀ ਆ ਕੰਮ। ਨਹੀਂ, ਸੋ ਆਸ ਕਰਦੇ ਹਾਂ ਵੀ ਇਹ ਸਾਰੇ ਕੁਝ ਨੂੰ ਸਿਆਸਤ ਤੋਂ ਥੋੜਾ ਜਿਹਾ ਪਾਸੇ ਕਰਕੇ ਜੇ ਤੇ ਸੀਰੀਅਸ ਅਪਰੋਚ ਹੋਵੇ ਹਰੇਕ ਦੀ, ਚਾਹੇ ਉਹ ਰਾਜ ਕਰਦੀ ਧਿਰ ਹੈ ਚਾਹੇ ਵਿਰੋਧੀ ਧਿਰਾਂ ਨੇ, ਜੇ ਸੀਰੀਅਸ ਅਪਰੋਚ ਹੋਊਗੀ ਤੇ ਫਿਰ ਸ਼ਾਇਦ ਇਹਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ। ਤੇ ਜੇ ਆਪਾਂ ਇਹੀ ਲੱਭਣਾ ਵੀ ਹਾਂ ਯਾਰ ਇਹ ਚੋਂ ਮੈਨੂੰ ਕੀ ਫਾਇਦਾ ਹੁੰਦਾ, ਕੋਈ ਗੱਲ ਨਹੀਂ, 4 ਦਿਨ ਦੇ ਰੌਲੇ ਰੱਪੇ, ਜੇ ਆਪਣਾ ਜੁਗਾੜ ਸੈੱਟ ਹੁੰਦਾ ਤੇ ਕਰ ਲਈਏ, ਮੁੜ ਕੇ ਜੋ ਮਰਜ਼ੀ ਉਹ ਦੇਖੀ ਜਾਊ। ਇਹ ਸਾਰੇ ਕੁਝ 'ਚ ਇੱਕ ਆਪਾਂ ਚੱਕਰ ਹੋਰ ਜ਼ਿਕਰ ਕਰ ਲਈਏ ਵੀ ਮੇਰਾ ਖਿਆਲ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਲਾ ਲਓ ਜਾਂ ਵੈਸੇ ਲਾ ਲਓ, ਬੜਾ ਜ਼ਿਕਰ ਕੀਤਾ ਗਿਆ ਜੀ। ਇੱਕ ਹੋਰ ਸਿੰਗਰ ਸਾਹਿਬਾਨ ਨੇ ਜੀ, ਉਹਨਾਂ ਦਾ ਨਾਂ ਆ ਗਿਆ ਜੀ, ਉਹਨਾਂ ਨੂੰ ਧਮਕੀ ਚੱਲ ਗਈ ਜੀ, ਹੁਣ ਦੇਖੋ ਕੀ ਬਣਦਾ ਜੀ, ਉਹਨਾਂ ਦਾ ਨਾਂ ਆ ਗਿਆ ਜੀ ਇਸ ਕਤਲ ਕੇਸ ਦੇ ਵਿੱਚ। ਮਨਕੀਰਤ ਔਲਖ ਹੋਰਾਂ ਦੀ ਗੱਲ ਕਰਦਾ, ਉਹ ਬੰਦਾ ਲਾਈਵ ਹੋਇਆ, ਉਹ ਕਹਿੰਦੇ ਦੇਖੋ ਯਾਰ ਪਹਿਲਾਂ ਵੀ ਮੇਰੇ ਤੇ ਤੁਸੀਂ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਹੋ, ਮੈਂ ਕਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਹੁਣ ਵੀ ਕਹਿੰਦੇ ਵੀ ਪਤਾ ਨਹੀਂ ਕਿਹੜਾ ਕੋਈ ਮੈਨੇਜਰ ਮੇਰਾ ਕਿੱਧਰੋਂ ਜੋੜੀ ਜਾਂਦਾ ਕਿਸੇ ਦੇ ਨਾਲ, ਵੀ ਇਦਾਂ ਦੀ ਗੱਲ ਕੋਈ ਨਹੀਂ, ਪਹਿਲਾਂ ਪਤਾ ਕਰ ਲਿਆ ਕਰੋ ਵੀ ਗੱਲ ਹੈ ਕੀ ਵਿੱਚੋਂ। ਉਹ ਕਹਿੰਦੇ ਵੀ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਨਹੀਂ ਛੱਡਦੇ ਤੁਸੀਂ, ਵੀ ਉਹ ਐਂ ਕਰਦਾ ਜੀ ਜਿਉਂ ਕਰਦਾ ਜੀ, ਐਂ ਕਰਦਾ ਜਿਉਂ ਕਰਦਾ, ਉਹ ਤੁਰ ਗਿਆ, ਹੁਣ ਮੇਰੇ ਦੁਆਲੇ ਹੋ ਗਏ ਹੋ। ਉਹ ਕਹਿੰਦੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਭਾਈ ਜੋ ਜਿਵੇਂ ਜਿੰਨਾ ਵੀ ਹੈਗਾ, ਜਿਹੜੇ ਵੀ ਸਿੰਗਰ ਨੇ, ਚਾਹੇ ਮੂਸੇਵਾਲਾ ਸੀ ਚਾਹੇ ਮੈਂ ਆ, ਵੀ ਅਸੀਂ ਆਪਣੀ ਮਿਹਨਤ ਨਾਲ ਬਣੇ ਆ, ਵੀ ਅਸੀਂ ਇਹੋ ਜਿਹੇ ਕੰਮਾਂ ਨਾਲ ਨਹੀਂ ਬਣੇ, ਕਿਰਪਾ ਕਰਕੇ ਸਾਡਾ ਖਹਿੜਾ ਛੱਡ ਦਿਓ, ਜੋ ਜਿਵੇਂ ਜਿੱਦਾਂ ਕੰਮ ਚੱਲਦਾ ਜਾਂ ਜਿਹਨੇ ਜੋ ਵੀ ਕਰਨੀ ਉਹ ਉੱਥੇ ਹੋਵੇ, ਨਾ ਕਿ ਮੀਡੀਆ ਟਰਾਇਲ ਚੱਲਦਾ ਹੋਵੇ। ਹੁਣ ਦੇਖੋ ਇੱਕ ਬੰਦੇ ਨੂੰ ਲਾਈਵ ਹੋ ਕੇ ਇਹ ਗੱਲ ਕਹਿਣੀ ਪਵੇ, ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਰਿਸਪੌਂਸੀਬਿਲਟੀ ਬਾਕੀ ਅਦਾਰਿਆਂ ਨੂੰ ਵੀ ਵੇਖਣੀ ਚਾਹੀਦੀ ਹੈ ਵੀ ਜੇ ਉਹ ਕਿਤੇ ਨਾ ਕਿਤੇ ਗੱਲ ਕੋਈ ਚੱਲਦੀ ਆ ਤੇ ਉਹਦੀ ਔਥੈਂਟਿਸਿਟੀ ਕਿੰਨੀ ਕੁ ਹੈ। ਕਿਉਂਕਿ ਆਪਣੇ ਇੱਕ ਇਹ ਬੜੀ ਹੋੜ ਚੱਲ ਗਈ ਨਾ ਵੀ ਇੱਕ ਗੱਲ ਅੱਧੀ ਕੁ ਪਤਾ ਲੱਗਦੀ, 3-4 ਆਪਾਂ ਕੋਲੋਂ ਬਣਾ ਲੈਂਦੇ ਹਾਂ, ਉਹ ਨਹੀਂ ਕੰਮ ਹੋਣਾ ਚਾਹੀਦਾ। ਸੰਧਾਲੀਆ ਸਾਹਿਬ ਜਦੋਂ ਨਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਉਹਦੇ ਤੋਂ ਬਾਅਦ ਇੱਕ ਤਾਂ ਜ਼ਿੰਮੇਵਾਰੀ ਲਈ ਗਈ ਸੋਸ਼ਲ ਮੀਡੀਆ ਤੇ, ਹੁਣ ਤਾਂ ਕੰਮ ਸੁਖਾਲਾ ਹੈ ਨਾ ਥੋੜ੍ਹਾ ਜਿਹਾ। ਅੱਗੇ ਚਿੱਠੀਆਂ ਸੜਦੇ ਹੁੰਦੇ ਸੀ ਕਿ ਅਸੀਂ ਜ਼ਿੰਮੇਵਾਰੀ ਲੈਣੀ, ਅਸੀਂ ਇਹ ਕੰਮ ਕੀਤਾ। ਹੁਣ ਤਾਂ ਜਿੱਥੇ ਮਰਜ਼ੀ ਬੈਠੇ 4 ਅੱਖਰ ਟਾਈਪ ਹੀ ਕਰਨੇ ਆ, ਉੱਥੇ ਕਿਹੜਾ ਤੁਸੀਂ ID ਕਾਰਡ ਨਾਲ ਲਾਉਣਾ, ਤੁਹਾਡੀ ਕੋਈ ਔਥੈਂਟੀਫਿਕੇਸ਼ਨ ਜਿਹੜੀ ਕਿਸੇ ਨੇ ਜਾਂਚ ਪੜਤਾਲ ਕਰਨੀ ਨਾ। ਹੁਣ ਤੁਸੀਂ ਦੇਖੋ 2 ਮੁੜ ਕੇ ਜਿਹੜੇ ਗਰੁੱਪ ਸੀ ਉਹਨਾਂ ਨੇ ਕਿਹਾ ਸੀ, ਹੁਣ ਉਹ ਕਿਹਨੇ ਲਿਖਿਆ ਕਿਹਨੇ ਨਹੀਂ ਲਿਖਿਆ ਉੱਥੇ ਕਿਹੜਾ ਪਤਾ, ਉਹ ਕਿਹੜਾ ਸਰਕਾਰੀ ਦਫ਼ਤਰ ਦੇ ਵਿੱਚੋਂ ਚਿੱਠੀ ਜਾਰੀ ਹੋਈ ਆ ਕਿ ਪੱਕੀ ਆ ਜੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਮਨਕੀਰਤ ਔਲਖ ਅੰਦਰੂਨੀ ਜਾਣਕਾਰੀਆਂ ਸਾਥੀ ਕਲਾਕਾਰਾਂ ਦੀਆਂ, ਸਾਥੀ ਜਾਣੀ ਕਿ ਜਿਹੜੇ ਉਹਦੇ ਫੀਲਡ ਦੇ ਬੰਦੇ ਨੇ, ਉਹ ਜੀ ਇਦਾਂ ਕਰਦਾ, ਉਹਦਾ ਹੱਥ ਹੈ ਜੀ ਇਹਦੇ ਪਿੱਛੇ। ਸਾਨੂੰ ਨਹੀਂ ਪਤਾ ਉਹ ਕਿਹਨੇ ਲਿਖਿਆ ਕਿਹਨੇ ਨਹੀਂ ਲਿਖਿਆ, ਪਰ ਉਹਦਾ ਨਾਂ ਸਿਖਰ ਤੇ ਚੜ ਗਿਆ ਸੀ ਇੱਕਦਮ ਸਿੱਧੂ ਮੂਸੇਵਾਲੇ ਤੋਂ ਬਾਅਦ। ਤੇ ਹੁਣ ਉਹਨੂੰ ਧਮਕੀਆਂ ਵੀ ਮਿਲੀਆਂ ਕਿ ਅਸੀਂ ਤੈਨੂੰ ਦੇਖਣਾ, ਹੁਣ ਤੂੰ ਦੇਖ ਲਾ ਅਗਲਾ ਨੰਬਰ ਤੇਰਾ ਭਾਈ, ਹੁਣ ਅਸੀਂ ਬਦਲਾ ਲੈਣਾ। ਹੁਣ ਉਹਨੇ ਵੀ ਬੇਨਤੀ ਕੀਤੀ ਕਿ ਭਾਈ ਮੈਨੂੰ ਸੁਰੱਖਿਆ ਦਿਓ। ਦੇਖੋ ਇੱਕ ਗੱਲ ਪੱਕੀ ਆ ਕਿ ਜੇ ਮਨਕੀਰਤ ਔਲਖ ਦਾ ਨਾਂ ਤੇ ਪਾਉਣ ਜੋਗਾ ਵੀ ਹੱਥ, ਭੋਰਾ ਨਿੱਕਾ ਜਿਹਾ ਵੀ ਹੱਥ ਇਸ ਕੇਸ ਦੇ ਵਿੱਚ ਹੈਗਾ, ਪੁਲਿਸ ਬੈਠੀ ਆ, ਜਾਂਚ ਏਜੰਸੀਆਂ ਬੈਠੀਆਂ, ਥੱਲੇ ਤੋਂ ਲੈ ਕੇ ਉੱਪਰ ਤੱਕ ਉਹਦੇ ਤੇ ਪਰਚਾ ਕਰਾਓ, ਉਹਦੇ ਖਿਲਾਫ ਰਿਪੋਰਟ ਕਰੋ ਕਿ ਭਾਈ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ। ਜੇ ਬੰਦੇ ਨੇ ਕਿਸੇ ਨੂੰ ਟੈਲੀਫੋਨ ਕੀਤਾ, ਕੋਈ ਨਾ ਕੋਈ ਸਬੂਤ ਤਾਂ ਲੱਭੇ ਪੈਣਾ ਨਾ ਕਿਸੇ ਨੇ ਕਿਸੇ ਪਾਸਿਓਂ, ਚੱਕ ਕੇ ਅੰਦਰ ਦੇ ਦਿਓ। ਪਰ ਜਿੰਨੀ ਦੇਰ ਉਹਦੇ ਖਿਲਾਫ ਕੋਈ ਸਬੂਤ ਨਹੀਂ ਲੱਭਦਾ, ਕੱਲਾ ਇਹ ਤੁਹਾਡੀ ਗੱਲ ਠੀਕ ਹੈ ਕਿ ਕੱਲਾ ਮੀਡੀਆ ਪਲੱਸ ਸੋਸ਼ਲ ਮੀਡੀਆ ਟਰਾਇਲ ਹੀ ਨਾ ਹੋਈ ਜਾਵੇ ਕਿ ਬੰਦਾ ਜੇ ਉਹਦਾ ਨਾਂ ਹੀ ਸਾਹਮਣੇ ਆਇਆ ਤਾਂ ਉਹਨੂੰ ਜਾ ਕੇ ਜਮਦੂਤ ਬਣਾ ਕੇ ਪੇਸ਼ ਕਰ ਦਿਓ ਕਿ ਭਾਈ ਇੰਨੇ ਹੀ ਕੀਤਾ ਕਰਾਇਆ। ਅਸੀਂ ਨਹੀਂ ਕਹਿੰਦੇ ਕਿ ਹੱਥ ਨਹੀਂ ਹੋ ਸਕਦਾ, ਪਰ ਜਿੰਨੀ ਦੇਰ ਸਬੂਤ ਨਹੀਂ ਆਉਂਦਾ ਉਨੀ ਦੇਰ ਆਪਾਂ ਕਹਿ ਵੀ ਨਹੀਂ ਸਕਦੇ ਕਿ ਭਾਈ ਇਹ ਬੰਦਾ ਦੋਸ਼ੀ ਹੈ। ਪਰ ਜੇ ਇਸ ਤਰੀਕੇ ਦਾ ਤਾਣਾ ਬਾਣਾ ਚੱਲ ਗਿਆ, ਆ ਸੰਧਾਲੀਆ ਸਭ ਜਿਹੜੀਆਂ ਗੱਲਾਂ ਚੱਲਦੀਆਂ ਨਾ ਕਿ ਹੁਣ ਅਸੀਂ ਇਹਦਾ ਬਦਲਾ ਲੈਣਾ, ਹੁਣ ਵਿੱਕੀ ਮਿੱਡੂ ਖੇੜੇ ਦਾ ਭਰਾ ਅਜੇਪਾਲ ਮਿੱਡੂ ਖੇੜਾ, ਉਹ ਵਿੱਕੀ ਮਿੱਡੂ ਖੇੜੇ ਦਾ ਪਿਛਲੇ ਸਾਲ ਕਤਲ ਹੋਇਆ ਸੀ। ਹੁਣ ਉਹਦੇ ਭਰਾ ਨੇ ਵੀ ਬੇਨਤੀ ਕੀਤੀ ਅਦਾਲਤ ਨੂੰ ਕਿ ਭਾਈ ਮੈਨੂੰ ਵੀ ਸੁਰੱਖਿਆ ਦਿੱਤੀ ਜਾਵੇ, ਕਿਉਂਕਿ ਪਹਿਲਾਂ ਚਰਚਾ ਚੱਲਦੀ ਸੀ ਕਿ ਮੂਸੇਵਾਲੇ ਦੇ ਨਾਲ ਕੋਈ ਮੈਨੇਜਰ ਜਾਂ ਉਹਨਾਂ ਦੇ ਹੁੰਦੇ ਸੀ ਬੰਦੇ ਕਿ ਭਾਈ ਉਹਨਾਂ ਦਾ ਇਧਰਲੇ ਪਾਸੇ ਜੁੜਦਾ ਸੀ। ਅਸਲ ਦੇ ਵਿੱਚ ਆ ਜਿਹੜਾ ਹਰ ਇੱਕ ਬੰਦਾ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਲੱਗ ਪਿਆ ਕਿ ਮੈਂ ਆਪ ਹੀ ਬਦਲਾ ਲੈਣਾ ਹੈ। ਮੈਂ ਸੰਧਾਲੀਆ ਸਾਹਿਬ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਬੇਨਤੀ ਕੀਤੀ, ਉਹ ਇਹ ਕੀਤੀ ਕਿ ਸਾਨੂੰ ਐ ਲੱਗਦਾ ਕਿ ਅਸੀਂ ਬਦਲਾ ਲੈਣਾ ਜਾਨੀ ਸਾਡੇ ਜਾਣਕ ਹੈ, ਇਹੀ ਗੱਲ ਹੈ ਨਾ, ਅਸੀਂ ਆ ਕਰ ਦੇਣਾ ਸਾਡੇ ਜਾਣਕ ਹੈ। ਉਹਨੇ ਸਾਨੂੰ ਆਹ ਕਹਿਤਾ ਵੀ ਅਸੀਂ ਅਣਖੀਲੇ ਬੰਦੇ ਆ। ਜਿੰਨੇ ਵੀ ਬੰਦੇ ਬਦਲਾ ਲੈਣ ਨੂੰ ਕਾਹਲੇ ਨੇ, ਜਿੰਨੇ ਵੀ ਬੰਦੇ, ਚਾਹੇ ਉਹ ਕਿਸੇ ਵੀ ਕਾਰਨ ਕਰਕੇ ਇਸ ਫੀਲਡ 'ਚ ਆ ਗਏ, ਤੁਸੀਂ ਜਿਹੜੇ ਤੁਸੀਂ ਪੰਜਾਬੀ ਤਾਂ ਨਾ ਕਿਉਂਕਿ ਤੁਸੀਂ ਪੰਜਾਬ ਦੇ ਹੋ, ਆ ਜਿਹੜੇ ਪੰਜਾਬ ਦੇ ਪੰਜਾਬੀ ਹੋਣ ਕਰਕੇ ਤੁਸੀਂ ਗੈਰਤ ਅਣਖ ਆਹ ਗੱਲਾਂ ਕਰਦੇ ਹੋ, ਉਹ ਪੰਜਾਬ ਦੇ ਹਾਲਾਤ ਕੀ ਨੇ? ਜੇ ਤੁਹਾਡੇ 'ਚ ਇੰਨਾ ਹੀ ਜੇਰਾ ਬੁੱਢਾ ਨਾਲ ਹੀ ਸਾਫ਼ ਕਰਾ ਦਿਓ ਯਾਰ,
ਜੇ ਤੁਸੀਂ ਇੰਨੇ ਹੀ ਹਿੰਮਤ ਵਾਲੇ ਹੋ, ਪੰਜਾਬ ਦੇ ਵਿੱਚ ਲੋਕ ਬਿਨਾਂ ਇਲਾਜ ਤੋਂ ਬਿਮਾਰੀਆਂ ਨਾਲ ਮਰੀ ਜਾਂਦੇ ਆ, ਇੰਨੇ ਹੀ ਅਣਖੀ ਹੋ ਤੁਸੀਂ ਕਿ ਤੁਹਾਡੇ ਦੇਖਦੇ ਆ, ਤੁਹਾਡੇ ਸਾਹ ਲੈਂਦੇ ਆ, ਪੰਜਾਬ ਦੇ ਵਿੱਚੋਂ ਕੈਂਸਰ ਐਕਸਪ੍ਰੈਸ ਨੱਕੋ ਨੱਕ ਭਰ ਕੇ ਬੀਕਾਨੇਰ ਨੂੰ ਚੱਲਦੀ ਹੈ। ਜਾਣੀ ਇੰਨੀ ਅਣਖ ਤੁਹਾਡੇ 'ਚ, ਜਾਣੀ ਤੁਸੀਂ ਡੋਲਿਆਂ ਤੇ ਹੱਥ ਮਾਰਦੇ ਹੋ, ਆਹ ਕਰਦੇ ਹੋ, ਕਹੀਂ ਕਰ ਦਿੱਤਾ ਹੀ ਆਹ ਕੰਮ, ਤੁਸੀਂ ਕਰ ਦਿੱਤਾ ਹੀ ਆਹ ਕੰਮ, ਤੇ ਤੁਹਾਡੇ ਅਣਖ ਵਾਲੇ ਪੰਜਾਬ ਦੇ ਵਿੱਚੋਂ ਬਾਰਡਰ ਟੱਪ ਟੱਪ ਕੇ ਰੁਜ਼ਗਾਰ ਦੇ ਲਈ ਧੱਕੇ ਖਾਂਦੇ ਮੁੰਡੇ ਮਰੀ ਜਾਂਦੇ ਆ। ਜਾਣੀ ਜੇ ਤੁਸੀਂ ਇੰਨੇ ਜੋਗੇ ਹੈਗੇ, ਤੁਹਾਡੇ ਕੋਲ ਇੰਨੀ ਤਾਕਤ ਹੈ, ਤਾਂ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਮਾੜਾ ਮੋਟਾ ਹੱਥ ਪਾਓ। ਰੁੱਖ ਪੰਜਾਬ 'ਚ ਨਹੀਂ ਰਿਹਾ, ਪਾਣੀ ਸਾਡਾ ਖਰਾਬ, ਹਵਾ ਸਾਡੀ ਖਰਾਬ, ਖਾਣ ਨੂੰ ਇੱਥੇ ਜ਼ਹਿਰੀਲੇ ਪਦਾਰਥ ਮਿਲਦੇ ਆ, ਨਸ਼ਾ ਇੱਥੇ ਬੰਦ ਨਹੀਂ ਹੁੰਦਾ। ਅਣਖ ਤੁਹਾਡੀ ਤੁਸੀਂ ਪਤਾ ਨਹੀਂ ਕਾਹਦੇ ਤੇ ਚੱਕੀ ਫਿਰਦੇ ਹੋ, ਕਿਤੇ ਨਾ ਕਿਤੇ ਤਾਂ ਧਿਆਨ ਰੱਖਣਾ ਚਾਹੀਦਾ ਨਾ। ਅਣਖ ਉਣਖ ਵਾਲੀ ਗੱਲ ਕੋਈ ਨਹੀਂ ਜੇ ਆਹੀ ਕੰਮ ਕਰਨੀ ਆ ਤਾਂ। ਇਹ ਬੜਾ ਜ਼ਰੂਰੀ ਆ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ ਵੀ ਇਹ ਜੋ ਨੁਕਸਾਨ ਹੋ ਗਿਆ ਉਹ ਪੂਰਾ ਨਹੀਂ ਕੀਤਾ ਜਾ ਸਕਦਾ। ਲੋਕ ਉਹ ਜ਼ਿਕਰ ਕਰਦੇ ਵੀ ਹਾਂ ਜੀ 14 ਦਿਨ ਪਹਿਲਾਂ ਉਹਦਾ ਗੀਤ ਆਇਆ ਸੀ ਵੀ ਮੈਂ ਭਰ ਜਵਾਨੀ 'ਚ ਜਨਾਜ਼ਾ ਉੱਠਣਾ ਮੇਰਾ, ਉਹੀ ਗਾਈ ਜਾਂਦੇ ਨੇ। ਪਰ ਹੁਣ ਚਰਚਾ ਇਹ ਵੀ ਹੈ ਵੀ ਅਜੇ ਤਾਂ ਬਹੁਤ ਸਾਰੇ ਗੀਤ ਉਹਦੇ ਡੱਬ ਹੋਏ ਪਏ ਆ, ਉਹ ਵੀ ਅਜੇ ਆਉਣਗੇ। ਚਲੋ ਬੰਦਾ ਤਾਂ ਵਾਪਸ ਨਹੀਂ ਆਉਣਾ, ਗੀਤ ਉਹਦੇ ਜ਼ਰੂਰ ਆਉਂਦੇ ਰਹਿਣਗੇ, ਉਹਦੇ ਚਾਹਣ ਵਾਲੇ ਉਹਦੇ ਜਿਹੜੇ ਗੀਤ ਆਲਰੇਡੀ ਗਾਏ ਹੋਏ ਉਹ ਸੁਣਦੇ ਵੀ ਰਹਿਣਗੇ। ਅਗਲੀ ਗੱਲ ਕਰਾਂ ਤਾਂ ਜਿਹੜਾ ਸੁਰੱਖਿਆ ਵਾਲਾ ਮਾਮਲਾ ਸੀ ਉਹਦੇ 'ਚ ਹੁਣ ਇੱਕ ਫਿਰ ਚਰਚਾ ਜੀ ਚੱਲਦੀ ਹੈ ਕਿ ਵੀ ਹੁਣ ਪੰਜਾਬ ਸਰਕਾਰ ਫਿਰ ਤੋਂ ਰਿਵਿਊ ਕਰਕੇ, ਕੁਛ ਨੇ ਤਾਂ ਐਪਲੀਕੇਸ਼ਨਾਂ ਪਾਈਆਂ, ਕੁਛ ਨੂੰ ਸ਼ਾਇਦ ਸਰਕਾਰ ਦੁਬਾਰਾ ਵੀ ਆਪਣੇ ਵੱਲੋਂ ਸੁਰੱਖਿਆ ਜਿਹੜੀ ਪ੍ਰੋਵਾਈਡ ਕਰ ਰਹੀ ਹੈ। ਇਹਦੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਦਾ ਨਾਂ ਫਿਰ ਚਰਚਾ 'ਚ ਹੈ ਵੀ ਸ਼ਾਇਦ ਉਹ ਜਿਹੜੇ ਮੁਲਾਜ਼ਮ ਸੀਗੇ ਵਾਪਸ ਆਏ, ਉਹ ਫਿਰ ਉੱਥੇ ਵਾਪਸ ਉਹਨਾਂ ਨੇ ਭੇਜੇ, ਤੇ ਸਾਹਮਣੇ ਉਹ ਜਿਹੜੇ ਮੈਨੇਜਰ ਸਾਹਿਬ ਨੇ, ਤੇ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਜਥੇਦਾਰ ਸਾਹਿਬ ਦਾ ਹੁਕਮ ਹੈ ਵੀ ਸਾਨੂੰ ਸਿਕਿਉਰਿਟੀ ਨਹੀਂ ਚਾਹੀਦੀ, ਸੁਰੱਖਿਆ ਨਹੀਂ ਚਾਹੀਦੀ, ਵੀ ਤੁਸੀਂ ਇੱਥੇ ਰੁਕਣਾ ਰੁਕੋ ਭਾਈ, ਜੇ ਤੁਸੀਂ ਵਾਪਸ ਜਾਣਾ ਤਾਂ ਚਲੇ ਜਾਓ। ਉਹ ਕਹਿੰਦੇ ਵੀ ਅਸੀਂ ਉਹਨਾਂ ਬੰਦਿਆਂ ਨੂੰ ਕਹਿ ਤਾ ਵੀ ਤੁਸੀਂ ਸਾਡੇ ਵੱਲੋਂ ਵਾਪਸ ਜਾ ਸਕਦੇ ਆ, ਸਾਡੇ SGPC ਦੇ ਆਪਣੇ ਨਾਲ 5-7-10 ਬੰਦੇ ਹੈਗੇ ਆ, ਅਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹਾਂ। ਹੁਣ ਦੇਖੋ ਗੱਲ ਕਿੱਥੋਂ ਤੁਰੀ ਤੇ ਘੁੰਮਦੀ ਘੁੰਮਦੀ ਹੁਣ ਕਿੱਥੋਂ ਨੂੰ ਚੱਲ ਗਈ। ਹੁਣ ਇਹ ਮਸਲਾ ਕਿੱਥੇ ਜਾ ਕੇ ਨਜਿੱਠਿਆ ਜਾਊਗਾ ਇਹ ਤੇ ਟਾਈਮ ਹੀ ਦੱਸੂ। ਨਹੀਂ, ਜ਼ਿਆਦਾ ਦੂਰ ਚਲੇ ਗਿਆ ਸੰਧਾਲੀਆ ਸਾਹਿਬ ਕੰਮ, ਖਾਸ ਤੌਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕਿਉਂਕਿ ਪਦਵੀ ਬਹੁਤ ਵੱਡੀ ਹੈ। ਉਹਨਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਪਹਿਲਾਂ ਵਿਚਾਰ ਕੀਤਾ ਜਾਂਦਾ ਚੰਗੇ ਤਰੀਕੇ। ਕੱਲ੍ਹ ਨੂੰ ਕੋਈ ਹਬੀ ਨਬੀ ਹੋ ਜਾਵੇ ਮਾੜੀ ਮੋਟੀ ਵੀ ਫਿਰ ਵਾਲੀਵਾਰ ਸਿਕਾਉਣ ਹੈ। ਹੁਣ ਉਹਨਾਂ ਨੇ ਸੁਰੱਖਿਆ ਵਾਪਸ ਕਰਤੀ, ਸਰਕਾਰ ਫਿਰ ਦੁਬਾਰਾ ਦਿੰਦੀ ਹੈ। ਮੈਨੂੰ ਲੱਗਦਾ ਕਿ ਫੈਸਲਾ ਲੈਣ ਤੋਂ ਪਹਿਲਾਂ ਥੋੜਾ ਭਾਵੇਂ ਸਮਾਂ ਹੋਰ ਲੱਗ ਜਾਵੇ, ਥੋੜ੍ਹਾ ਜਿਹਾ ਗੰਭੀਰਤਾ ਦੇ ਨਾਲ ਸੋਚਣਾ ਵਿਚਾਰਨਾ ਚਾਹੀਦਾ। ਤੇ ਜਿੱਦਾਂ ਦਾ ਪੰਜਾਬ ਦੇ ਵਿੱਚ ਮਾਹੌਲ ਹੈ, ਕਿਉਂਕਿ ਮਸਲਾ ਇਕੱਲਾ ਗੋਲੀਆਂ ਦੇ ਖੜਾਕ ਦਾ ਤਾਂ ਹੈ ਹੀ ਨਹੀਂ, 100 ਮਸਲੇ ਹੋਰ ਨੇ। ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦੇ ਮੂਹਰੇ ਤਾਂ ਬਹੁਤ ਸਾਰੇ ਮਸਲੇ ਨੇ, ਕਿਉਂਕਿ ਉਹਨਾਂ ਨੇ ਇਕੱਲੀ ਵਿੱਤ ਜਾਂ ਦੂਜੀਆਂ ਚੀਜ਼ਾਂ ਨਹੀਂ, ਉਹਨਾਂ ਨੇ ਤਾਂ ਕਿਰਦਾਰ ਵੀ ਦੇਖਣੇ ਆ ਕਿ ਭਾਈ ਕੌਮ ਕਿੱਧਰਲੇ ਪਾਸੇ ਨੂੰ ਜਾ ਰਹੀ। ਸੋ ਜਿੰਨੀ ਛੇਤੀ ਹੋ ਸਕਦਾ ਇਹ ਰੇੜਕਾ ਹੁਣ ਮੁੱਕਣਾ ਚਾਹੀਦਾ। ਜੇ ਤਾਂ ਸੁਰੱਖਿਆ ਦੀ ਨਹੀਂ ਲੋੜ, ਚਲੋ ਠੀਕ ਹੈ, ਉਹ ਬਹੁਤ ਸਤਿਕਾਰਤ ਨੇ, ਅਸੀਂ ਤਾਂ ਕਿਸੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਜਾਂ ਕੁਝ ਵੀ ਕਰ ਨਹੀਂ ਸਕਦੇ। ਦੋਨੇ ਹੀ ਤਰ੍ਹਾਂ ਬਹੁਤ ਸੁਹਿਰਦਤਾ ਦੇ ਨਾਲ ਸੋਚਣ, ਕਿਉਂਕਿ ਇਸ ਵੇਲੇ ਜਿੰਨਾ ਚੰਗੇ ਤਰੀਕੇ ਸਿਰ ਜੋੜ ਕੇ ਚੱਲਾਂਗੇ ਉਨੀ ਛੇਤੀ ਮਸਲਾ ਹੱਲ ਹੋ ਜੂ। ਇੱਕ ਮੈਂ ਹੋਰ ਜ਼ਿਕਰ ਕਰਨਾ ਸੀ, ਚੇਤਾ ਭੁੱਲ ਚੱਲਿਆ ਸੀ, ਇਸ ਕਰਕੇ ਅੱਜ ਹੀ ਕਰ ਰਿਹਾ ਕਿਉਂਕਿ ਕੱਲ ਤੋਂ ਫਿਰ ਆਪਾਂ ਕੰਮਾਂ ਧੰਦਿਆਂ 'ਚ ਲੱਗ ਜਾਣਾ। ਕੋਈ ਗੁੱਸਾ ਨਾ ਕਰੇ, ਹੋ ਸਕਦਾ ਕੋਈ ਸੱਜਣ ਗੁੱਸਾ ਕਰੇ, ਐਂ ਕਿਵੇਂ ਕਹਿ ਸਕਦੇ ਹੋ, ਪਰ ਆਪਾਂ ਪਿਛਲੇ ਸਮੇਂ 'ਚ ਵੇਖਿਆ ਉਹ ਪਰਿਵਾਰ ਨੇ ਇਕੱਲਾ ਰਹਿ ਜਾਣਾ। 14-14, 15-15, 20-20 ਮਿੰਟ ਦੀਆਂ ਵੀਡੀਓਜ਼ ਆਈਆਂ ਨਾ ਜਿੱਦਣ ਸਿੱਧੂ ਮੂਸੇਵਾਲੇ ਤੇ ਹਮਲਾ ਹੋਇਆ। ਤੇ ਸੰਧਾਲੀਆ ਸਾਹਿਬ ਆਪਾਂ ਬਿਨਾਂ ਪ੍ਰੋਗਰਾਮ ਤੋਂ ਵੀ ਆਪਸ ਵਿੱਚ ਜ਼ਿਕਰ ਕਰਦੇ ਸੀ ਕਿ ਹਮਲਾ ਘਾਤਕ ਬਹੁਤ ਸੀ, ਬਚਾ ਨਹੀਂ ਸਕੇ ਮੁੰਡਾ। ਪਰ ਜੇ ਸ਼ਾਇਦ ਉਸੇ ਵੇਲੇ ਕੱਢ ਕੇ ਹਿੰਮਤ ਕਰਦੇ ਲੋਕ ਹਸਪੀਟਲ ਪਹੁੰਚਾਉਂਦੇ ਤਾਂ ਸ਼ਾਇਦ ਬਚ ਜਾਂਦਾ। ਸ਼ਾਇਦ ਅੱਜ ਇਹ ਅਰਦਾਸਾਂ ਹੁੰਦੀਆਂ ਹਸਪਤਾਲ ਦੇ ਵਿੱਚ ਹੀ ਹੁੰਦਾ ਸ਼ਾਇਦ ਕਿ ਭਾਈ ਮੁੰਡਾ ਬਚ ਜਵੇ। ਹੁਣ ਅਸੀਂ ਆਦਤ ਛੱਡਣੀ, ਇੱਕ ਸਾਰੇ ਜਣੇ ਵੀਡੀਓ ਬਣਾਈ ਜਾਂਦੇ ਆ ਯਾਰ, ਬੰਦਾ ਮਰਨ ਡਿਆ, ਚਾਹੇ ਉਹ ਸਿੱਧੂ ਮੂਸੇਵਾਲਾ ਹੁੰਦਾ ਚਾਹੇ ਕੋਈ ਹੋਰ ਹੁੰਦਾ, ਗੋਲੀਆਂ ਵੱਜੀਆਂ, ਸਾਰਿਆਂ ਨੂੰ ਪਤਾ। ਵੀਡੀਓ ਬਣਾਉਣ ਦੇ ਲਈ 25 ਹੱਥ ਲੱਗਿਆ ਤੇ ਉਹਨੂੰ ਕੱਢਣ ਦੇ ਲਈ 2 ਵੀ ਨਹੀਂ ਗਏ। ਯਾਨੀ ਉਹ ਆਦਤ, ਕਿਉਂਕਿ ਆਪਾਂ ਬੰਦਾ ਗਵਾ ਲਿਆ। ਜਿਹੜੇ ਬੰਦੇ ਫੈਨ ਨੇ ਸਿੱਧੂ ਮੂਸੇਵਾਲੇ ਦੇ ਬਹੁਤ ਜ਼ਿਆਦਾ, ਤੁਸੀਂ ਵੀ ਘੱਟੋ ਘੱਟ ਇਦਾਂ ਦਾ ਕੋਈ ਹੈਸ਼ਟੈਗ ਚਲਾ ਦਿਓ ਕਿ ਭਾਈ ਕੋਈ ਬੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਵੇ, ਕਿਸੇ ਤੇ ਹਮਲਾ ਹੋ ਜਾਏ, ਜੇ ਕੋਈ ਬੰਦਾ ਜ਼ਖਮੀ ਹੈ, ਅਸੀਂ ਵੀਡੀਓ ਬਣਾ ਕੇ ਵਾਇਰਲ ਕਰਨ ਨੂੰ ਪਹਿਲ ਨਹੀਂ ਦੇਣੀ, ਅਸੀਂ ਸਭ ਤੋਂ ਪਹਿਲਾਂ ਬੰਦਾ ਬਚਾਉਣ ਨੂੰ ਪਹਿਲ ਦੇਣੀ। ਅਸੀਂ ਤਾਂ ਪੰਜਾਬ ਦੇ ਜਾਏ ਆ ਭਾਈ, ਗੁਰੂ ਸਾਹਿਬ ਦੀ ਧਰਤੀ ਹੈ, ਉੱਥੇ ਤਾਂ ਸਾਡੇ ਕੋਲ ਤਾਂ ਇਤਿਹਾਸ ਵੀ ਇਦਾਂ ਦਾ ਕਿ ਜੰਗ ਦੇ ਵਿੱਚ ਵੀ ਦੁਸ਼ਮਣਾਂ ਨੂੰ ਭਾਈ ਘਨਈਆ ਜੀ ਪਾਣੀ ਪਿਲਾਈ ਜਾਂਦੇ ਸੀ, ਤੇ ਅਸੀਂ ਪਾਣੀ ਵਾਲੀ ਮੱਛਕ ਦੀ ਥਾਂ ਦੇ ਉੱਤੇ ਮੋਬਾਈਲ ਫੜ ਲਿਆ ਤੇ ਬੰਦਾ ਮੂਹਰੇ ਆਖਰੀ ਸਾਹਾਂ ਦੇ ਉੱਤੇ ਹੈ। ਤੇ ਕਿਤੇ ਨਾ ਕਿਤੇ ਇਹ ਹੈਸ਼ਟੈਗ ਚਲਾਈਏ ਕਿ ਭਾਈ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਣਾ। ਹਾਂ, ਬੜੀ ਵਾਰੀ ਹੁੰਦਾ ਨਹੀਂ ਜੀ, ਉਹ ਫਿਰ ਅਦਾਲਤਾਂ 'ਚ ਧੱਕੇ ਖਾਂਦੇ ਫਿਰਾਂਗੇ, ਥਾਣਿਆਂ 'ਚ ਧੱਕੇ ਖਾਂਦੇ ਫਿਰਾਂਗੇ, ਹਸਪਤਾਲਾਂ 'ਚ ਧੱਕੇ ਖਾਂਦੇ ਫਿਰਾਂਗੇ। ਯਾਰ ਇਕੱਠੇ ਹੋ ਜਾਓ। ਜੇ ਆਪਾਂ ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਉਹ ਸੰਤਮ ਸੰਸਕਾਰ ਦੇ ਉੱਤੇ ਇਕੱਠੇ ਹੋ ਸਕਦੇ ਹਾਂ, ਟ੍ਰਿਬਿਊਟ ਹੈ ਉਹਨੂੰ, ਸ਼ਰਧਾਂਜਲੀ ਹੋਏਗੀ ਸਿੱਧੂ ਮੂਸੇਵਾਲੇ ਨੂੰ ਕਿ ਭਾਈ ਜਿਹੜਾ ਬੰਦਾ ਕਿਸੇ ਜ਼ਖਮੀ ਨੂੰ
ਕਿਸੇ ਹਾਦਸੇ ਦੇ ਵਿੱਚ ਜ਼ਖਮੀ ਨੂੰ, ਇਦਾਂ ਦੇ ਹਮਲੇ 'ਚ ਜ਼ਖਮੀ ਨੂੰ ਚੱਕ ਕੇ ਹਸਪਤਾਲ ਜਾਊ। ਜੇ ਉਹਦੇ ਨਾਲ ਕੋਈ ਮਾੜਾ ਚੰਗਾ ਸਲੂਕ ਕਰੂਗਾ ਤਾਂ ਅਸੀਂ ਸਾਰੇ ਉਹਨਾਂ ਦੇ ਫੈਨ ਲਾ ਕੇ ਖੜੇ ਹਾਂ। ਇਹ ਵਾਰ ਦੇਖੋ ਵਾਟ ਸਾਹਿਬ, ਇਹ ਗੱਲ ਤੇ ਉਦੋਂ ਬੰਦਿਆਂ ਦੀ ਲੋੜ ਸੀ ਜਦੋਂ ਜਾਗਦਾ ਸੀ ਉਹ ਜੀ, ਕਿਉਂਕਿ ਹੁਣ ਤਾਂ ਉਦੋਂ ਬਾਅਦ ਚਲੋ ਠੀਕ ਆ, ਹਰੇਕ ਬੰਦਾ ਪਹੁੰਚਿਆ, ਹਰੇਕ ਦੀ ਆਪਣੀ ਆਪਣੀ ਸ਼ਰਧਾ। ਪਰ ਜਦੋਂ ਉਹ ਅਸਲ ਦੇ ਵਿੱਚ ਤਾਂ ਬਾਅਦ 'ਚ ਕਹਾਣੀਆਂ ਨਿਕਲਦੀਆਂ ਉਹ ਜਿਹੜੀ ਵਰਨਾ ਕਾਰ ਦੇ ਵਿੱਚ ਉਹਨੂੰ ਜਾਂ ਉਹਨਾਂ ਦੇ ਇੱਕ ਸਾਥੀ ਨੂੰ ਲੈ ਕੇ ਗਏ ਆ, ਉਹਦੇ ਉਹਨਾਂ ਨੇ ਕਾਰ ਵੀ ਨਹੀਂ ਪੂੰਜੀ। ਉਹ ਕਹਿੰਦੇ ਵੀ ਆਹ ਸਿੱਧੂ ਮੂਸੇਵਾਲੇ ਦਾ ਲਹੂ ਆ ਭਾਈ, ਸਾਨੂੰ ਤੇ ਉਦਾਂ ਹੀ ਦੀਦਾ ਉਹ। ਤੇ ਹਾਲਾਂਕਿ ਉਹ ਮੁੰਡੇ ਆਏ ਪਿੱਛੋਂ ਸੀ, ਉਹ ਕਹਿੰਦੇ ਅਸੀਂ ਤਾਂ ਫਿਲਮ ਵੇਖਣ ਜਾਂਦੇ ਸੀ, ਸਾਨੂੰ ਐਂ ਲੱਗਿਆ ਵੀ ਧਰਨਾ ਲੱਗਿਆ ਤਾਂ ਲੋਕ ਇਕੱਠੇ ਹੋਏ ਆ, ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਯਾਰ ਮੂਸਾ ਬਾਈ ਆ, ਤੇ ਅਸੀਂ ਤੁਹਾਨੂੰ ਆਪ ਉੱਥੋਂ ਆ ਗਿਆ ਵੀ ਫਟਾਫਟ ਯਾਰ ਚੁੱਕ ਕੇ ਲੈ ਕੇ ਚੱਲੀਏ। ਕਈਆਂ ਨੇ ਕਾਰਾਂ ਦੇ ਨਹੀਂ ਖੋਲੀਆਂ ਬਾਰੀਆਂ। ਹੁਣ ਤੁਸੀਂ ਉਹ ਦੇਖੋ ਵੀ ਇੱਕ ਉਹ ਵਰਨਾ ਕਾਰ ਕਿੱਡੀ ਕੁ ਹੁੰਦੀ ਹੈ ਵੀ ਉਹਦੇ 'ਚੋਂ 6.25 ਫੁੱਟ ਦਾ ਜਵਾਨ ਇੱਕ ਤਾਂ ਉਹ ਸੀਟ ਤੇ ਪਾਇਆ, ਇੱਕ ਉਹਦੇ ਨਾਲ ਦਾ ਸਾਥੀ ਜਿਹੜਾ ਜ਼ਖਮੀ ਉਹ ਵੀ, 3 ਬੰਦੇ ਹੋਰ, ਉਹ 5 ਬੰਦੇ ਕਿੱਦਾਂ ਉੱਥੇ ਜਾ ਕੇ ਪਹੁੰਚੇ ਹੋਣਗੇ। ਐਂਡ ਉਹ ਵੀ ਉਦੋਂ ਜਦੋਂ ਤੱਕ ਅਜੇ ਤੁਸੀਂ ਜ਼ਿਕਰ ਠੀਕ ਕੀਤਾ ਕਿ ਵੀ ਉਹ 12 14 15 ਮਿੰਟ ਦੀ ਉਦੋਂ ਪਹਿਲਾਂ ਵੀਡੀਓ ਬਣ ਗਈ, ਹੋ ਸਕਦਾ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਕਿੰਨੇ ਮਿੰਟ ਰਹੇ। ਸੋ ਗੱਲ ਇਹ ਆ ਵੀ ਉਹ ਵੇਲਾ ਸਾਂਭਣ ਦੀ ਲੋੜ ਹੁੰਦੀ ਹੈ। ਜੇ ਉਹ ਵੇਲਾ ਸਾਂਭਿਆ ਜਾਵੇ ਤੇ ਫਿਰ ਸ਼ਾਇਦ ਕੁਝ ਹੋਰ ਨਤੀਜਾ ਹੁੰਦਾ। ਅੱਜ ਨਤੀਜਾ ਕੁਝ ਹੋਰ ਹੈ। ਬਿਲਕੁਲ ਸੰਧਾਲੀਆ ਸਾਹਿਬ, ਹੁਣ ਜਿੰਨਾ ਮਰਜ਼ੀ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹਾਂ, ਪਰ ਪਰਿਵਾਰ ਨੂੰ ਸੌਖਾ ਬੜਾ ਹੁੰਦਾ ਕਿ ਭਾਣਾ ਮੰਨਣਾ ਪੈਣਾ ਜੀ, ਭਾਣੇ ਜੀ ਹੈ ਜੀ ਸਾਰਾ ਕੁਝ। ਪਰ ਕਿਵੇਂ ਭਾਈ ਸੰਭਵ ਕਿਵੇਂ ਹੈ? ਜੇ ਆਪ ਦੇ ਉੱਤੇ ਲਾ ਕੇ ਦੇਖੀਏ ਤਾਂ ਲੱਗਦਾ ਹੀ ਨਹੀਂ ਹੈ ਨਾ, ਕਿਉਂਕਿ ਬਾਕੀ ਤਾਂ ਹੁੰਦਾ ਕਿ ਸ਼ਾਇਦ ਥੋੜਾ ਚਿਰ ਬਾਅਦ ਚੇਤੇ ਆਵੇ। ਇਹ ਤਾਂ ਰੋਜ਼ ਟੀਵੀ ਤੇ ਵੀ ਦੇਖਣਾ, ਇਹ ਤਾਂ ਰੋਜ਼ ਸੋਸ਼ਲ ਮੀਡੀਆ ਤੇ ਵੀ ਦੇਖਣਾ, ਇਹ ਤਾਂ ਥਾਂ ਦੇ ਉੱਤੇ ਦੇਖਣਾ। ਸੋ ਕਿਤੇ ਨਾ ਕਿਤੇ ਪੰਜਾਬ ਇਸ ਬਲਦੀ ਦੇ ਬੁੱਥੀ ਦੇ ਵਿੱਚੋਂ ਬਾਹਰ ਕਿੱਦਾਂ ਕੱਢਣਾ, ਸਾਨੂੰ ਸਿਰ ਜੋੜਨਾ ਪਊਗਾ। ਸਿਆਸਤਦਾਨ ਥੋੜਾ ਜਿਹਾ ਆਪਦੀਆਂ ਰੋਟੀਆਂ ਘੱਟ ਸੇਕਣੀਆਂ ਸ਼ੁਰੂ ਕਰਨ। ਅਸੀਂ ਮੀਡੀਆ ਵਾਲੇ ਵੀ ਮਾੜਾ ਮੋਟਾ ਆਪਣੇ ਆਪ ਨੂੰ ਮੱਤ ਦਈਏ ਕਿ ਭਾਈ ਠੀਕ ਹੈ, ਵਿਊ ਨੇ ਬਹੁਤ ਕੁਛ ਹੈ ਉਹਦੇ ਵਿੱਚੋਂ ਨਿਕਲਦਾ ਹੈ, ਪਰ ਘੱਟੋ ਘੱਟ ਸ਼ਮਸ਼ਾਨ ਘਾਟ ਸਿਵਿਆਂ ਦੀ ਅੱਗ ਦੇ ਵਿੱਚੋਂ ਤਾਂ ਆਪਾਂ ਵਿਊ ਨਹੀਂ ਨਾ ਲੈਣੇ। ਫਿਰ ਔਖਾ ਹੋ ਜਾਂਦਾ ਹੈ ਥੋੜਾ ਜਿਹਾ, ਸਾਨੂੰ ਜ਼ਿੰਮੇਵਾਰੀਆਂ ਪਹਿਚਾਨਣੀਆਂ ਪੈਣਗੀਆਂ, ਸੇਕ ਸਾਨੂੰ ਵੀ ਲੱਗ ਸਕਦਾ। ਇਹ ਬਿਲਕੁਲ ਠੀਕ ਆ। ਬਾਕੀ ਹੋਰ ਖਬਰਾਂ ਵਾਲੇ ਪਾਸੇ ਵੀ ਜੇ ਚੱਲੀਏ ਤੇ ਇੱਕ ਤੇ ਜਿਹੜੇ ਉਸਤਿੰਦਰ ਜੈਨ ਹੋ ਰਹੀ ਆ, ਦਿੱਲੀ ਵਾਲੇ ਸਿਹਤ ਮੰਤਰੀ ਫੜੇ, ਉਹਨਾਂ ਦੀ ਗ੍ਰਿਫਤਾਰੀ ਕਿਉਂਕਿ ਇਸੇ ਸਮੇਂ ਦੌਰਾਨ ਹੋਈ। ਅਦਰਵਾਈਜ਼ ਮੈਨੂੰ ਲੱਗਦਾ ਵੀ ਜੇ ਇਹ ਇਨਸੀਡੈਂਟ ਏਡਾ ਵੱਡਾ ਨਾ ਹੁੰਦਾ ਤੇ ਸਿਆਸਤ ਪੰਜਾਬ ਦੀ ਕੁਝ ਹੋਰ ਕਹਿਣੀ ਸੀ, ਦਿੱਲੀ ਵਾਲੇ ਨੇ ਕੁਝ ਹੋਰ ਕਹਿਣਾ ਸੀ, ਕਿਉਂਕਿ ਧਿਆਨ ਹੀ ਕਿਸੇ ਖਬਰ ਵੱਲ ਹੋਰ ਗਿਆ ਨਹੀਂ। ਇਸ ਕਰਕੇ ਉਸ ਖਬਰ ਵਾਲੇ ਪਾਸੇ ਧਿਆਨ ਬਹੁਤਾ ਗਿਆ ਨਹੀਂ ਲੋਕਾਂ ਦਾ। ਕਿਉਂ ਤੁਸੀਂ ਦੇਖੋ ਕਿ ਦਿੱਲੀ ਦਾ ਸਿਹਤ ਮੰਤਰੀ ਹੋਵੇ ਤੇ ਉਹ ਸਿਹਤ ਮੰਤਰੀ ਦੀ ਈਡੀ ਵੱਲੋਂ ਗ੍ਰਿਫਤਾਰੀ ਕਰ ਲਈ ਹੋਵੇ। ਹੁਣ 9 ਜੂਨ ਤੱਕ ਉਹ ਬੰਦਾ ਉਹਨਾਂ ਦੇ ਹਵਾਲੇ ਆ। ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਕਿਹਾ ਜਾ ਰਿਹਾ ਵੀ ਜਾਣਬੁੱਝ ਕੇ ਸਾਡਾ ਬੰਦਾ ਚੁੱਕਿਆ ਜੀ। ਕੇਜਰੀਵਾਲ ਸਾਹਿਬ ਵੀ ਹੱਕ 'ਚ ਆਏ, ਉਹ ਕਹਿੰਦੇ ਜੀ ਬਿਲਕੁਲ ਠੀਕ ਸੀਗਾ ਇਹ, ਤਾਂ ਅਸੀਂ ਹਿਮਾਚਲ ਵਾਲੀਆਂ ਇਲੈਕਸ਼ਨਾਂ ਦੇ ਲਈ ਬੰਦਾ ਇੰਚਾਰਜ ਬਣਾਇਆ ਸੀ ਤੇ ਉਹਨੂੰ ਡਰਾਉਣ ਦੇ ਲਈ ਜਾਂ ਸਮਝ ਲਓ ਪਾਸੇ ਲਾਉਣ ਦਾ ਕਰਕੇ ਕੰਮ ਕੀਤਾ। ਸੰਧਾਲੀਆ ਸਾਹਿਬ, ਚੰਗਾ ਹੋਵੇ ਕਿ ਈਡੀ ਵਾਲਿਆਂ ਨੂੰ ਸਬੂਤ ਲੱਭਣ, ਚੰਗਾ ਹੋਵੇ ਕਿ ਉਹ ਮਾਮਲੇ ਨੂੰ ਤਨ ਪੱਤਨ ਲਾਉਣ, ਤਾਂ ਜੋ ਭਾਰਤ ਦੇ ਲੋਕਾਂ ਦਾ ਆਪਣੀਆਂ ਏਜੰਸੀਆਂ ਦੇ ਵਿੱਚ ਯਕੀਨ ਵਿਸ਼ਵਾਸ ਕਾਇਮ ਰਹੇ ਕਿ ਜੇ ਉਹਨਾਂ ਨੇ ਦੋਸ਼ ਲਾਏ ਆ, ਜੇ ਉਹਨਾਂ ਨੂੰ ਲੱਗਦਾ ਕਿ ਬੰਦਾ ਗਿਲਟੀ ਹੈ, ਭਾਈ ਇਹ ਮਾੜਾ ਹੈ, ਇਹਦੇ ਖਿਲਾਫ ਸਬੂਤ ਸਾਡੇ ਕੋਲੇ ਹੈਗੇ ਆ, ਪੇਸ਼ ਕਰ ਦੇਣ ਚੰਗੇ ਤਰੀਕੇ, ਤਾਂ ਫਿਰ ਲੋਕਾਂ ਦਾ ਯਕੀਨ ਬੱਝਾ ਰਹੂ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਲਈ ਇਹ ਛੋਟਾ ਮਸਲਾ ਨਹੀਂ। ਆਮ ਆਦਮੀ ਪਾਰਟੀ 2 ਮੁੱਦਿਆਂ ਦੇ ਉੱਤੇ ਸਾਰੇ ਦੇਸ਼ ਦੇ ਵਿੱਚ ਜਾਣਾ ਚਾਹੁੰਦੀ ਹੈ। ਦਿੱਲੀੋਂ ਪੰਜਾਬ ਇਸੇ ਮੁੱਦੇ ਤੇ ਆਏ, ਪੰਜਾਬ ਤੋਂ ਬਾਅਦ ਹਿਮਾਚਲ, ਗੁਜਰਾਤ ਇਸੇ ਮੁੱਦੇ ਤੇ ਜਾਣਾ ਚਾਹੁੰਦੇ ਆ। ਉਹ ਇੱਕ ਹੈਗਾ ਆ ਸਕੂਲ ਸਿਸਟਮ, ਦੂਜਾ ਮੁਹੱਲਾ ਕਲੀਨਿਕ। ਤੇ ਮੁਹੱਲਾ ਸਕੂਲ ਸਿਸਟਮ ਜਿਹੜਾ ਉਹਨਾਂ ਨੇ ਦਿੱਲੀ ਦਾ ਸੁਧਾਰਨ ਦਾ ਦਾਅਵਾ ਕੀਤਾ, ਉਹ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਕੀਤਾ, ਉਹ ਐਜੂਕੇਸ਼ਨ ਮਿਨਿਸਟਰ ਨੇ। ਮੁਹੱਲਾ ਕਲੀਨਿਕ ਦਾ ਕਨਸੈਪਟ ਉਹ ਕਹਿੰਦੇ ਜੀ ਬਹੁਤ ਕਮਾਲ ਦਾ, ਉਹ ਸਤਿੰਦਰ ਜੈਨ ਨੇ, ਸਿਹਤ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ। ਤੇ ਜਿਹੜੇ 2 ਵੱਡੇ ਉਹ ਆਪਣੇ ਸਫਲਤਾ ਦੇ ਪਿੱਲਰ ਦੱਸਦੇ ਆ, ਜੇ ਉਹਨਾਂ ਦੇ ਵਿੱਚੋਂ ਇੱਕ ਪਿੱਲਰ ਖੜਾ ਕਰਨ ਵਾਲਾ ਬੰਦਾ ਕੱਲ ਨੂੰ ਦੋਸ਼ੀ ਪਾਇਆ ਗਿਆ ਤੇ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਸੈਟਬੈਕ ਹੋਊਗੀ। ਹਾਲਾਂਕਿ ਉਹ ਪੌਣੇ 5 ਕਰੋੜ ਰੁਪਈਏ ਦਾ ਰੌਲਾ ਰੱਪਾ ਹੈਗਾ 7-8 ਸਾਲ ਪੁਰਾਣਾ ਕਿ ਭਾਈ ਇਹਨਾਂ ਦੇ ਕੋਲੇ ਰੁਪਈਏ ਸੀ ਬਲੈਕ ਦੇ ਵਿੱਚ, ਕਲਕੱਤੇ ਰਾਹੀਂ ਸ਼ੈਲ ਕੰਪਨੀਆਂ ਰਾਹੀਂ 1 ਨੰਬਰ ਦੇ ਕੀਤੇ ਗਏ, ਫਿਰ ਜ਼ਮੀਨਾਂ ਜਾਇਦਾਦਾਂ ਖਰੀਦੀਆਂ ਗਈਆਂ। ਦੇਖੋ ਜੇ ਤਾਂ ਇਦਾਂ ਦੀ ਕੋਈ ਟ੍ਰਾਂਜੈਕਸ਼ਨ ਹੋਈ ਆ ਪਤਾ ਲੱਗ ਜਾਣਾ। ਬਾਕੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਫਿਰ ਕੱਟੜ ਇਮਾਨਦਾਰ ਸ਼ਬਦ ਵਰਤਿਆ। ਉਹ ਕਹਿੰਦੇ ਜੀ ਮੈਂ ਭਾਬੀ ਜੀ ਹੋਰਾਂ ਨੂੰ ਕਹਿਣਾ ਜੈਨ ਸਾਹਿਬ ਦੇ ਘਰੋਂ ਜਿਹੜੇ ਨੇ ਕਿ ਉਹ ਬਹੁਤ ਮਜ਼ਬੂਤ ਬੰਦੇ ਆ, ਤਾਕਤ ਵਾਲੇ ਬੰਦੇ ਆ, ਘਬਰਾਉਣਾ ਨਹੀਂ ਤੁਸੀਂ। ਮੈਂ ਉਹਨਾਂ ਦੇ ਬੱਚਿਆਂ ਨੂੰ ਕਹਿਣਾ ਕਿ ਸਾਡਾ ਭਰਾ ਤੇ ਤੁਹਾਡਾ ਡੈਡੀ ਜਿਹੜਾ ਉਹ ਬੜਾ ਤਾਕਤਵਰ ਬੰਦਾ, ਦੇਖਿਓ ਕਿੱਦਾਂ ਕਲੀਨ ਚਿੱਟ ਲੈ ਕੇ ਬਾਹਰ ਆਉਂਦਾ ਹੈ। ਤੇ ਉਹਨਾਂ ਨੇ ਵੀ ਉਹੀ ਕਿਹਾ, ਕਹਿੰਦੇ ਜੀ ਹਿਮਾਚਲ ਪ੍ਰਦੇਸ਼ ਦਾ ਸਾਡਾ ਇੰਚਾਰਜ ਸੀ ਉਹ ਬੰਦਾ, ਇਹਨਾਂ ਤੋਂ ਜਰਿਆ ਨਹੀਂ ਗਿਆ। ਇਹ ਧੱਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਤੁਸੀਂ ਦੇਖਿਓ ਸਾਡੇ ਪਹਿਲਾਂ ਵੀ ਕਹਿੰਦੇ ਜੀ ਕਈ ਬੰਦੇ ਜਿਹੜੇ ਆ ਉਹ ਇਹਨਾਂ ਨੇ ਫੜੇ ਸੀ ਪਰ ਸਾਰੇ ਬਾਹਰ ਨਿਕਲੇ ਆ। ਉਹਨਾਂ ਨੇ ਨਾਲ ਹੀ ਡਾਕਟਰ ਵਿਜੇ ਸਿੰਗਲਾ ਦਾ ਜ਼ਿਕਰ ਕਰਤਾ। ਉਹ ਕਹਿੰਦੇ ਜੀ ਸਾਡੇ ਤੇ ਤੋਹਮਤਾਂ ਲਾਉਂਦੇ ਆ। ਮੈਂ ਕਹਿੰਦੇ ਦਿੱਲੀ ਦਾ ਮੁੱਖ ਮੰਤਰੀ ਬਣਿਆ ਸੀ ਤੇ ਮੈਂ ਆਪਣਾ ਇੱਕ ਮੰਤਰੀ ਕਰਤਾ ਸੀ, ਦੋਸ਼ ਲੱਗੇ, ਪਤਾ ਨਹੀਂ ਸੀ ਕਿਸੇ ਨੂੰ। ਹੁਣ ਭਗਵੰਤ ਮਾਨ ਨੇ ਪੰਜਾਬ 'ਚ ਸਰਕਾਰ ਬਣਾਈ ਹੈ, ਉਹਨਾਂ ਦੇ ਇੱਕ ਮੰਤਰੀ ਦੇ ਦੋਸ਼ ਲੱਗੇ, ਉਹਨਾਂ ਨੇ ਬੰਦਾ ਕੱਢਦਾ, ਸਾਡੇ ਤੇ ਕੋਈ ਤੋਹਮਤ ਕਿੱਦਾਂ ਲਾ ਸਕਦਾ? ਬਾਕੀ
ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਪੁੱਛਗਿੱਛ ਕਰਕੇ ਕੀ ਕੁਝ ਅਦਾਲਤ ਦੇ ਸਾਹਮਣੇ ਪੇਸ਼ ਕਰਦੇ ਆ, ਉੱਥੋਂ ਮਸਲਾ ਨਿਕਲੂ। ਨਹੀਂ, ਇੱਕ ਗੱਲ ਤਾਂ ਹੈਗੀ ਆ, ਦੇਖੋ ਕਿਤੇ ਨਾ ਕਿਤੇ ਜੇ ਇਹਨੂੰ ਸਿਆਸੀ ਬਿਆਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਫਿਰ ਤੇ ਜਾਪਦਾ ਵੀ ਹੁਣ ਹਿਮਾਚਲ ਵਾਲਾ ਕੰਮ ਗਰਮ ਹੋਣ ਲੱਗ ਪਿਆ। ਕਿਉਂਕਿ ਜੇ ਆਪਾਂ ਕੱਲ੍ਹ ਦੇ ਦਿਨ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਹਿਮਾਚਲ ਦੇ ਵਿੱਚ ਸ਼ਿਮਲੇ ਉਹਨਾਂ ਨੇ ਰੈਲੀ ਕੀਤੀ, ਕਿਉਂਕਿ 8 ਸਾਲ ਪੂਰੇ ਹੋਏ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਿਆ। ਹੁਣ 8 ਸਾਲ ਪੂਰੇ ਹੋਣ ਦਾ ਸਮਾਗਮ ਦਿੱਲੀ 'ਚ ਵੀ ਹੋ ਸਕਦਾ ਸੀ ਜਾਂ ਉਹਨਾਂ ਦੇ ਗੁਜਰਾਤ 'ਚ ਵੀ ਹੋ ਸਕਦਾ ਸੀ, ਜਿੱਥੋਂ ਮੁੱਖ ਮੰਤਰੀ ਰਹਿ ਕੇ ਆਏ, ਪ੍ਰਧਾਨ ਮੰਤਰੀ ਬਾਅਦ 'ਚ ਬਣੇ, ਪਰ ਹਿਮਾਚਲ ਉਹਨਾਂ ਨੇ ਚੁਣਿਆ। ਹਿਮਾਚਲ ਇਸ ਕਰਕੇ ਚੁਣਿਆ ਕਿਉਂਕਿ ਚੰਦ ਮਹੀਨੇ ਰਹਿ ਗਏ, ਉੱਥੇ ਇਲੈਕਸ਼ਨਾਂ ਨੇ, ਉੱਥੋਂ ਹੀ ਉਹਨਾਂ ਨੇ ਜਿਹੜੇ ਦੂਸਰੀ ਗੱਲ ਜੁੜਦੀ ਜਾ ਕੇ, ਕਿਉਂਕਿ ਪਿਛਲੇ ਸਾਲ 1.5 ਸਾਲ ਦੇ ਵਿੱਚ ਕਿਸਾਨੀ ਅੰਦੋਲਨ ਦਾ ਕਰਕੇ ਜਿਹੜੇ ਕਿਸਾਨਾਂ ਦਾ ਮਸਲਾ ਸੀ ਉਹ ਬੜਾ ਲਾਈਮਲਾਈਟ ਸੀਗਾ। ਹੁਣ ਕਿਸਾਨਾਂ ਨੂੰ ਨੋ ਡਾਊਟ ਕੇਂਦਰ ਵਾਲੀ ਸਰਕਾਰ ਵੱਲੋਂ 2-2 ਹਜ਼ਾਰ ਦਿੱਤਾ ਜਾਂਦਾ ਜੀ, ਉਹਦੀ ਜਿਹੜੀ ਕਿਸ਼ਤ ਜਾਰੀ ਕਰਨੀ ਸੀ ਉਹ ਵੀ ਉੱਥੋਂ ਜਾ ਕੇ ਜਾਰੀ ਕੀਤੀ। ਐਂਡ ਫਿਰ ਉਹਨਾਂ ਨੇ ਉਹ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਫਿਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਦੇਖੋ ਇਹ ਇਸ ਕਰਕੇ ਪੋਸੀਬਲ ਹੋ ਸਕਿਆ ਕਿਉਂਕਿ ਪਹਿਲੀਆਂ ਸਰਕਾਰਾਂ ਦਾ ਜਿਹੜਾ ਭ੍ਰਿਸ਼ਟਾਚਾਰ ਉਹ ਇੱਕ ਤਰ੍ਹਾਂ ਦਾ ਅੰਗ ਹੁੰਦਾ ਸੀ ਵੀ ਇੰਨਾ ਕੁ ਜ਼ਰੂਰੀ ਹੈ ਤੇ ਅਸੀਂ ਉਹ ਚੀਜ਼ ਬਰਦਾਸ਼ਤ ਨਹੀਂ ਕਰਦੇ, ਇਸ ਕਰਕੇ ਜਿਹੜਾ ਐਂਡ ਤੱਕ ਵੀ ਇਸ ਦੇਸ਼ 'ਚ ਰਹਿਣ ਵਾਲਾ ਬੰਦਾ ਉਹਨੂੰ ਜੋ ਕੇਂਦਰ ਸਰਕਾਰ ਚਾਹੁੰਦੀ ਉਹਦੇ ਖਾਤੇ ਤੱਕ ਪਹੁੰਚਦਾ। ਤੇ ਇਹੀ ਚੀਜ਼ ਜਿਹੜੀ ਉਹ ਕਹਿੰਦੇ ਵੀ ਅਸੀਂ ਹਿਮਾਚਲ 'ਚ ਵੀ ਲੈ ਕੇ ਆਵਾਂਗੇ। ਸੋ ਇਨਡਾਇਰੈਕਟ ਵੇ ਨਾਲ ਆਪਾਂ ਕਹਿ ਸਕਦੇ ਵੀ ਬੀਜੇਪੀ ਨੇ ਆਪਣੇ ਪ੍ਰਚਾਰ ਦੀ ਉੱਧਰ ਸ਼ੁਰੂਆਤ ਕਰ ਲਈ। ਜੀ ਨਹੀਂ, ਪ੍ਰਚਾਰ ਦੀ ਸ਼ੁਰੂਆਤ ਹੋ ਗਈ ਜੀ। ਸਾਰੇ ਇਸ ਵੇਲੇ ਬਾਰ-ਬਾਰ ਭਾਜਪਾ ਦੇ ਨੇਤਾ ਜਿਹੜੇ ਹਿਮਾਚਲ ਪ੍ਰਦੇਸ਼ ਜਾ ਰਹੇ, ਥੋੜ੍ਹੀਆਂ ਤਾਂ ਵਿਧਾਨ ਸਭਾ ਦੀਆਂ ਸੀਟਾਂ ਨੇ ਉੱਥੇ, ਤੇ ਸੁਖਨਾ ਜੇ ਸਾਰੇ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਕੋਟੇ ਵਾਲੇ ਮੁੱਖ ਮੰਤਰੀ ਆ, ਇੱਕ ਇੱਕ ਸੀਟ ਹੀ ਆਉਂਦੀ ਸਾਰਿਆਂ ਨੂੰ। ਜਾਣੀ ਜੇ ਉੱਥੇ ਜ਼ੋਰ ਲਾ ਦੇਣਾ ਤਾਂ ਹਰ ਇੱਕ ਵਿਧਾਨ ਸਭਾ ਹਲਕੇ ਤੇ ਇੱਕ ਕੇਂਦਰੀ ਮੰਤਰੀ ਜਾਂ ਇੱਕ ਕਿਸੇ ਸੂਬੇ ਦਾ ਮੁੱਖ ਮੰਤਰੀ ਆ ਕੇ ਇੰਚਾਰਜ ਦੇ ਰੂਪ 'ਚ ਬੈਠਾ ਹੋਊਗਾ ਤੇ ਬਾਜੀ ਉਹਨਾਂ ਦੇ ਲਈ ਵੀ ਸਿਰ ਧੜਦੀ ਹੈ ਕਿਉਂਕਿ ਸਰਕਾਰ ਉਹਨਾਂ ਦੀ ਹੈ। ਪਰ ਪਿਛਲੇ ਸਮੇਂ ਦੇ ਵਿੱਚ ਇੱਕ ਲੋਕ ਸਭਾ ਤੇ 3 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਠਾ ਕਰਕੇ ਭਾਜਪਾ ਹਾਰੀ ਸੀ। ਉਹ ਦੁਬਾਰਾ ਉੱਭਰਨਾ ਵੀ ਚਾਹੁੰਦੇ ਆ। ਉਹਦੇ ਤੋਂ ਬਾਅਦ ਰਾਜਸਥਾਨ ਤੇ ਹਰਿਆਣੇ ਦੀਆਂ ਚੋਣਾਂ ਜਿਹੜੀਆਂ ਉਹ ਤਿਆਰ ਨੇ, ਛੱਤੀਸਗੜ੍ਹ ਦੇ ਵਿੱਚ ਵੀ ਵੋਟਾਂ ਪੈਣੀਆਂ। ਸੋ ਉਹ ਸਾਰੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਇੱਕ ਤਾਂ ਭਾਜਪਾ ਨੇ ਪੂਰਾ ਜ਼ੋਰ ਲਾਉਣਾ। ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਦਿੱਲੀ ਪੰਜਾਬ ਤੋਂ ਬਾਅਦ ਕਿਤੇ ਨਾ ਕਿਤੇ ਖਾਤਾ ਖੋਲੀਏ, ਜ਼ੋਰ ਉਹਨਾਂ ਦਾ ਵੀ ਲੱਗਣਾ। ਕਾਂਗਰਸ ਪਾਰਟੀ ਵਾਲਿਆਂ ਨੇ ਚਿੰਤਨ ਬਹੁਤ ਕੀਤਾ ਹੈ। ਚਿੰਤਨ ਚਿੰਤਾ 'ਚ ਬਦਲਦਾ ਜਾਂ ਚਿੰਤਨ ਤੋਂ ਬਾਅਦ ਕੋਈ ਸਫਲਤਾ ਮਿਲਦੀ ਹੈ, ਇਹ ਕੰਮ ਬਾਅਦ ਦਾ। ਹੁਣ ਸੰਧਾਲੀਆ ਸਾਹਿਬ ਇੱਕ ਜ਼ਿਕਰ ਆਪਾਂ ਕਰ ਲਈਏ, ਲੋਕ ਚਾਹੁੰਦੇ ਸੀ ਕਿ ਪਰਲਜ਼ ਕੰਪਨੀ 'ਚ ਪੈਸੇ ਫਸੇ ਆ। ਨਿਰਮਲ ਸੁਭੰਗੂ ਹੋਰੀ ਜੇਲ੍ਹ 'ਚ ਨੇ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਸਾਨੂੰ ਪੈਸੇ ਦਵਾਏ, ਆਮ ਲੋਕਾਂ ਦੇ ਪੈਸੇ ਨੇ, ਖਾਸ ਤੌਰ ਦੇ ਉੱਤੇ ਮਾਲਵਾ ਬੈਲਟ ਹੈ ਸਾਰੇ ਪੰਜਾਬ ਦੇ ਪੈਸੇ ਆ, ਪੰਜਾਬ ਤੋਂ ਬਾਹਰਲੇ ਲੋਕਾਂ ਦੇ ਮਾਲ ਵਿੱਚੋਂ ਬਹੁਤੇ ਆ। ਉਹ ਪਰਲਜ਼ ਕੰਪਨੀ ਦੇ ਵਿੱਚੋਂ ਕੀ ਨਿਕਲਣਾ ਇਹ ਤਾਂ ਪਤਾ ਨਹੀਂ, ਪਰ ਤਕਰੀਬਨ 4-5-6 ਸਾਲ ਪਹਿਲਾਂ ਇੱਕ ਕੰਪਨੀ ਹੋਰ ਜਿਹੜੀ ਉੱਤਰ ਭਾਰਤ ਦੇ ਵਿੱਚ ਸਰਗਰਮ ਸੀ ਤੇ ਬਹੁਤਾ ਆਧਾਰ ਉਹਦਾ ਮਾਲ ਵਿੱਚ, ਉਹਨੂੰ ਕਰਾਊਨ ਚਿੱਟ ਫੰਡ ਕੰਪਨੀ ਕਹਿੰਦੇ ਆ, ਕਰਾਊਨ। ਹੁਣ ਉਹਦੇ ਐਮਡੀ ਜਗਜੀਤ ਸਿੰਘ ਉਹਦਾ ਨਾਂ। ਉਦੋਂ ਇੱਕਦਮ ਮੇਰੇ ਖਿਆਲ 2017 'ਚ ਹੀ 400-500 ਸ਼ਿਕਾਇਤਾਂ ਆ ਗਈਆਂ ਸੀ ਜੀ, ਸਾਨੂੰ ਪਹਿਲਾਂ ਤਾਂ ਪੈਸੇ ਲੈ ਲਏ ਜੀ, ਇੰਨੇ ਪੈਸੇ ਬਣਨ ਨੂੰ ਕਹਿੰਦੇ ਸੀ, ਸਾਡੇ ਨਾਲ ਧੱਕਾ ਹੋ ਗਿਆ ਜੀ, ਦਫ਼ਤਰ ਬੰਦ ਹੋ ਗਿਆ ਜੀ, ਅਸੀਂ ਤਾਂ ਲੁੱਟੇ ਗਏ ਜੀ, ਅਸੀਂ ਤਾਂ ਆਪਣੀ ਕਮਾਈ ਦੇ ਪੈਸੇ ਘਰ ਵੇਚ ਕੇ ਗਹਿਣੇ ਰੱਖ ਕੇ ਪੈਸੇ ਲਾਤੇ ਕਿ 4 ਪੈਸੇ ਕਮਾ ਲਵਾਂਗੇ। ਉਹ ਜਦੋਂ ਸਾਰੇ ਪਾਸਿਓਂ ਕੰਪਲੇਂਟਾਂ ਆਉਣ ਲੱਗ ਪਈਆਂ, ਦਫ਼ਤਰਾਂ ਨੂੰ ਜਿੰਦਰੇ, ਐਮਡੀ ਸਾਹਿਬ ਰੂਪੋਸ਼ ਪਤਾ ਹੀ ਨਹੀਂ ਕਿੱਧਰਲੇ ਪਾਸੇ, ਹਰਿਆਣੇ ਦੀ ਪੁਲਿਸ ਲੱਭਦੀ ਫਿਰੇ, ਪੰਜਾਬ ਵਾਲੀ ਲੱਭਦੀ ਫਿਰੇ, ਹਿਮਾਚਲ ਵਾਲੀ, ਦਿੱਲੀ ਵਾਲੀ ਲੱਭਦੀ ਫਿਰੇ, ਬੰਦਾ ਨਹੀਂ ਲੱਭਦਾ ਸੀ। ਹੁਣ ਅਚਾਨਕ 36-37 ਸਾਲੀ ਇੱਕ ਕਲੀਨ ਸ਼ੇਵ ਬੰਦਾ ਹਰਿਆਣੇ ਦੀ ਪੁਲਿਸ ਨੇ ਗੁਜਰਾਤ ਦੇ ਵਿੱਚੋਂ ਫੜ ਲਿਆ ਜਾ ਕੇ, ਤੇ ਪਤਾ ਲੱਗਾ ਕਿ ਜਿਹੜਾ ਬੰਦਾ ਪਹਿਲਾਂ ਸਰਦਾਰ ਹੁੰਦਾ ਸੀ, ਜਦੋਂ ਕਰਾਊਨ ਚਿੱਟ ਫੰਡ ਕੰਪਨੀ ਚਲਾਉਂਦਾ ਸੀ, ਤੇ ਜਦੋਂ ਸਾਰੇ ਪਾਸੇ ਰੌਲਾ ਪੈ ਗਿਆ 10-12 ਹਜ਼ਾਰ ਕਰੋੜ ਰੁਪਏ ਦਾ ਇੱਕ ਘਪਲਾ ਸੀ, ਬਹੁਤਾ ਵੱਡਾ ਨਹੀਂ ਸੀ, ਕੋਈ 10-12 ਹਜ਼ਾਰ ਕਰੋੜ ਦਾ, ਤੇ ਹਜ਼ਾਰਾਂ ਹੀ ਲੋਕਾਂ ਦੇ ਵਿੱਚ ਪੈਸੇ ਸੀ। ਹੁਣ ਉਹ ਬੰਦੇ ਨੂੰ ਹਰਿਆਣੇ ਦੀ ਪੁਲਿਸ ਨੇ ਗੁਜਰਾਤ ਦੇ ਵਿੱਚ ਜਾ ਕੇ ਦਬੋਚ ਲਿਆ ਤੇ ਪੰਜਾਬ ਦੀ ਪੁਲਿਸ ਕਹਿੰਦੀ ਆ ਕਿ ਅਸੀਂ ਹਰਿਆਣੇ ਵਾਲਿਆਂ ਨਾਲ ਸੰਪਰਕ ਕਰ ਰਹੇ ਹਾਂ ਤੇ ਉੱਥੋਂ ਫਿਰ ਬੰਦਾ ਲੈ ਕੇ ਆਵਾਂਗੇ। ਲੋਕਾਂ ਦੇ ਪੈਸੇ ਮੁੜਦੇ ਆ ਕਿ ਨਹੀਂ ਮੁੜਦੇ, ਪਰ ਮਿਸਾਲੀ ਸਜ਼ਾਵਾਂ ਮਿਲਣ ਤਾਂ ਜੋ ਭਵਿੱਖ ਦੇ ਵਿੱਚ ਕੰਪਨੀ ਬਣਾਉਣ ਤੋਂ ਪਹਿਲਾਂ ਕੋਈ ਬੰਦਾ 100 ਵਾਰੀ ਸੋਚੇ ਕਿ ਭਾਈ ਨਹੀਂ ਰਹਿਣ ਹੀ ਦਿੰਦੇ ਆ। ਤੇ ਉਹ ਤੇ ਰਹਿਣ ਦਿੰਦੇ ਆ। ਦੇਖੋ ਕਾਰਨ ਹੈ ਵੀ ਜਿਹਦੇ ਤੇ ਯਕੂ ਦਿਮਾਗ 'ਚ ਇਹ ਗੱਲ ਆ ਗਈ ਨਾ ਵੀ ਮੈਂ ਕੁਝ ਕਰਨਾ ਹੀ, ਉਹਨੂੰ ਤੇ ਤੁਸੀਂ ਟਾਲ ਨਹੀਂ ਸਕਦੇ। ਠੀਕ ਹੈ, ਕਿਉਂਕਿ ਅਗਲੇ ਨੂੰ ਐਂ ਲੱਗਦਾ ਵੀ ਮੈਂ ਬਣਾ ਇੰਨੇ ਕੁ ਲੈਣੇ ਆ ਵੀ ਮਗਰਲੇ ਨਿਆਣੇ ਤੇ ਮੇਰੇ ਨਜ਼ਾਰੇ ਲੈਣਗੇ ਨਾ, ਵੀ ਜੇ ਮੈਂ 10-15 ਸਾਲ ਅੰਦਰ ਵੀ ਰਿਹਾ ਤੇ ਕਿਹੜਾ ਕੋਈ ਫਰਕ ਪੈਂਦਾ। ਕੈਲਕੂਲੇਸ਼ਨ ਕਰਨ ਵਾਲੇ ਹੁੰਦੇ ਬੰਦੇ ਇਦਾਂ ਦੇ ਵੀ ਕੋਈ ਗੱਲ ਨਹੀਂ ਜੀ, ਮੈਂ ਆਪਣੇ ਆਪ ਨੂੰ ਜੇਲ੍ਹ 'ਚ ਵੀ ਮੈਨੂੰ ਤਾੜ ਦੇਣਗੇ, ਤਾੜ ਦੇਣ, ਜੋ ਮੈਂ ਛੱਕ ਕੇ ਡਕਾਰ ਮਾਰ ਲਿਆ ਉਹਦੇ ਕੋਈ ਕਢਾਉਣੋਂ ਰਿਹਾ। ਇੱਥੇ ਮੈਨੂੰ ਲੱਗਦਾ ਵੀ ਜਿਹੜੀ ਆਮ ਆਪਣੇ ਪਰਿਵਾਰ ਨੇ ਉਹਨਾਂ ਨੂੰ ਜ਼ਰੂਰ ਅਲਰਟ ਰਹਿਣ ਦੀ ਲੋੜ ਆ। ਕਿਸੇ ਵੇਲੇ ਹੁੰਦਾ ਵੀ ਆਮ ਬੰਦੇ ਇਹ ਕੰਮ ਤੇ ਗਏ ਆ, ਮਾਈਆਂ ਘਰੇ ਉੱਥੇ ਬਾਹਰ 'ਚ ਬੈਠੀਆਂ ਗੱਲਾਂ ਕਰਦੀਆਂ, ਇਹਨਾਂ ਨੂੰ ਕੋਈ ਬੰਦਾ ਟੈਚੀ ਫੜ ਕੇ ਤੁਰਿਆ ਆਉਂਦਾ ਵੀ ਹਾਂਜੀ ਤਾਈ ਤੇਰੇ ਨਾਲ ਗੱਲ ਕਰਨੀ ਸੀ, ਇੱਕ ਬੜੀ ਸਕੀਮ ਆਈ, ਉਹ ਇੱਕ ਅੱਧੀ ਬੀਬੀ ਦੇ ਕਿਤੇ ਨਾ ਕਿਤੇ ਕੋਈ ਲੱਗਦੀ ਹੈ ਵੀ ਸ਼ਾਇਦ ਕੋਈ ਠੀਕ ਗੱਲ ਜਾਪੇ, ਉਹਨਾਂ ਨੇ ਆਪਣੇ ਬੰਦੇ ਕੋਲ ਲੱਗ ਬੰਨੇ ਵੀ ਰੱਖੇ ਹੁੰਦੇ, ਜਿਹਨਾਂ ਹੈਗਾ ਉਹ ਫਲਾਨਿਆਂ ਨੇ ਵੀ ਕਰਾਇਆ, ਉਹ ਤੇ 500 ਰੁਪਈਆ ਕਰਾਉਂਦੇ ਆ ਤੇ 1000 ਉਹਨਾਂ ਨੂੰ ਮਿਲਣ ਲੱਗ ਪੈਂਦਾ, ਉਹਨਾਂ ਦੇ ਤੇ ਇੰਨੇ ਪੈਸੇ ਜਮ੍ਹਾਂ ਵੀ ਹੋ ਗਏ। ਸ਼ੁਰੂ ਦੇ ਵਿੱਚ ਉਹ 500 ਦਾ 1000 ਕਰਦੇ ਵੀ ਆ, ਦੋਵਾਂ ਚੌਂ ਨੂੰ ਦਿੰਦੇ ਵੀ ਇੱਦਾਂ ਦੇ ਪੈਸੇ,
ਉਹਨਾਂ ਨੂੰ ਲੱਗਦਾ ਵੀ ਹਾਂ ਯਾਰ ਵਾਕਿਆ ਕੰਮ ਤੇ ਚੱਲਦਾ। ਫਿਰ ਆਪਣੇ ਇੱਕ ਇਹ ਵੀ ਰਿਵਾਜ ਆ ਵੀ ਆਪਾਂ ਨੂੰ ਹੁੰਦਾ ਵੀ ਬਸ ਹੁਣ ਮੁੱਠੀ ਘੁੱਟ ਲਓ ਕਿ ਗਵਾਂਢੀ ਨੂੰ ਨਾ ਪਤਾ ਲੱਗ ਜਾਵੇ ਵੀ ਅਸੀਂ ਕਿਹੜਾ ਕਾਰੋਬਾਰ ਸ਼ੁਰੂ ਕੀਤਾ। ਉਹ ਗਵਾਂਢੀ ਤਾਂ ਕੀ ਪਤਾ ਦੱਸਿਆ ਹੋਵੇ ਤੇ ਆਪਾਂ ਨੂੰ ਉਹੀ ਦੱਸਦੇ ਵੀ ਬਾਜੋ ਮੇਰੇ ਟੀਕਾ ਲੱਗ ਡੇ, ਮੇਰੇ ਟੀਕਾ ਲੱਗ ਡਿਆ, ਜਾਂ ਯਾਰ ਇਹੋ ਜਿਹਾ ਕੰਮ ਅੱਗੇ ਵੀ ਹੁੰਦਾ, ਉਹ ਤੋਂ ਆਪਾਂ ਲੁਕਾ ਰੱਖਦੇ ਆ। ਤੇ ਜਦੋਂ ਆਪਣੇ ਟੀਕਾ ਛੱਡ ਕੇ ਗਲੂਕੋਜ਼ ਲੱਗ ਜਾਂਦਾ ਫਿਰ ਆਪਾਂ ਮੁੜ ਕੇ ਪੁੜਾ ਫੜੀ ਫਿਰਦੇ ਨੇ ਵੀ ਉਹ ਹੋ ਮਹਾਰਾਜ ਸਾਡਾ ਬਚਾਅ ਕਰਾ ਦਿਓ ਵੀ ਬਹੁਤ ਔਖਾ ਹੋ ਗਿਆ। ਨਹੀਂ, ਇਹ ਸਾਨੂੰ ਰੌਲਾ ਤਾਂ ਪਾਉਣਾ ਪਊਗਾ। ਦੋ ਮਸਲਿਆਂ ਦੇ ਉੱਤੇ ਅਸੀਂ ਪੰਜਾਬੀ ਬਹੁਤ ਫਸੇ। ਇੱਕ, ਜਦੋਂ ਨਿੱਕਾ ਨਿਆਣਾ ਬਾਹਰ ਭੇਜਣਾ ਹੁੰਦਾ, ਜਿਹੜਾ ਤਾਂ ਬੰਦਾ 1 ਨੰਬਰ ਦਾ ਕੰਮ ਕਰਦਾ, ਟਰੈਵਲ ਏਜੰਟ, ਕੰਸਲਟੈਂਟ, ਉਹ ਕਹਿੰਦਾ ਜਿਹਨੂੰ ਮਰਜ਼ੀ ਦੱਸੋ ਜੀ ਪੇਪਰ ਤੁਹਾਡੇ 1 ਨੰਬਰ ਦੇ ਆ, ਤੁਸੀਂ ਸਾਰੇ ਕਾਗਜ਼ ਦਿੱਤੇ, ਮੈਂ ਆਪਣੀ ਫੀਸ ਲਈ ਆ, ਗੱਲ ਕਿਹੜੀ ਆ, ਡਰ ਕਾਹਦਾ। ਤਾਂ ਜਿਹਨੇ ਧੋਖਾ ਕਰਨਾ ਉਹ ਸਭ ਤੋਂ ਪਹਿਲਾਂ ਕਿਸੇ ਨੂੰ ਨਹੀਂ ਦੱਸਣਾ। ਲੋਕ ਭਾਨੀ ਮਾਰ ਦਿੰਦੇ ਹੁੰਦੇ ਆ, ਚਿੱਠੀ ਪਾ ਦੇਣਗੇ, ਸ਼ਿਕਾਇਤ ਕਰ ਦਿੰਦੇ ਹੁੰਦੇ ਆ। ਇਸ ਕਰਕੇ ਚੁੱਪ ਚਪੀਤੇ ਚੜ ਜਾਓ, ਪੈਸੇ ਟੇਬਲ ਤੇ ਰੱਖੋ। ਤੇ ਪਤਾ ਉਦੋਂ ਲੱਗਦਾ ਜਦੋਂ ਫਰਦ ਦੇ ਪਿੱਛੇ ਵੀ ਲਾਲ ਅੱਖਰਾਂ ਨਾਲ ਲਿਖਿਆ ਹੁੰਦਾ, ਬੈਂਕ 'ਚ ਵੀ ਰੁਪਈਆ ਕੋਈ ਨਹੀਂ ਹੁੰਦਾ, ਏਜੰਟ ਦੇ ਦਫ਼ਤਰ ਨੂੰ ਵੀ ਜਿੰਦਰਾ ਲੱਗਿਆ ਹੁੰਦਾ, ਤੇ ਮੁੰਡੇ ਕੋਲ ਪਾਸਪੋਰਟ ਵੀ ਨਹੀਂ ਰਹਿੰਦਾ, ਪਾਸਪੋਰਟ ਵੀ ਉਹਦੇ ਨਾਲ ਹੀ ਲੈ ਜਾਂਦੇ ਆ। ਸਾਨੂੰ ਉਦੋਂ ਵੀ ਰੌਲਾ ਪਾਉਣਾ ਚਾਹੀਦਾ ਕਿ ਆਹ ਕੰਮ ਕਰਨ ਲੱਗੇ ਆ, ਰਿਸ਼ਤੇਦਾਰ ਆਂਢੀਆਂ ਗੁਆਂਢੀਆਂ ਕੋਲ ਘੱਟੋ ਘੱਟ। ਦੂਸਰਾ, ਇੱਦਾਂ ਦੇ ਕੰਪਨੀਆਂ ਦੇ ਵਿੱਚ ਜਦੋਂ ਪੈਸੇ ਲਾਉਣੇ ਆ ਨਾ, ਉਦੋਂ ਜ਼ਰੂਰ ਸੋਚਿਆ ਜਾਵੇ। ਸਾਡੀ ਆਮ ਤੌਰ ਦੇ ਉੱਤੇ ਆਦਤ ਹੈ ਕਿ ਅਸੀਂ 1 ਜਾਂ 2 ਬੰਦਿਆਂ ਤੋਂ ਪੁੱਛ-ਗਿੱਛ ਕਰਦੇ ਹਾਂ, ਹਾਂਜੀ ਕਿੱਦਾਂ, ਉਹਨੇ ਕਹਿਣਾ ਜੀ ਮੇਰਾ ਵੀ ਠੀਕ ਹੋਇਆ, ਉਹ ਕਿਹੜਾ ਮੈਨੇਜਰ ਲੱਗਾ, ਉਹਨੇ ਕਿਤੇ ਲਾ ਦੀ ਪੜ੍ਹਾਈ ਕੀਤੀ ਹੈ, ਜਿਹਨੂੰ ਪੁੱਛ ਕੇ ਤੁਸੀਂ ਪੈਸੇ ਲਾਉਣ ਲੱਗੇ, ਉਹਨੇ ਖਰੇ 1000 ਲਾਇਆ ਹੋਣਾ, ਤੁਸੀਂ ਸਾਰੀ ਕਮਾਈ ਲਾ ਦੇਣੀ ਹੈ। ਚਲੋ, ਇਹ ਕਰਾਊਨ ਚਿੱਟ ਫੰਡ ਕੰਪਨੀ ਦਾ ਬੰਦਾ ਕਾਬੂ ਆਇਆ, ਪਰਲਜ਼ ਕੰਪਨੀ ਦੇ ਪੀੜਤਾਂ ਨੂੰ ਵੀ ਪੈਸੇ ਮਿਲਣ ਉਹਨਾਂ ਦੇ, ਕਿਉਂਕਿ ਉਹ ਵਾਧੂ ਥੋੜ੍ਹਾ ਮੰਗਦੇ, ਹੁਣ ਤਾਂ ਜਿੰਨੇ ਕੁ ਉਹਨਾਂ ਦੇ ਲੱਗੇ ਉਨੇ ਕੁ ਮੰਗਦੇ ਆ। ਤੇ ਭਵਿੱਖ ਦੇ ਵਿੱਚ ਪੰਜਾਬੀ ਥੋੜ੍ਹਾ ਜਿਹਾ ਸੁਚੇਤ ਰਹਿ ਕੇ ਕੰਮ ਕਰਨ, ਗੱਲ ਤਾਂ ਬਣਦੀ ਆ। ਚਲੋ ਆਸ ਕਰਦੇ ਹਾਂ ਵੀ ਆਪਾਂ ਥੋੜ੍ਹੇ ਜਿਹੇ ਸਿਆਣੇ ਬਣ ਜਾਵਾਂਗੇ। ਨਹੀਂ ਤੇ ਮੇਰੇ ਖਿਆਲ ਨਾਲ ਕਈ ਵਾਰਾਂ ਕਿਤੇ ਮੇਲੇ ਮੱਸਿਆ ਜਾਓ ਨਾ, ਤੇ ਪੁਰਾਣੀਆਂ ਕਈ ਵਾਰਾਂ ਕਿਸੇ ਵੇਲੇ ਉਹ ਕਿਤਾਬਾਂ ਦੇ ਉਹਨਾਂ ਨੇ ਲਿਫਾਫੇ ਬਣਾਏ ਹੁੰਦੇ ਆ, ਤੇ ਉਹ ਲਿਫਾਫਿਆਂ ਦੇ ਉੱਪਰ ਵੀ ਕਿਤੇ ਇੱਧਰ ਉੱਧਰ ਪੁੱਠ ਸਿੱਧਾ ਕਰਕੇ ਪੜ੍ਹੋ ਤੇ ਕਹਾਣੀ ਨਜ਼ਰ ਆ ਜਾਂਦੀ ਉਹੀ ਵੀ ਉਹ ਲੂੰਬੜੀ ਵਾਲੀ ਤੇ ਚਲਾਕ ਲੂੰਬੜੀ ਵਾਲੀ ਤੇ ਹੈ ਨਾ, ਵੀ ਉਹ ਕਾਂ ਵਾਲੀ, ਵੀ ਉਹਨੇ ਉਹਨੂੰ ਕਿੱਦਾਂ ਮਤਲਬ ਕੀਤਾ, ਤੇ ਉਸ ਤੋਂ ਬਾਅਦ ਹੈ ਨਾ। ਸੋ ਉਹ ਗੱਲਾਂ ਕਹਾਣੀਆਂ 'ਚ ਉੱਥੇ ਰਹਿ ਜਾਂਦੀਆਂ। ਬਾਅਦ ਦੇ ਵਿੱਚ ਜਦੋਂ ਅਸਲ ਜ਼ਿੰਦਗੀ ਵਿੱਚ ਆਪਾਂ ਵਿਚਰਦੇ ਹਾਂ ਤੇ ਫਿਰ ਆਪਾਂ ਨੂੰ ਗੱਲਾਂ ਚੇਤੇ ਭੁੱਲ ਜਾਂਦੀਆਂ। ਇਸ ਕਰਕੇ ਲਾਲਚ ਤੋਂ ਖੁਦ ਵੀ ਬਚਣਾ ਚਾਹੀਦਾ। ਦੂਜੀ ਗੱਲ ਫਿਰ ਇੱਕ ਵਾਰ ਯਾਦ ਕਰਾਵਾਂ, ਤੇ ਇਸ ਵਕਤ ਤੇ ਬਹੁਤਾ ਰੌਲਾ ਵੀ ਵੱਖ-ਵੱਖ ਸਟੇਟਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ, ਪਰ ਫਿਕਰ ਕਰਨ ਵਾਲਿਆਂ ਨੂੰ 2024 ਦਾ ਵੀ ਪੈ ਗਿਆ। ਹੁਣ ਮਮਤਾ ਬੈਨਰਜੀ ਹੋਰੀ ਦੁਬਾਰਾ ਲਾਈਮਲਾਈਟ 'ਚ ਆਏ ਆ, ਤੇ ਉਹ ਕਹਿੰਦੇ ਵੀ ਦੇਖੋ 2024 ਦੇ ਵਿੱਚ ਬੀਜੇਪੀ ਜਿਹੜੀ ਹੈ ਜੀ, ਉਹਦਾ ਤੇ ਖਾਤਾ ਹੀ ਨਹੀਂ ਖੁੱਲ੍ਹਣਾ, ਕਿ ਉਹਨਾਂ ਦਾ ਆਪਣਾ ਕੋਈ ਕੈਲਕੂਲੇਸ਼ਨ ਹੋਊਗੀ। ਉਹ ਕਹਿੰਦੇ ਵੀ ਦੇਖੋ ਜਿਸ ਤਰ੍ਹਾਂ ਦੀ ਸਿਆਸਤ ਇਹ ਕਰਦੇ ਨੇ, ਜਾਂ ਜਿਸ ਤਰ੍ਹਾਂ ਮੁਲਕ ਨੂੰ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਟਰੀਟ ਕੀਤਾ, ਐਂਡ ਜ਼ਿਕਰ ਉਹਨਾਂ ਨੇ ਵੀ ਉਸ ਚੀਜ਼ ਦਾ ਕੀਤਾ ਜੋ ਨਵੰਬਰ 2016 'ਚ ਕੀਤਾ ਗਿਆ ਸੀਗਾ, ਇੱਕ ਤਰ੍ਹਾਂ ਨਾਲ ਨੋਟਬੰਦੀ ਦਾ। ਉਹ ਕਹਿੰਦੇ ਵੀ ਉਹਨਾਂ ਨੇ ਐਸਾ ਸੈੱਟਬੈਕ ਲਾਤਾ ਵੀ ਉਦੋਂ ਬਾਅਦ ਉੱਠਿਆ ਹੀ ਨਹੀਂ ਮੁਲਕ। ਤੇ ਇਹੋ ਜਿਹੀ ਸਰਕਾਰ ਜਿਹੜੀ ਆ ਉਹ ਹੁਣ ਦੁਬਾਰਾ ਸੱਤਾ 'ਚ ਨਹੀਂ ਆਉਣੀ ਚਾਹੀਦੀ। ਇਹ ਜ਼ਿਕਰ ਕਰਕੇ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਆਪਣੇ ਆਪ ਦੇ ਵਿੱਚ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਹੁਣ ਕਾਂਗਰਸ ਦਾ ਤਾਂ ਤੁਹਾਨੂੰ ਪਤਾ ਵੀ ਆਲਰੇਡੀ 3 ਟਾਇਰ ਪੈਂਚਰ ਹੀ ਨੇ, ਤੇ ਜੇ ਹੁਣ ਗਾਂ ਇਲੈਕਸ਼ਨ ਲੜਨੀ ਆ ਜਾਂ ਉਹਦੇ ਵਿੱਚ ਬਾਕੀ ਦੀਆਂ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਜੋੜ ਕੇ ਤੇ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਵਧਣਾ, ਤੇ ਹੋ ਸਕਦਾ ਵੀ ਚਿਹਰਾ ਮੋਹਰਾ ਪ੍ਰਧਾਨ ਮੰਤਰੀ ਦੇ ਤੌਰ ਤੇ ਮਮਤਾ ਬੈਨਰਜੀ ਹੋਰੀ ਆਪਣਾ ਵੀ ਦੇਖਦੇ ਹੋਣ। ਦੇਖੋ ਸੰਧਾਲੀਆ ਸਾਹਿਬ, ਬੀਬੀ ਮਮਤਾ ਬੈਨਰਜੀ ਜੇ ਦਾ ਬਿਆਨ ਜਿਹੜਾ, ਜੇ ਤਾਂ ਬੰਗਾਲ ਦੇ ਸੰਬੰਧ ਦੇ ਵਿੱਚ ਦਿੱਤਾ ਤੇ ਉਹਨਾਂ ਦਾ ਬਿਆਨ ਠੀਕ ਵੀ ਹੋ ਸਕਦਾ। ਜੇ ਭਾਰਤ ਦੇ ਵਿੱਚ ਸੰਬੰਧ ਦੇ ਵਿੱਚ ਦਿੱਤਾ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸਿਆਸਤਦਾਨਾਂ ਦੇ ਬਿਆਨ ਦੀ ਕਿਹੜਾ ਕਿਸੇ ਨੇ ਸਕੈਨਿੰਗ ਕਰਨੀ ਹੈ, ਜਾਂ ਕੱਲ੍ਹ ਨੂੰ ਕਿਹੜਾ ਕਿਸੇ ਨੇ ਪੁੱਛਣਾ ਕਿ ਬੀਬੀ ਜੀ ਤੁਸੀਂ ਤਾਂ ਆ ਗਿਆ ਸੀ, ਅਗਲੇ ਪਹਿਲਾਂ ਤੋਂ ਵੀ ਵੱਧ ਬਹੁਮਤ ਲੈ ਗਏ। ਦੇਖੋ, ਇੱਕ ਗੱਲ ਤਾਂ ਮੰਨਣੀ ਪਊਗੀ ਕਿ ਕੇਂਦਰ ਦੀ ਸਰਕਾਰ ਫੈਸਲੇ ਠੀਕ ਕਰਦੀ ਹੈ, ਗਲਤ ਕਰਦੀ ਹੈ, ਵੱਖਰੀ ਗੱਲ ਹੈ, ਪਰ ਉਹਦਾ ਮੁਕਾਬਲਾ ਕੋਈ ਨਹੀਂ, ਕੋਈ ਮੁਕਾਬਲਾ ਨਹੀਂ। ਇਸ ਲਈ ਕੋਈ ਮੁਕਾਬਲੇ 'ਚ ਹੀ ਨਹੀਂ। ਕਾਂਗਰਸ ਪਾਰਟੀ ਵਾਲੇ ਜੇ ਚਿੰਤਨ ਬੈਠਕਾਂ ਕਰਦੇ ਹੁੰਦੇ, ਬੰਦੇ 5-7 ਜਣਾਂ ਨੂੰ ਅਸਤੀਫਾ ਦੇ ਜਾਂਦੇ ਆ, ਉਹਨਾਂ ਦੇ ਕੋਲੇ ਬੰਦੇ ਪੱਕੇ ਆ। ਖੇਤਰੀ ਪਾਰਟੀਆਂ ਦਾ ਕੋਈ ਇਦਾਂ ਦਾ ਗੱਠਜੋੜ ਬਣਿਆ ਨਹੀਂ। ਬੀਬੀ ਮਮਤਾ ਬੈਨਰਜੀ ਜੋ ਕਹਿੰਦੇ ਨੇ ਉਹ ਚਾਹੁੰਦੇ ਨੇ, ਪਰ ਉਹ ਚਾਹੁਣ ਲਈ ਉਹਨਾਂ ਦੇ ਨਾਲ ਬਾਕੀ ਬੰਦੇ ਜੁੜਨੇ ਜ਼ਰੂਰੀ ਹੈ। ਪੱਛਮੀ ਬੰਗਾਲ 'ਚ ਇਲੈਕਸ਼ਨ ਹੋਈ, ਬੀਬੀ ਨੇ ਕਈ ਵਾਰੀ ਹੋਕਾ ਦਿੱਤਾ ਕਿ ਆਪਾਂ ਕਾਂਗਰਸ ਤੇ ਕਾਮਰੇਡ ਅਸੀਂ ਇਕੱਠੇ ਹੋ ਜਾਈਏ, ਭਾਜਪਾ ਦਾ ਮੁਕਾਬਲਾ ਕਰੀਏ। ਕਿਸੇ ਨੇ ਸ਼ਾਦੀ ਨਹੀਂ ਭਰੀ, ਇਕੱਠੇ ਹੋਏ ਨਾ। ਬਿਹਾਰ ਦੇ ਵਿੱਚ ਫਿਰ ਇੱਕ ਵਾਰੀ ਚਰਚਾ ਚੱਲੀ ਕਿ ਭਾਈ ਇਕੱਠੇ ਹੋ ਕੇ ਚੋਣਾਂ ਲੜੀਏ, ਭਾਜਪਾ ਤੇ ਨਿਤਿਸ਼ ਕੁਮਾਰ ਦੇ ਖਿਲਾਫ ਇਕੱਠੇ ਹੋਏ, ਫਿਰ ਥੋੜ੍ਹੇ ਜਿਹੇ ਬੰਦੇ ਅੱਡ ਰਹਿ ਗਏ ਸੀ। ਬਹੁਤ ਸਾਰੇ ਉੱਤਰ ਪ੍ਰਦੇਸ਼ ਦੇ ਵਿੱਚ ਯਤਨ ਹੋਏ, ਇਕੱਠੇ ਹੋਏ ਨਹੀਂ ਹੋਏ। ਮਮਤਾ ਬੈਨਰਜੀ ਹੋਰੀ ਚਾਹੁੰਦੇ ਆ ਇਦਾਂ ਹੋ ਜਾਵੇ, ਪਰ ਅੱਜ ਦੀ ਤਰੀਕ ਦੇ ਵਿੱਚ ਪ੍ਰੈਕਟੀਕਲੀ ਉਹ ਗੱਲ ਸੰਭਵ ਨਹੀਂ ਲੱਗਦੀ। ਬਾਕੀ ਸਿਆਸਤਦਾਨਾਂ ਨੇ ਖੜੇ ਪਾਣੀ ਦੇ ਵਿੱਚ ਵੱਟਾ ਮਾਰਨਾ ਹੁੰਦਾ, ਲਹਿਰਾਂ ਕਿੰਨੀਆਂ ਕੁੱਟਦੀਆਂ, ਉਹਦੇ ਆਧਾਰ ਦੇ ਉੱਤੇ ਭਵਿੱਖ ਦੇ ਵਿੱਚ ਜਿਹੜੇ ਉਹ ਫੈਸਲੇ ਜਿਹੜੇ ਉਹ ਲੈਣੇ ਹੁੰਦੇ ਆ। ਨਹੀਂ ਕਰਦੇ ਤੇ ਇਦਾਂ ਹੀ ਆ। ਵੈਸੇ ਮੈਂ ਬੜਾ ਹੈਰਾਨ ਸੀਗਾ ਵੀ ਜਿਹੜੀ ਗੱਲ ਇਹਨਾਂ ਨੇ ਜ਼ਿਕਰ ਕੀਤੀ ਨਵੰਬਰ 2016 ਵਾਲੀ, ਇਹੀ ਗੱਲ ਦਾ ਜ਼ਿਕਰ ਰਾਹੁਲ ਗਾਂਧੀ ਸਾਹਿਬ ਕਰਦੇ ਨੇ। ਉਹ ਕਹਿੰਦੇ ਵੀ ਦੇਖੋ, ਉਹਨਾਂ ਨੇ ਇੱਕ ਟਵੀਟ ਜਿਹਾ ਵੀ ਕੀਤਾ, ਉਹਦੇ 'ਚ ਵੀ ਉਹ ਜ਼ਿਕਰ ਉਹੀ ਕੀਤਾ। ਉਹ ਕਹਿੰਦੇ ਵੀ
ਨਵੰਬਰ 2016 ਦੇ ਵਿੱਚ ਇੱਕ ਤਾਨਾਸ਼ਾਹੀ ਫੈਸਲਾ ਲਿਆ ਗਿਆ, ਜਿਸ ਫੈਸਲੇ ਦਾ ਕਰਕੇ ਜਿਹੜਾ ਮੁਲਕ ਆ ਉਹ ਬਿਲਕੁਲ ਹੀ ਲੀਓਂ ਲੈ ਗਿਆ ਜੀ। ਮੈਂ ਕੁਦਰਤੀ ਸੋਚਦਾ ਸੀ ਵੀ ਚਾਹੇ ਉਹ ਮਮਤਾ ਬੈਨਰਜੀ ਹੋਣ, ਚਾਹੇ ਰਾਹੁਲ ਗਾਂਧੀ ਸਾਹਿਬ ਹੋਣ, 2016 ਦੇ ਫੈਸਲੇ ਦੀ ਗੱਲ ਕਰਦੇ, 2016 ਦੇ ਫੈਸਲੇ ਦਾ ਅਸਰ 2019 ਵਾਲੀਆਂ ਲੋਕ ਸਭਾ ਚੋਣਾਂ 'ਤੇ ਪੈਣਾ ਚਾਹੀਦਾ ਸੀ। ਉਦੋਂ ਨਹੀਂ ਪਿਆ, ਉਦੋਂ ਤਾਂ ਸਗੋਂ ਅਗਲਿਆਂ ਨੂੰ ਵੱਧ ਬਹੁਮਤ ਮਿਲ ਗਿਆ। ਤੇ ਆਪਾਂ ਅਜੇ ਵੀ ਗਾਂ 24 ਵਾਲੀਆਂ 2 ਸਾਲ ਬਾਅਦ ਵਾਲੀਆਂ ਇਲੈਕਸ਼ਨਾਂ ਦੇ ਲਈ 2016 ਯਾਨੀ ਕਿ 2019 ਤੋਂ ਪਿਛਲੇ ਫੈਸਲੇ ਦਾ ਜ਼ਿਕਰ ਕਰਦੇ ਫਿਰੀਏ, ਉਹ ਕਿੱਥੇ ਕੁ ਪਹੁੰਚਾਊਗਾ ਇਹਨਾਂ ਨੂੰ? ਮੈਨੂੰ ਲੱਗਦਾ ਫਿਰ ਉਹ ਪੀਕੇ ਸਾਹਿਬ ਵਿਚਾਰਾ ਸਹੀ ਹੱਥ ਜੋੜਦਾ ਵੀ ਯਾਰ ਮੇਰੀ ਕੋਈ ਬਾਤ ਨਹੀਂ ਚੱਲਦੀ ਇੱਥੇ, ਮੈਨੂੰ ਛੱਡ ਦਿਓ, ਮੈਨੂੰ ਉਹ ਤਾਂ ਜੇ ਉਹਦੇ ਝੱਗੇ ਨੂੰ ਵੀ ਹੱਥ ਪਾ ਲਈ ਤਾਂ ਉਹਦਾ ਝਗਾ ਲਾ ਕੇ ਚੱਲ ਜਾਣਾ, ਮੈਂ ਤੁਹਾਡੇ ਹੱਥ ਨਹੀਂ ਆਉਣਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਚਾਹੇ ਉਹ ਬੀਬੀ ਮਮਤਾ ਬੈਨਰਜੀ ਨੇ, ਚਾਹੇ ਰਾਹੁਲ ਗਾਂਧੀ ਨੇ, ਚਾਹੇ ਕੇਜਰੀਵਾਲ ਸਾਹਿਬ ਨੇ, ਕੋਈ ਵੀ ਬੰਦਾ, ਉਹ ਸਾਰੇ ਬੰਦੇ ਜੇ ਭਾਜਪਾ ਦੇ ਖਿਲਾਫ ਵੀ ਨੇ, ਤੁਸੀਂ ਇਹ ਮਤ ਦੱਸੋ ਕਿ ਉਹਨਾਂ ਨੇ ਕੀ ਗਲਤ ਕੀਤਾ, ਤੁਸੀਂ ਇਹ ਰਸਤਾ ਦੱਸੋ ਕਿ ਅਸੀਂ ਕਿੱਦਾਂ ਠੀਕ ਕਰਾਂਗੇ। ਯਾਨੀ ਤੁਹਾਨੂੰ ਲੱਗਦਾ ਹੈ, ਆਪਾਂ ਪੰਜਾਬ 'ਚ ਵੀ ਇਹੀ ਕਹਿੰਦੇ ਸੀ ਕਿ ਸਾਰੀਆਂ ਵਿਰੋਧੀ ਪਾਰਟੀਆਂ, ਕਾਂਗਰਸ ਦੀ ਸਰਕਾਰ ਸੀ ਜੀ, ਅਸੀਂ ਇਹਨਾਂ ਨੇ ਗਲਤ ਕੀਤਾ, ਉਹਨਾਂ ਨੇ ਕਰਤਾ, ਲੋਕਾਂ ਨੂੰ ਪਤਾ ਹੋਣਾ। ਤੁਸੀਂ ਠੀਕ ਕਿਵੇਂ ਕਰੋਗੇ? ਤੁਹਾਡੇ ਕੋਲੇ ਰਾਹ ਹੈਗਾ, ਤੁਹਾਡੇ ਕੋਲੇ ਰੋਡ ਮੈਪ ਹੈਗਾ, ਤੁਹਾਡੇ ਕੋਲੇ ਕੋਈ ਫਾਰਮੂਲਾ, ਕੋਈ ਯੋਜਨਾ ਹੈਗੀ ਹੈ, ਜਿਸ ਆਧਾਰ ਦੇ ਉੱਤੇ ਤੁਸੀਂ ਇਹ ਸਾਰਾ ਕੁਝ ਸੈੱਟ ਕਰ ਦਿਓਗੇ? ਕਿਉਂਕਿ ਕੱਲੀ ਲੋਚ, ਮੈਂ ਕਹਿੰਦਾ ਸੰਧਾਲੀਆ ਸਾਹਿਬ ਤੁਹਾਨੂੰ ਬੋਲਣਾ ਨਹੀਂ ਆਉਂਦਾ, ਸੰਧਾਲੀਆ ਸਾਹਿਬ ਤੁਹਾਨੂੰ ਖਾਣਾ ਨਹੀਂ ਆਉਂਦਾ, ਸੰਧਾਲੀਆ ਸਾਹਿਬ ਤੁਹਾਨੂੰ ਤੁਰਨਾ ਨਹੀਂ ਆਉਂਦਾ, ਜਾਂ ਤਾਂ ਮੈਂ ਬੋਲ ਕੇ ਦਿਖਾਵਾਂ, ਜਾਂ ਤਾਂ ਮੈਂ ਖਾ ਕੇ ਦਿਖਾਵਾਂ, ਜਾਂ ਤਾਂ ਮੈਂ ਤੁਰ ਕੇ ਦਿਖਾਵਾਂ। ਫਿਰਿਆ ਤੁਰਨਾ ਤਾਂ ਫਿਰ ਮੈਨੂੰ ਵੀ ਨਹੀਂ ਆਉਂਦਾ, ਖਾਣਾ ਤਾਂ ਮੈਨੂੰ ਵੀ ਨਹੀਂ ਆਉਂਦਾ, ਬੋਲਣਾ ਤਾਂ ਮੈਨੂੰ ਵੀ ਨਹੀਂ ਆਉਂਦਾ, ਤੇ ਲੋਕਾਂ ਦੇ ਲਈ ਤਾਂ ਫਿਰ ਬਰਾਬਰ ਦੇ ਮਾੜਾ ਹੋਇਆ ਨਾ। ਨਹੀਂ, ਇਹ ਗੱਲ ਹੈਗੀ ਆ। ਦੇਖੋ, ਲੀਡਰਾਂ ਦਾ ਕੰਮ ਹੈ, ਉਹਨਾਂ ਨੇ ਆਪਣੀ ਕੁਰਸੀ ਲਈ ਲੜਨਾ, ਚਾਹੇ ਆਪਾਂ ਹੁਣ ਦੇ ਜ਼ਿਕਰ ਦੀ ਗੱਲ ਕਰ ਲਈਏ, ਚਾਹੇ ਆਪਾਂ 2027 ਵਾਲੀਆਂ ਪੰਜਾਬ ਇਲੈਕਸ਼ਨਾਂ ਦੀ ਗੱਲ ਕਰ ਲਈਏ, ਜਾਂ ਉਹਦੇ ਵਿਚਾਲੇ 2024 ਵਾਲੀਆਂ ਇਲੈਕਸ਼ਨਾਂ ਦੀ ਗੱਲ ਕਰ ਲਈਏ, ਹਰੇਕ ਨੂੰ ਸੁੱਝਦੀ ਤੇ ਆ ਕੁਰਸੀ। ਤੇ ਜਦੋਂ ਕੁਰਸੀ ਸੁੱਝਦੀ ਹੋਵੇ, ਮੈਨੂੰ ਲੱਗਦਾ ਉਦੋਂ ਗੱਠਜੋੜ ਵੀ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ। ਇੱਥੇ ਰਾਜ ਸਭਾ ਦੀ ਇਲੈਕਸ਼ਨ ਦੀ ਮੈਂ ਗੱਲ ਕਰਨ ਲੱਗਾ, ਹਰਿਆਣੇ ਵਾਲੀ ਉੱਥੇ ਪੰਗਾ ਪੈ ਗਿਆ, ਪਰ ਹੁਣ ਸਮਾਂ ਥੋੜਾ ਆਇਆ, ਮੈਨੂੰ ਲੱਗਦਾ ਸੀ ਹਰਿਆਣਾ ਆਪਾਂ ਕੱਲ ਕਰ ਲਾਂਗੇ। ਇੱਥੇ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ, ਕਿਉਂਕਿ ਰਾਜ ਸਭਾ ਦੀ ਗੱਲ ਹੀ ਹੈ, ਉਹ ਵਿੱਚੇ ਰਹਿ ਜਾਣੀ ਸੀ, ਤੇ ਬਿਕਰਮਜੀਤ ਸਿੰਘ ਸਾਨੀ ਦੋਨਾਂ ਨੇ ਨੋਮੀਨੇਸ਼ਨ ਪੇਪਰ ਫਾਈਲ ਕਰ ਦਿੱਤੇ ਆ, ਕਾਗਜ਼ ਦਾਖਲ ਕਰ ਦਿੱਤੇ ਆ। ਨਾਲ ਉਹਨਾਂ ਦੇ ਹਰਪਾਲ ਸਿੰਘ ਚੀਮਾ ਸਾਹਿਬ ਵੀ ਸੀ, ਤੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ, 2 ਮਿਨਿਸਟਰ, ਦੋਨੋਂ ਨਾਲ ਗਏ, ਜਾ ਕੇ ਪੇਪਰ ਦਾਖਲ ਕਰ ਦਿੱਤੇ। ਕਿਉਂਕਿ 2 ਹੀ ਸੀਟਾਂ ਨੇ, 2 ਹੀ ਉਮੀਦਵਾਰ ਨੇ, ਵਿਰੋਧੀ ਪਾਰਟੀਆਂ ਦੇ ਕੋਲੇ MLAs ਦੇ ਰੂਪ ਦੇ ਵਿੱਚ ਇੰਨੀ ਗਿਣਤੀ ਨਹੀਂ ਕਿ ਉਹ ਕਿਸੇ ਵੀ ਸੀਟ ਦੇ ਉੱਤੇ ਕੋਈ ਬੰਦਾ ਜਿਤਾ ਸਕਣ। ਇਸ ਕਰਕੇ 10 ਜੂਨ ਤੱਕ ਰਸਮੀ ਤੌਰ ਦੇ ਉੱਤੇ ਐਲਾਨ ਹੀ ਹੋਣਾ ਕਿ ਭਾਈ ਤੁਸੀਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਹੋ, ਉਹ ਰਸਮੀ ਐਲਾਨ ਬਾਕੀ ਹੈ। ਨੋਮੀਨੇਸ਼ਨ ਪੇਪਰ ਫਾਈਲ ਕਰਤੇ ਜੀ ਉਹਨਾਂ ਨੇ। ਅਰੇ ਦੇਖੋ, ਕਾਰਨ ਹੈ ਵੀ ਜਦੋਂ ਹੋਰ ਕੋਈ ਨੋਮੀਨੇਸ਼ਨ ਹੈ ਨਹੀਂ, ਅਗਲਿਆਂ ਨੂੰ ਵੀ ਪਤਾ ਵੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੀ ਬਿਨਾਂ ਮੁਕਾਬਲਾ ਜੇਤੂ ਵਾਲੀ ਗੱਲ ਹੈ ਜੀ। ਹਾਂ, ਪਹਿਲੇ ਜਦੋਂ 5 ਬੰਦੇ ਉਹਨਾਂ ਨੇ ਆਪਣੇ ਵੱਲੋਂ ਨੋਮੀਨੇਟ ਕੀਤੇ ਸੀ, ਉਦੋਂ ਰੌਲਾ ਬਹੁਤ ਪਿਆ ਸੀ ਜੀ। ਫਿਰ ਲੋਕਾਂ ਨੇ ਇਹ ਵੀ ਕਿਹਾ ਸੀ ਵੀ ਹੁਣ ਅਗਲੀਆਂ ਕਿਹੜੀਆਂ ਸ਼ਖਸੀਅਤਾਂ ਤੁਸੀਂ ਚੁਣਦੇ ਹੋ, ਇਹ ਲੋਕ ਨਿਗਾਹ ਰੱਖਣਗੇ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸ਼ਾਇਦ ਉਸ ਚੀਜ਼ ਦਾ ਅਸਰ, ਜਾਂ ਉਹ ਵਾਲੀ ਜਿਹੜੀ ਲੋਕਾਂ ਦੀ ਆਵਾਜ਼ ਸੀ, ਉਹ ਆਮ ਆਦਮੀ ਪਾਰਟੀ ਦੇ ਕੰਨਾਂ ਤੱਕ ਗਈ ਵੀ, ਜਿਹਦਾ ਕਰਕੇ ਇਹ ਫੈਸਲਾ ਉਹਨਾਂ ਨੇ ਲਿਆ। ਹੁਣ ਆਪਣੇ ਵੱਲੋਂ ਉਹਨਾਂ ਨੇ ਨੋਮੀਨੇਸ਼ਨ ਕਰਤੀ ਆ। ਦੂਸਰੀ ਗੱਲ ਇਹ ਆ ਕਿ ਵੀ ਆ ਜੂਨ ਮਹੀਨਾ ਚੜ੍ਹ ਗਿਆ, ਜੂਨ ਚੜ੍ਹ ਗਿਆ ਜੀ, ਤੇ 6 ਜੂਨ ਤੱਕ ਜਿਹੜਾ ਉਹ ਕਹਿੰਦੇ ਵੀ ਆਖਰੀ ਦਿਨ ਹੈ ਸੰਗਰੂਰ ਵਾਲੀ ਲਈ ਵੀ ਨੋਮੀਨੇਸ਼ਨਸ ਉਦੋਂ ਤੱਕ ਵੀ ਹੋਣੀਆਂ। ਇਹ ਯਾਨੀ ਕਿ 5-6 ਦਿਨਾਂ ਦੇ ਵਿੱਚ ਬੰਦਿਆਂ ਦੇ ਨਾਂ ਆਉਣੇ ਆ ਜੀ, ਬੰਦਿਆਂ ਨੇ ਆਪਣੀ ਨੋਮੀਨੇਸ਼ਨ ਉੱਥੇ ਜਾ ਕੇ ਦੇਣੀ ਆ, ਤੇ ਉਸ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਜਿਹੜੀ ਆ ਉਹ ਕੰਮ ਸ਼ੁਰੂ ਹੋ ਜਾਣਾ। ਅਸੀਂ ਉਮੀਦ ਕਰਦੇ ਹਾਂ ਕਿ ਰਾਜ ਸਭਾ ਵਾਲੇ ਮੁੱਦੇ ਚੁੱਕਣਗੇ ਤੇ ਲੋਕ ਸੰਗਰੂਰ 'ਚ ਮੁੱਦਿਆਂ ਨੂੰ ਦੇਖ ਕੇ ਵੋਟ ਪਾਉਣਗੇ, ਤਾਂ ਫਿਰ ਭਲੀ ਹੈ ਪੰਜਾਬ ਲਈ ਜੀ। ਬਾਕੀ ਚਲੀਏ ਜੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।